ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:11 ਹੋਏ ਨੇ। 6 ਮਈ ਦਾ ਦਿਨ ਹੈ, ਵਰ੍ਹਾ 2021 ਦਾ ਵੀਰਵਾਰ ਹੈ। 24 ਵਿਸਾਖ ਨਾਨਕ ਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਨਵਕੇਂਦਰ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ। ਉਸ ਤੋਂ ਬਾਅਦ ਮਰਦਮਸ਼ੁਮਾਰੀ ਦੀ ਗੱਲਬਾਤ ਫੇਰ 10-15 ਮਿੰਟ ਕਰਾਂਗੇ। ਫਿਰ ਉੱਗੇ ਵਕੀਲ 10:07 ਤੇ ਬ੍ਰਿਜ ਮੋਹਨ ਜੀ ਸ਼ਾਮਲ ਹੋਣਗੇ। ਕਾਲੇ ਧਨ ਨੂੰ ਸਫੈਦ ਕਰਨਾ, ਜਿਹੜਾ ਮਨੀ ਲਾਉਂਡਰਿੰਗ ਆ, ਹਵਾਲਾ ਜਿਹੜਾ ਉਹ ਕਿਸ ਤਰ੍ਹਾਂ ਚੱਲਦਾ ਹੈ, ਹਵਾਲੇ ਦੇ ਕਾਨੂੰਨ ਕੀ ਨੇ ਕੈਨੇਡਾ ਦੇ ਵਿੱਚ, ਹਵਾਲਾ ਕੀ ਇੰਪੈਕਟ ਕਰ ਰਿਹਾ, ਵਕੀਲ ਜਿਹੜੇ ਨੇ ਉਹ ਜਦ ਘਰਾਂ ਦੀਆਂ ਕੰਪਲੀਸ਼ਨਾਂ ਕਰਦੇ ਨੇ ਉਹ ਪੈਸਾ ਧੇਲਾ ਕਿੱਥੋਂ ਆਉਂਦਾ, ਉਹਦੀ ਜਾਣਕਾਰੀ ਕਿੱਥੇ ਦਿੰਦੇ ਨੇ, ਫਿਨਟਰੈਕ ਕੀ ਹੈ। ਅੱਜ ਗੱਲਬਾਤ ਕਰਨਗੇ 10:07 ਤੇ ਉੱਗੇ ਵਕੀਲ ਬ੍ਰਿਜ ਮੋਹਨ ਹੋਣੀ। ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਣ ਚੱਲਦਾ ਹੈ ਤੇ ਨਾਲ ਹੀ ਐਪ ਜਿਹੜਾ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ। ਹੁਣ ਸਾਰਿਆਂ ਲਈ ਜਿਹੜਾ ਐਪ ਤੁਹਾਡੇ ਸੇਵਾ 'ਚ ਹੈ, ਆਈਫੋਨ, ਐਂਡਰੋਇਡ ਤੇ ਜਿੱਥੇ ਵੀ ਤੁਸੀਂ ਡਾਊਨਲੋਡ ਕਰਨਾ ਕਰ ਸਕਦੇ ਹੋ। ਤੇ ਐਪ ਡਾਊਨਲੋਡ ਕਰੋ 604 204 0600 604204 0600। ਆਨਲਾਈਨ ਨੰਬਰ ਹੈ 604 729 1224। ਵਟਸਐਪ ਤੇ ਟੈਕਸਟ ਲਈ ਨੰਬਰ ਹੈ। ਕਿੱਕਰ ਦਾ ਸੱਕ ਉਬਲੇ ਤੇ ਜੜਾ ਮਜੀਠ ਦੀਆਂ, ਇੱਕ ਚੁਟਕੀ ਸੂਹੇ ਖਾਬ ਦੀ ਨਿਤ ਸੁਪਨੇ ਪੀਠ ਦੀਆਂ, ਵਿੱਚ ਰੰਗਣ ਖੱਦਰ ਨੱਡੀਆਂ ਤੇ ਡੁੱਲ ਡੁੱਲ ਪੈਂਦਾ ਚਾਵੇ, ਅੱਖ ਦੇ ਕੂਲੇ ਫੰਭਿਆ ਕਿਤੋਂ ਉੱਡਦਾ ਉੱਡਦਾ। ਅੱਜ ਕੋਟ ਕਲੀ ਦਾ ਰੰਗ ਵੇ ਤੇਰੀ ਦੇਹ ਨੂੰ ਦਿਆਂ ਚੜਾ, ਤੇ ਪਿੰਜ ਤੁੰਬ ਸੰਗ ਸਲੀਕਿਆ ਮੈਂ ਧਾਗਾ ਲਵਾਂ ਬਣਾ। ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾ ਭਰਾ, ਜਾਂ ਰੋਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ। ਵਿਰਖ ਨਵਾਈਆਂ ਟਾਹਣੀਆਂ ਤੇ ਤੁਸਾਂ ਨਵਾਈ ਧੌਣ ਕੇ, ਹੱਥ ਭਰੇਂਦੇ ਤੋਪਿਆਂ ਨੂੰ ਬੁੱਲਤਾ ਛੋਂਦੇ ਗਾਉਣ। ਇੱਕ ਉੱਡਣ ਤਿੱਤਰ ਖੰਭੀਆਂ ਤੇ ਅੱਗ ਕਲੇਜੇ ਲਾਉਣ, ਤੇ ਦੂਜਾ ਪੱਤਰੋ ਪੱਤਰੀ ਅੱਜ ਮੱਛਰੀ ਫਿਰਦੀ ਪਾਉਣ। ਸੁੱਬਰ ਤੇ ਤਿਲ ਪੱਤਰਾ ਹਾਏ ਨੀਲਕ ਘੁੰਗਟ ਬਾਗ, ਇੱਕ ਚੋਪ ਤਾਂ ਬੜੀ ਰੰਗੀਲੜੀ ਧਾਗੇ ਦੇ ਖੁੱਲ ਗਏ ਭਾਗ। ਇਹ ਧੁੱਪਾਂ ਜ਼ਹਿਰ ਕਸ਼ੀਦੀਆਂ, ਇਹ ਧਰਤਾਂ ਮੋਰਨੀਆਂ, ਤੇ ਬਾਬਰ ਲਾਖੇ ਪੈਂਦੀਆਂ ਨੇ ਧੀਆਂ ਤੋਰਨੀਆਂ। ਇੱਕ ਸੂਈ ਮੇਰੀ ਨਿਕੜੀ, ਇੱਕ ਦਰਦਲ ਸਲੰਬੜੇ ਨੇ ਲਿਖਿਆ ਸਾਹਾਂ ਨੂੰ ਚੁਗਣਾ, ਪਰ ਮਾਨਸ ਚਮੜੇ ਨੇ ਅੱਜ ਲਾਲ ਚਿਰੰਗਤਾ ਹੋ ਗਏ। ਖੱਦਰ ਦੇ ਦਰਿਆ ਮੈਨੂੰ ਅਗਲੇ ਘਰ ਵਿੱਚ ਤੋਰ ਕੇ, ਫਿਰ ਕੱਲੀ ਰਹਿ ਜੂ ਮਾਂ। ਜੋ ਹਵਾ ਚ ਕੰਬਣ ਮੂੰਗਰੇ, ਮੇਰਾ ਮੱਥਾ ਜਿਹਾ ਡਰੇ, ਤੇ ਨਾਲੇ ਵੰਗਾ ਮਹਿੰਦੀਆਂ ਦਾ ਸੁਪਨਾ ਇੱਕ ਤਰੇ। ਮੈਂ ਬਣ ਜਾ ਫੁੱਲ ਫਲਕਾਰੀਆਂ, ਕੋਈ ਤੋਪੇ ਆਣ ਭਰੇ, ਮੈਨੂੰ ਚੁੰਮ ਕੇ ਹਿੱਕ ਨਾ ਲਾ ਲਵੇ, ਮੇਰੇ ਸਭੇ ਦੁੱਖ ਹਰੇ। ਮੈਨੂੰ ਚੁੰਮ ਕੇ ਹਿੱਕ ਨਾ ਲਾ ਲਵੇ, ਸਭੇ ਦੁੱਖ ਹਰੇ। ਧਾਗਾ ਮੇਰੇ ਦਾਜ ਦਾ, ਹਰਮਨਜੀਤ ਲਿਖਦਾ ਹੈ। 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ। ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। 7 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਟਾਕ ਸ਼ੋ ਚੱਲਦੇ ਆ। ਇੱਕੋ ਇੱਕ ਰੇਡੀਓ ਹੈ ਜਿੱਥੇ 15 ਘੰਟੇ ਤੁਹਾਡੇ ਕੌਮ ਦੇ, ਦੇਸ਼ ਦੇ, ਦੁਨੀਆ ਦੇ ਮਸਲੇ ਵਿਚਾਰੇ ਜਾਂਦੇ। ਨਵਕੇਂਦਰ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ। ਨਵਕੇਂਦਰ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਚੋਂ। ਸੋ ਨਵਕੇਂਦਰ ਸਿੰਘ ਪੱਤੀ ਜੀ, ਤੁਸੀਂ ਸ਼ਾਮਲ ਹੋ, ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਕਰੋਨਾ ਵਾਇਰਸ ਕੀ ਕਹਿੰਦਾ ਜੀ? ਜੀ ਗਿੱਲ ਸਾਹਿਬ, ਦੇਖੋ ਕਰੋਨਾ ਦੇ ਕੇਸ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ। 4,12,000 ਕੱਲ 24 ਘੰਟਿਆਂ ਦੌਰਾਨ ਜਿਹੜੇ ਮਾਮਲੇ ਨੇ ਉਹ ਦਰਜ ਕੀਤੇ ਗਏ। ਲਗਭਗ 4,000 ਮੌਤਾਂ 24 ਘੰਟਿਆਂ ਦੌਰਾਨ ਹੋਈਆਂ। ਪੰਜਾਬ 'ਚ ਅੱਜ ਜਿਹੜੇ ਅੰਕੜੇ ਆਏ ਨੇ, ਕੁਝ ਮਿੰਟ ਪਹਿਲਾਂ ਹੀ ਆਏ ਨੇ, 24 ਘੰਟਿਆਂ ਦੌਰਾਨ 8,874 ਜਿਹੜੇ ਨਵੇਂ ਕੇਸ ਨੇ ਉਹ ਪੰਜਾਬ 'ਚ ਦਰਜ ਕੀਤੇ ਗਏ ਨੇ। 154 ਮੌਤਾਂ ਹੋਈਆਂ ਪੰਜਾਬ ਦੇ ਵਿੱਚ। ਅੰਮ੍ਰਿਤਸਰ ਸਾਹਿਬ, ਮੋਹਾਲੀ, ਪਟਿਆਲਾ, ਲੁਧਿਆਣਾ ਇਹ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਮੰਨੇ ਗਏ ਨੇ। ਅੰਮ੍ਰਿਤਸਰ ਸਾਹਿਬ 'ਚ 25 ਮੌਤਾਂ ਅੱਜ ਹੋਈਆਂ ਨੇ ਔਰ 492 ਨਵੇਂ ਕੇਸ ਸਾਹਮਣੇ ਆਏ ਨੇ। ਮੋਹਾਲੀ 'ਚ 942 ਨਵੇਂ ਕੇਸ ਸਾਹਮਣੇ ਆਏ ਨੇ। ਲੁਧਿਆਣਾ ਦੇ ਵਿੱਚ ਤਾਂ 1250 ਤੋਂ ਵੀ ਵੱਧ ਨਵੇਂ ਕੇਸ ਨੇ ਜਿਹੜੇ ਉਹ ਸਾਹਮਣੇ ਆਏ ਨੇ। ਸੋ ਇਹ ਹਾਲਤ ਆ ਜਿਹੜੀ COVID-19 ਦੇ ਕੇਸਾਂ ਦੀ ਉਹ ਬਣੀ ਹੋਈ ਹੈ। ਸਥਿਤੀ ਇਹ ਬਣੀ ਹੋਈ ਹੈ ਗਿੱਲ ਸਾਹਿਬ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਕੇਸ ਨੇ ਜਿਹੜੇ ਉਹ ਲਗਾਤਾਰ ਵੱਧ ਰਹੇ ਨੇ।
ਔਰ ਇੱਕ ਪਾਸੇ ਕੇਸ ਵੱਧ ਰਹੇ ਨੇ, ਦੂਜੇ ਪਾਸੇ ਬੇਰੁਜ਼ਗਾਰੀ ਦਾ ਅੰਕੜਾ ਗਾ ਜਿਹੜਾ ਉਹ ਛਾਲਾਂ ਮਾਰ ਰਿਹਾ ਹੈ, ਗਰੀਬੀ ਲੋਕਾਂ 'ਚ ਵੱਧ ਰਹੀ ਹੈ, ਛੋਟੇ ਦੁਕਾਨਦਾਰ ਪੀੜਤ ਹੋ ਰਹੇ ਨੇ, ਕਿਸਾਨ ਮਜ਼ਦੂਰ ਦੁਕਾਨਦਾਰਾਂ ਦੀ ਹਮਾਇਤ ਦੇ ਉੱਤੇ ਨਿੱਤਰੇ ਆਏ ਨੇ। ਉਹ ਕਹਿੰਦੇ ਸੀ ਦੁਕਾਨਾਂ ਖੋਲ੍ਹਣੀਆਂ ਨੇ, ਔਰ ਸਰਕਾਰ ਹਸਪਤਾਲਾਂ 'ਚ ਦਵਾਈਆਂ ਪ੍ਰੋਵਾਈਡ ਨਹੀਂ ਕਰ ਰਹੀ, ਸਰਕਾਰ ਆਕਸੀਜਨ ਦੀ ਕਮੀ ਅਜੇ ਤੱਕ ਨਹੀਂ ਠੱਲ ਰਹੀ। ਇਸ ਲੋਕਤੰਤਰ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਹੋ ਗਏ। ਸਾਡੀ ਸੁਪਰੀਮ ਕੋਰਟ ਬਾਰ-ਬਾਰ ਕਹਿ ਰਹੀ ਹੈ ਕਿ ਤੁਸੀਂ ਦਿੱਲੀ 'ਚ ਆਕਸੀਜਨ ਪੂਰੀ ਕਰ ਦਿਓ, 700 ਮੀਟ੍ਰਿਕ ਟਨ ਦੀ ਉੱਥੇ ਲੋੜ ਆ, ਔਰ ਉਹ ਕਹਿੰਦੇ ਨੇ ਕਿ ਤੁਸੀਂ ਡੇਲੀ ਪੂਰੀ ਕਰੋ, ਜੇ ਤੁਸੀਂ ਨਹੀਂ ਕਰੋਗੇ ਅਦਾਲਤੀ ਤੋਹੀਨ ਮੰਨਿਆ ਜਾਊ। ਬਾਰ-ਬਾਰ ਕਹਿਣ ਦੇ ਬਾਵਜੂਦ ਅੱਜ ਤੱਕ ਜਿੰਨੀ ਆਕਸੀਜਨ ਦਿੱਲੀ ਨੂੰ ਚਾਹੀਦੀ ਹੈ ਉਨੀ ਆਕਸੀਜਨ ਦਿੱਲੀ ਨਹੀਂ ਪਹੁੰਚ ਸਕੀ। ਅੱਜ ਦੀ ਖਬਰ ਆ ਗਿੱਲ ਸਾਹਿਬ ਕਿ ਆਕਸੀਜਨ ਦੀ ਘਾਟ ਕਰਕੇ ਤਾਮਿਲਨਾਡੂ ਦੇ ਵਿੱਚ ਇੱਕ ਸਰਕਾਰੀ ਹਸਪਤਾਲ 'ਚ 13 ਤੇ ਉੱਤਰਾਖੰਡ ਦੇ ਰੁੜਕੀ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ 'ਚ 5 ਮਰੀਜ਼ਾਂ ਦੀ ਜਿਹੜੀ ਮੌਤ ਆ ਉਹ ਆਕਸੀਜਨ ਦੀ ਘਾਟ ਕਰਕੇ ਹੋਈ ਆ। ਹਰਿਆਣੇ 'ਚ ਮੌਤਾਂ ਹੋ ਜਾਣੀਆਂ ਸੀ 25, ਪੰਜਾਬ ਵਾਲਿਆਂ ਨੇ ਆਧਾਰ ਦੇ ਵਿੱਚ ਆਕਸੀਜਨ ਆ ਜਿਹੜੀ ਕੁਛ ਦੇਤੀ, ਜਿਸ ਕਰਕੇ ਉੱਥੇ ਬਚਤ ਹੋ ਗਈ। ਲੇਕਿਨ ਇਹ ਜਿਹੜੀ ਹਾਲਤ ਬਣੀ ਹੋਈ ਆ, ਇਸ ਹਾਲਤ ਦੇ ਚੱਲਦਿਆਂ ਹੁਣ ਇਹ ਆ ਰਿਹਾ ਕਿ ਕਰੋਨਾ ਦੀ ਤੀਜੀ ਲਹਿਰ ਦੇ ਲਈ ਤਿਆਰ ਰਹੋ। ਸਾਨੂੰ ਤਾਂ ਤੀਜੀ ਲਹਿਰ ਦੇ ਲਈ ਤਿਆਰ ਕੀਤਾ ਜਾ ਰਿਹਾ, ਪਰ ਪਹਿਲੀ ਲਹਿਰ ਵੀ ਲੰਘ ਗਈ, ਦੂਜੀ ਲਹਿਰ ਵੀ ਚੱਲ ਰਹੀ ਆ। ਇਸ ਦਰਮਿਆਨ ਸਰਕਾਰ ਕੀ ਕਰ ਰਹੀ ਹੈ? ਸਰਕਾਰ ਕਰ ਰਹੀ ਹੈ ਗਿੱਲ ਸਾਹਿਬ, ਆਪਣੀ ਬਿਲਡਿੰਗ ਬਣਾ ਰਹੀ ਹੈ, ਉਹ ਜਿੱਥੇ ਮੈਂਬਰ ਪਾਰਲੀਮੈਂਟ ਬੈਠਿਆ ਕਰਨਗੇ। ਨਰਿੰਦਰ ਮੋਦੀ ਜੀ ਦਾ ਘਰ ਹੋਊ ਉਹਦੇ ਵਿੱਚ ਹੀ, ਉੱਥੇ ਹੀ PMO ਹਾਊਸ ਹੋਊਗਾ ਜਿਹੜਾ ਪ੍ਰਾਈਮ 3 ਸ਼ਿਫਟਾਂ ਚੱਲਦੀਆਂ ਨੇ, ਦਿਨ ਰਾਤ ਕੰਮ ਚੱਲਦਾ ਉੱਥੇ। ਔਰ ਉਹਨਾਂ ਨੂੰ ਬੱਸਾਂ ਦੇ ਉੱਤੇ ਲਿਖਿਆ ਹੋਇਆ ਵੀ ਇਹ ਬਹੁਤ ਜ਼ਰੂਰੀ ਕੰਮ ਜਾ ਰਹੇ ਨੇ, ਇਹਨਾਂ ਨੂੰ ਰੋਕੋ ਨਾ, ਪੁਲਿਸ ਵਾਲਿਆਂ ਨੂੰ ਕਿਹਾ ਹੋਇਆ। ਸੋ ਇਹ ਕੰਮ ਆ ਜਿਹੜੀ ਸਾਡੀ ਸਰਕਾਰ ਉਹ ਕਰ ਰਹੀ ਆ। ਇਹ ਐਸਾ ਲੋਕਤੰਤਰ ਆ ਜਿੱਥੇ ਵੋਟਾਂ ਦੀ ਵੱਧ ਜ਼ਰੂਰਤ ਹੈ, ਆਕਸੀਜਨ ਹਸਪਤਾਲਾਂ 'ਚ ਪਹੁੰਚੇ ਨਾ ਪਹੁੰਚੇ ਉਸ ਪਾਸੇ ਧਿਆਨ ਨਹੀਂ ਦੇਣਾ। ਅਸੀਂ ਰਫੇਲ ਖਰੀਦਣੇ ਨੇ, ਅਸੀਂ ਵੈਂਟੀਲੇਟਰ ਨਹੀਂ ਖਰੀਦਣੇ। ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ, ਸਾਡੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸੋਚ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ, ਤੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ। ਔਰ ਚੌਂ ਪਾਸੇ ਜਿੱਧਰ ਵੀ ਦੇਖੋ ਬੁਰਾ ਹਾਲ ਜਿਹੜਾ ਨਜ਼ਰ ਆ ਰਿਹਾ ਹੈ। ਪੁਲਿਸ ਆ ਜਿਹੜੀ ਉਹ ਡਾਂਗਾ ਮਾਰ ਰਹੀ ਹੈ, ਪੁਲਿਸ ਲੋਕਾਂ ਨੂੰ ਕੁੱਟ ਰਹੀ ਹੈ, ਚਲਾਨ ਕਰ ਰਹੀ ਹੈ, ਘਰੋਂ ਬਾਹਰ ਨਹੀਂ ਨਿਕਲਣ ਦੇ ਰਹੀ, ਔਰ ਦਵਾਈਆਂ ਲੋਕਾਂ ਕੋਲ ਨਹੀਂ ਪਹੁੰਚ ਰਹੀਆਂ। ਸਾਡੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਤੁਸੀਂ ਘਰੇ ਰਹੋ, ਬਾਹਰ ਨਾ ਆਓ, ਇਲਾਜ ਲਈ ਵੀ ਤੁਹਾਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਨਹੀਂ, ਤੁਹਾਡੇ ਘਰੇ ਕਿੱਟ ਪਹੁੰਚੂ। ਨਵਕੇਨ ਕੋਈ ਪ੍ਰੋਬਲਮ ਨਹੀਂ, ਘਰੇ ਕਿੱਟ ਨਹੀਂ ਪਹੁੰਚ ਰਹੀ ਜੀ ਗੱਲ ਸਾਹਿਬ। ਅੱਛਾ, ਪੱਛਮੀ ਬੰਗਾਲ ਦਾ ਹਾਲ ਦੱਸੋ ਜੀ। ਜਿੱਤਣ ਤੋਂ ਬਾਅਦ ਜਿਹੜਾ ਹੁਣ ਉਹ ਔਖਾ ਬਹੁਤ ਹੈ ਬੀਜੇਪੀ ਨੂੰ ਐਕਸੈਪਟ ਕਰਨੀ, ਗੱਲ ਜ਼ੋਰ ਬਹੁਤ ਲਾਇਆ ਸੀ। ਹੁਣ ਉੱਥੇ ਜਿਹੜੀ ਹਿੰਸਾ ਹੋ ਰਹੀ ਹੈ ਉਹ ਕੀ ਹੈ? ਜੀ ਗੱਲ ਸਾਹਿਬ, ਦੇਖੋ ਹਿੰਸਾ ਤਾਂ ਇਹੀ ਹੈ, ਭਾਰਤੀ ਜਨਤਾ ਪਾਰਟੀ ਨੇ ਅੱਜ ਟੀਮ ਭੇਜੀ ਇੱਕ, ਔਰ ਉਹ ਟੀਮ ਕੇਂਦਰ ਦੀ ਭੇਜੀ ਆ, ਉਹ 'ਚ ਮੰਤਰੀ ਵੀ ਹੈ। ਪਹਿਲਾਂ ਹੀ ਭਾਜਪਾ ਦਾ ਪ੍ਰਧਾਨ JP ਨੱਡਾ 2 ਦਿਨ ਹੋ ਗਏ ਉੱਥੇ ਬੈਠਾ। JP ਨੱਡਾ ਬਿਆਨ ਬਹੁਤ ਵੱਡੇ ਵੱਡੇ ਦੇ ਰਿਹਾ, ਕਹਿੰਦਾ 1 ਲੱਖ ਬੰਦਾ ਘਰਾਂ 'ਚੋਂ ਭਜਾਤਾ ਸਾਡਾ ਵਰਕਰ ਤ੍ਰਿਣਮੂਲ ਕਾਂਗਰਸਾਂ ਨੇ। ਹੁਣ ਸਥਿਤੀ ਇਹ ਹੈ ਕਿ ਜਦੋਂ ਵੀ ਜਿਹੜੀ ਹਿੰਸਾ ਹੈਗੀ, ਹਿੰਸਾ ਉਹ ਧਿਰ ਕਰਦੀ ਹੈ ਜਿਨ੍ਹਾਂ ਦਾ ਤਜਰਬਾ ਹੁੰਦਾ ਹੈ। ਬੀਜੇਪੀ ਦਾ ਗੁਜਰਾਤ ਦਾ ਤਜਰਬਾ ਹੈ, ਜੋ ਉੱਥੇ ਮੁਸਲਮਾਨ ਭਾਈਚਾਰੇ ਨਾਲ ਹੋਇਆ, ਗੋਧਰਾ। ਇਸ ਤੋਂ ਇਲਾਵਾ ਇਹਨਾਂ ਦਾ ਲਗਾਤਾਰ ਰਾਮ ਮੰਦਿਰ ਤੋਂ ਲੈ ਕੇ ਅਜਿਹੇ ਮਸਲਿਆਂ ਨੂੰ ਕਿ ਜੇ ਤਾਂ ਉਹ ਕੋਈ ਸੂਬਾ ਗਾ ਸਾਡੇ ਹੱਥ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਆਉਂਦਾ ਤਾਂ ਠੀਕ ਹੈ, ਜੇ ਨਹੀਂ ਆਉਂਦਾ ਤਾਂ ਆਪਾਂ ਨੂੰ ਪਤਾ ਹੈ ਮੱਧ ਪ੍ਰਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰ ਆ ਜਿਹੜੀ ਉਹ ਸਿੱਟੀ, ਕਰਨਾਟਕ 'ਚ ਜੋ ਨਾਟਕ ਹੋਇਆ, ਪਾਂਡੂਚੇਰੀ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਕੀ ਹੋਇਆ, ਗੋਆ 'ਚ ਕਿਸ ਤਰੀਕੇ ਦਾ ਮਾਹੌਲ ਬਣਿਆ। ਤਾਂ ਅਜਿਹੀ ਹਾਲਤ ਹੈ ਜਿਹੜੀ ਉਹ ਪੱਛਮੀ ਬੰਗਾਲ ਦੇ ਵਿੱਚ ਬਣਾਉਣੀ ਚਾਹੁੰਦੇ ਨੇ। ਇਹ ਤਾਂ ਗੱਲ ਕਰ ਗਿੱਲ ਸਾਹਿਬ, ਫਰਕ ਹੀ ਵੱਡਾ ਰਹਿ ਗਿਆ। ਜੇ ਕਿਤੇ ਮਮਤਾ ਬੈਨਰਜੀ ਥੋੜੀਆਂ ਬਹੁਤੀਆਂ MLA ਵੱਧ ਹੁੰਦੇ ਤਾਂ ਹੁਣ ਉਹ ਖਰੀਦੇ ਹੁੰਦੇ, ਜਿਸ ਤਰੀਕੇ ਦਾ ਪਹਿਲਾਂ ਦੋਸ਼ ਇਹਨਾਂ ਦੇ ਉੱਤੇ ਲੱਗਦੇ ਆਏ ਨੇ। ਹੁਣ ਲਗਾਤਾਰ ਉੱਥੇ ਹਿੰਸਾ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ। ਉਹਦੇ 'ਚ ਮਮਤਾ ਬੈਨਰਜੀ ਦਾ ਕਹਿਣਾ ਇਹ ਹੈਗਾ ਕਿ ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ, ਮਮਤਾ ਬੈਨਰਜੀ ਨੇ ਕੁੱਲ ਅੰਕੜਾ 16 ਦਾ ਦਿੱਤਾ ਤੇ 16 ਮੌਤਾਂ ਨੇ ਜਿਹੜੀਆਂ ਉਹ ਹੋਈਆਂ ਨੇ, ਔਰ ਇਹ 16 ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ ਉਹ 'ਚ ਮਮਤਾ ਦਾ ਕਹਿਣਾ ਕਿ ਜ਼ਿਆਦਾ ਜਿਹੜੇ ਨੇ ਉਹ ਤ੍ਰਿਣਮੂਲ ਕਾਂਗਰਸ ਦੇ ਨੇ। ਲੇਕਿਨ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ JP ਨੱਡਾ, ਉਹ ਕਹਿੰਦੇ 14 ਭਾਜਪਾ ਦੇ ਵਰਕਰਾਂ ਦੀ ਮੌਤ ਕਤਲ ਹੋਏ ਨੇ। ਹੁਣ ਕੌਣ ਸੱਚ ਬੋਲ ਰਿਹਾ, ਇਸ ਗੱਲ ਦਾ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ ਫਿਲਹਾਲ, ਲੇਕਿਨ ਇਸ ਪਾਸੇ ਗੱਲ ਕਹੀ ਜਾ ਸਕਦੀ ਹੈ ਕਿ
ਤ੍ਰਿਣਮੂਲ ਕਾਂਗਰਸ ਨੂੰ ਨਿਸ਼ਾਨਾ ਭਾਜਪਾ ਜਿਹੜੀ ਉਹ ਜਾਣਬੁੱਝ ਕੇ ਬਣਾ ਰਹੀ ਹੈ। ਮਮਤਾ ਬੈਨਰਜੀ ਨੇ ਚੈਲੰਜ ਕਰਤਾ, ਜਿਵੇਂ CBI ਦੀ ਟੀਮ ਜਦੋਂ ਪੱਛਮੀ ਬੰਗਾਲ ਗਈ ਸੀ ਉਹਨੇ ਫੜ ਕੇ ਬਹਾਲੇ ਸੀ ਉੱਥੇ, ਉਸੇ ਤਰੀਕੇ ਨਾਲ ਹੁਣ ਉਹਨੇ ਚੈਲੰਜ ਕਰਤਾ। ਉਹ ਕਹਿੰਦੀ ਅੱਜ ਟੀਮ ਭੇਜੀ ਹੈ ਇਹਨਾਂ ਨੇ ਮੰਤਰੀਆਂ ਦੀ, ਉਹ ਕਹਿੰਦੀ ਜਿਹੜੇ ਮਰਜ਼ੀ ਹੋਣ, ਜੇ ਸਾਡੇ ਸੂਬੇ 'ਚ ਕੋਈ ਆਊਗਾ ਸਭ ਤੋਂ ਪਹਿਲਾਂ ਉਹਦਾ RT-PCR ਜਿਹੜਾ COVID-19 ਸੰਬੰਧੀ ਟੈਸਟ ਆ ਉਹ ਕਰਾਂਗੇ। ਤੋ ਇਸ ਤਰ੍ਹਾਂ ਦਾ ਮਮਤਾ ਬੈਨਰਜੀ ਦਾ ਲਲਕਾਰ ਆ ਜਿਹੜੀ ਉਹ ਕੇਂਦਰ ਸਰਕਾਰ ਦੇ ਨਾਲ ਸਿੱਧੀ ਆਢਾ ਲਾਉਣ ਵਾਲੀ ਨਜ਼ਰ ਆ ਰਹੀ ਆ। ਔਰ ਪੱਛਮੀ ਬੰਗਾਲ ਦੇ ਹਾਲਾਤ ਬਹੁਤੇ ਸੁਖਾਵੇਂ ਨਹੀਂ ਹੈਗੇ। ਪੱਛਮੀ ਬੰਗਾਲ ਦੇ ਵਿੱਚ ਹਾਲਾਤ ਕਿਸੇ ਵੀ ਸਮੇਂ ਬਦਲ ਸਕਦੇ ਨੇ। ਉੱਥੋਂ ਦਾ ਜਿਹੜੇ ਸਮੀਕਰਨ ਨੇ ਪਾਪੂਲੇਸ਼ਨ ਦੇ ਵੀ, ਉਹ ਵੀ ਇਸ ਹਿਸਾਬ ਦੇ ਨੇ ਵੀ 30% ਉੱਥੇ ਮੁਸਲਿਮ ਆਬਾਦੀ ਆ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਧਰਮ ਜਾਤ ਦੇ ਆਧਾਰ ਦੇ ਉੱਤੇ ਰਾਜਨੀਤੀ ਆ ਜਿਹੜੀ ਉਹਨੂੰ ਅੱਗੇ ਵਧਾਉਂਦੀ ਆ, ਜਿਹੇ ਦੇ ਵਿੱਚ ਉਹ ਕਿਸੇ ਸਮੇਂ ਵੀ ਅਜਿਹਾ ਪੱਤਾ ਖੇਡ ਸਕਦੀ ਹੈ ਕਿ ਉੱਥੋਂ ਦੇ ਹਾਲਾਤ ਨੇ ਜਿਹੜੇ ਉਹ ਹੋਰ ਜ਼ਿਆਦਾ ਮਾੜੇ ਬਣ ਸਕਣ। ਜੀ, ਪੰਜਾਬ 'ਚ ਹੁਸ਼ਿਆਰਪੁਰ ਦੇ ਨੇੜੇ ਸੜਕ ਹਾਦਸੇ 'ਚ ਇੱਕੋ ਹੀ ਟੱਬਰ ਦੇ 5 ਜੀ ਪੂਰੇ ਹੋ ਗਏ। ਜੀ ਗਿੱਲ ਸਾਹਿਬ, ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਹੁਸ਼ਿਆਰਪੁਰ ਚੰਡੀਗੜ੍ਹ ਸੜਕ ਦੇ ਉੱਤੇ ਪਿੰਡ ਪੈਂਦਾ ਜੈਤਪੁਰ, ਉਸ ਪਿੰਡ ਦੇ ਨੇੜੇ ਵੱਡਾ ਸੜਕ ਹਾਦਸਾ ਜਿਹੜਾ ਉਹ ਵਾਪਰਿਆਗਾ। ਦਰਅਸਲ ਕਾਰ ਆ ਜਿਹੜੀ ਉਹ ਜਾ ਰਹੀ ਸੀ ਸੜਕ ਦੇ ਉੱਤੇ, ਔਰ ਮੋਟਰਸਾਈਕਲ ਆ ਜਿਹੜਾ ਉਹ ਇੱਕ ਪਾਸਿਓਂ ਆਇਆ ਔਰ ਸੜਕ ਦੇ ਉੱਤੇ ਚੱਲ ਰਿਹਾ ਸੀ, ਤਾਂ ਦੋਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ। ਉਸ ਤੋਂ ਬਾਅਦ ਬੇਕਾਬੂ ਹੋਈ ਕਾਰ ਅੱਗੇ ਵੱਜੀ ਜਾ ਕੇ, ਜਿਹਦੇ ਕਾਰ ਦੇ ਵਿੱਚ 5 ਜਣੇ ਸੀਗੇ, ਪਤੀ ਪਤਨੀ ਤੇ 3 ਉਹਨਾਂ ਦੇ ਛੋਟੇ ਛੋਟੇ ਬੱਚੇ। ਪਤੀ ਪਤਨੀ ਦੀ ਉਮਰ 29-30 ਸਾਲ ਦੀ ਦੱਸੀ ਜਾਂਦੀ ਹੈ, ਔਰ ਬੱਚਿਆਂ ਚੋਂ ਇੱਕ ਦੀ ਉਮਰ 5 ਸਾਲ, ਇੱਕ ਦੀ 6 ਸਾਲ ਤੇ ਇੱਕ ਦੀ 8 ਸਾਲ। 5 ਦੀ ਮੌਤ ਆ ਜਿਹੜੀ ਉੱਥੇ ਹੋ ਗਈ। ਤੋ ਇੱਕ ਹੱਸਦਾ ਵਸਦਾ ਪਰਿਵਾਰ ਆ ਜਿਹੜਾ ਇੱਕ ਸੜਕ ਹਾਦਸੇ ਦੇ ਵਿੱਚ ਉਹ ਉੱਜੜ ਗਿਆ। ਤੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਅੱਜ ਵਾਪਰੀ ਹੈ। ਜੀ ਗਿੱਲ ਸਾਹਿਬ, ਕਣਕ ਦੀ ਜਿਹੜੀ ਐਤਕੀ ਸਿੱਧੀ ਅਦਾਇਗੀ ਹੈ, ਉਹ ਸਿੱਧੀ ਅਦਾਇਗੀ ਦਾ ਕੀ ਤਜਰਬਾ ਰਿਹਾ ਜੀ? ਪਿੰਡਾਂ 'ਚ ਤੁਸੀਂ ਕਣਕ ਵੇਚੀ, ਕਿਵੇਂ ਰਹੀ ਉਹ ਗੱਲਬਾਤ? ਜੀ ਗਿੱਲ ਸਾਹਿਬ, ਦੇਖੋ ਜਿਹੜੀ ਕਣਕ ਦੀ ਸਿੱਧੀ ਅਦਾਇਗੀ ਦਾ ਮਸਲਾ ਹੋਇਆ, ਇਹ ਅਸਲ ਦੇ ਵਿੱਚ ਕਿਸਾਨਾਂ ਦੇ ਲਈ ਕੋਈ ਬਹੁਤਾ ਲਾਹੇਵੰਦ ਸਾਬਤ ਨਹੀਂ ਹੋਇਆ, ਕਿਸਾਨਾਂ ਦੇ ਲਈ ਘਾਟੇਵੰਦ ਹੀ ਸਾਬਤ ਹੋਇਆ। ਹੁਣ ਮੈਨੂੰ ਪਤਾ ਲੱਗਿਆ ਵੀ ਬਹੁਤੇ ਜਿਹੜੇ ਕਿਸਾਨ ਡਾਊਨ ਸੀਗੇ ਉਹਨਾਂ ਦੇ ਤਾਂ ਸਿੱਧੀ ਵੇਚਣੀ ਨਹੀਂ ਦਿੱਤੀ ਆੜਤੀਏ ਨੇ। ਉਹਨਾਂ ਦੀ ਤਾਂ ਹੁਣ ਮੰਨ ਲਓ ਸਾਡੇ ਪਿੰਡ 'ਚ ਕੋਈ ਬੰਦਾ ਪੈਸੇ ਪੱਖੋਂ ਬਹੁਤ ਡਾਊਨ ਸੀ, ਉਹਨੇ ਆੜਤੀਏ ਦੇ ਪੈਸੇ ਦੇਣੇ ਸੀਗੇ, ਆੜਤੀਏ ਨੇ ਉਹਦੀ ਫਸਲ ਹੀ ਆਪਦੇ ਨਾਂ ਤੇ ਵੇਚਤੀ। ਹੁਣ ਉੱਥੇ ਕੋਈ ਐਂ ਤਾਂ ਹੈ ਨਹੀਂਗਾ ਕਿ ਕੌਣ ਫਸਲ ਲੈ ਕੇ ਆਇਆ, ਉਹ ਤਾਂ ਜਿਹਦੇ ਨਾਂ ਤੇ ਵੇਚਣੀ ਆ ਉਹਦੇ ਅਕਾਊਂਟ 'ਚ ਸਰਕਾਰ ਨੇ ਸਿੱਧੇ ਪੈਸੇ ਪਾਉਣੇ ਨੇ। ਆੜਤੀਏ ਨੇ ਉਹਦੀ ਫਸਲ ਆਪਦੇ ਨਾਂ ਤੇ ਵੇਚਤੀ, ਔਰ ਕੁਛ ਤੋਂ ਜਿਨ੍ਹਾਂ ਤੋਂ ਆੜਤੀਏ ਨੇ ਪੈਸੇ ਲੈਣਾ ਸੀਗੇ ਉਹਨਾਂ ਨੂੰ ਖਾਲੀ ਚੈੱਕ ਤੇ ਸਾਈਨ ਕਰਾ ਲਏ ਪਹਿਲਾਂ ਵੀ ਭਾਈ ਜਦੋਂ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਨਾਲ ਦੀ ਨਾਲ ਤੁਸੀਂ ਮੈਨੂੰ ਟ੍ਰਾਂਸਫਰ ਆ ਜਿਹੜੇ ਉਹ ਕਰਨੇ ਨੇ। ਪਿੱਛੇ ਜੇ ਸਰਕਾਰ ਨੇ ਇੱਕ ਸਕੀਮ ਲੈ ਕੇ ਆਈ ਸੀ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਧਿਆਪਕ ਪੜ੍ਹਾਉਂਦੇ ਨੇ ਉਹਨਾਂ ਦਾ ਸਕੂਲ ਵਾਲੇ ਸ਼ੋਸ਼ਣ ਕਰਦੇ ਨੇ, ਉਹਦੇ ਲਈ ਇਹਨਾਂ ਨੇ ਕਹਿਤਾ ਕਿ ਅਧਿਆਪਕ ਨੂੰ 7500 ਰੁਪਇਆ ਮੰਨ ਲਓ ਦੇਣਾ ਪਊ ਸਕੂਲ ਨੂੰ ਮਹੀਨੇ ਦਾ। ਸਕੂਲ ਵਾਲੇ ਕੀ ਕਰਦੇ ਸੀ, ਅਧਿਆਪਕ ਦੇ ਅਕਾਊਂਟ 'ਚ 7500 ਪਾਉਂਦੇ ਸੀ, 3000 ਰੁਪਇਆ ਅਧਿਆਪਕ ਨੂੰ ਫੜਾਉਂਦੇ ਸੀ, 4500 ਮੁੜ ਕੇ ਆਪਦੇ ਵਾਲੇ 'ਚ ਟ੍ਰਾਂਸਫਰ ਕਰ ਲੈਂਦੇ ਸੀ। ਸੋ ਇਹ ਜਿਹੜਾ ਸਰਕਾਰ ਆ ਗਈ ਉਹ ਅਜਿਹੀ ਗੱਲ ਲੈ ਕੇ ਆਈ ਵੀ ਖਣੀ ਅਸੀਂ ਕਿਸਾਨਾਂ ਦਾ ਭਲਾ ਕਰਨ ਜਾ ਰਹੇ ਹਾਂ, ਲੇਕਿਨ ਕਿਸਾਨਾਂ ਨੂੰ ਕੋਈ ਬਹੁਤਾ ਭਲਾ ਨਹੀਂ ਹੋਇਆ। ਸਗੋਂ ਦੀ ਮਾੜੀ ਗੱਲ ਇਹ ਹੋ ਗਈ ਕਿ ਆੜਤੀਏ ਜਿਹੜੇ ਕਿਸਾਨਾਂ ਨੂੰ ਪੈਸੇ ਦਿੰਦੇ ਸੀਗੇ ਕਿ ਉਹਨੇ ਠੇਕਾ ਪਹਿਲਾਂ ਜ਼ਮੀਨ ਦਾ ਭਰਨਾ ਹੁੰਦਾ ਸੀ, ਉਹ ਦੇਣੋਂ ਬੰਦ ਕਰਤੇ ਉਹਨਾਂ ਨੇ। ਉਹ ਕਹਿੰਦੇ ਭਾਈ ਜਦੋਂ ਫਸਲ ਤੁਸੀਂ ਵੇਚੋਗੇ ਤੁਹਾਡੇ ਅਕਾਊਂਟ 'ਚ ਆਊ, ਸਾਨੂੰ ਤੁਸੀਂ ਕੀ ਲਈ ਬੈਠੇ ਹੋ? ਤਾਂ ਇਸ ਕਰਕੇ ਸਿੱਧੀ ਅਦਾਇਗੀ ਦਾ ਅਸਰ ਆ ਜਿਹੜਾ ਉਹ ਇਸ ਰੂਪ ਦੇ ਵਿੱਚ ਵੀ ਨਜ਼ਰ ਆ ਰਿਹਾ। ਕਿਸਾਨਾਂ ਦੇ ਲਈ ਇਹ ਕੋਈ ਬਹੁਤਾ ਲਾਹੇਵੰਦ ਸਾਬਤ ਨਹੀਂ ਹੋਇਆ। ਹਜੇ ਤਾਂ ਇਸ ਵਾਰ ਆ ਜਿਹੜਾ ਉਹ 6 ਮਹੀਨੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕਹਿਤਾ ਸੀ ਕਿ ਛੋਟ ਦੇ ਦਿੱਤੀ ਜਾਵੇ। ਅਗਲੀ ਵਾਰ ਜਦੋਂ ਉਹਨੂੰ ਝੋਨੇ ਦੀ ਫਸਲ ਵੇਚਣੀ ਹੈ ਗਿੱਲ ਸਾਹਿਬ, ਉਦੋਂ ਨੂੰ ਜਮਾਬੰਦੀਆਂ ਫਰਦਾਂ ਜਿਹੜੀਆਂ ਸਾਰਾ ਕੁਝ ਆਨਲਾਈਨ ਚੜੂਗਾ, ਔਰ ਜਿੰਨੀ ਕਿਸੇ ਦੇ ਅਕਾਊਂਟ ਦੇ ਵਿੱਚ ਜ਼ਮੀਨ ਹੋਊਗੀ ਉਸ ਦੇ ਹਿਸਾਬ ਦੇ ਨਾਲ ਉਸ ਦੀ ਫਸਲ ਦੀ ਅਦਾਇਗੀ ਹੈ ਜਿਹੜੀ ਉਹਨੂੰ ਹੋਊਗੀ। ਸੋ ਕੁੱਲ ਮਿਲਾ ਕੇ ਮੈਨੂੰ ਜਿੱਥੋਂ ਤੱਕ ਨਜ਼ਰ ਆ ਰਿਹਾ ਕਿ ਸਾਧ ਦੀ ਭੂਰੀ ਦੇ ਉੱਤੇ ਇਕੱਠ ਵਾਲੀ ਗੱਲ ਹੈਗੀ, ਇਹ ਅਸਲ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਟੈਕਸ ਲਾਉਣਾ ਚਾਹੁੰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਮਸਲਾ ਹੀ ਇੱਥੇ ਤੱਕ ਖੜਾ ਗਾ ਕਿ ਜਿਹਦੀ ਨਾਂ ਦੇ ਉੱਤੇ ਜ਼ਮੀਨ ਬੋਲਦੀ ਹੈ, ਜਿਹਦਾ ਕਾਸ਼ਤਕਾਰ ਦਾ ਖਾਨੇ ਦੇ ਵਿੱਚ ਵੀ ਨਾ, ਮਲਕੀਅਤ 'ਚ ਵੀ ਨਾ ਗਾ, ਉਹਨੂੰ ਅਦਾਇਗੀ ਹੋਊਗੀ। ਜਿਹੜਾ ਕਾਸ਼ਤਕਾਰ ਹੋਰ ਆ ਜਾਂ ਤਾਂ ਫਿਰ ਉਹਦੇ ਰੌਲੇ ਪੈਣਗੇ ਜ਼ਮੀਨਾਂ ਦੇ ਗਿੱਲ ਸਾਹਿਬ, ਜਾਂ ਫਿਰ ਇਹ ਹੋਣਾਗਾ ਕਿ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਤਿਆਰੀ ਕਰਨਗੇ ਇਹ। ਜੀ ਬਿਲਕੁਲ ਇਹੀ ਹੋਣਾ। ਅਖੀਰ ਅਖਾੜਿਆਂ ਦੀ ਦੁਸ਼ਮਣੀ ਜਗ ਜ਼ਾਹਿਰ ਹੈ, ਚਾਹੇ ਭਲਵਾਨਾਂ ਦੇ ਅਖਾੜੇ ਹੋਣ, ਚਾਹੇ ਸੰਤਾਂ ਦੇ ਸਾਧਾਂ ਦੇ ਹੋਣ, ਕੁੰਭ ਦੇ ਮੇਲੇ ਤੇ ਲੜ ਪੈਂਦੇ ਆ। ਤੇ ਹੁਣ ਦਿੱਲੀ 'ਚ ਕਹਿੰਦੇ ਭਲਵਾਨ ਲੜ ਪਏ, ਸੁਸ਼ੀਲ ਕੁਮਾਰ 2 ਵਾਰ ਦਾ ਜਿਹਨੇ ਤਮਗਾ ਜਿੱਤਿਆ ਉਹ ਭੱਜ ਗਿਆ ਜੀ। ਜੀ ਗੱਲ ਸਾਹਿਬ, ਇਹ ਬੜੀ ਮਾੜੀ ਗੱਲ ਹੈ ਜਿਹੜੀ ਉਹ ਹੋਈ ਹੈ। ਅੱਧੀ ਰਾਤ ਨੂੰ
ਜਦੋਂ ਕੱਲ ਆਪਾਂ ਗੱਲਬਾਤ ਕਰਕੇ ਹਟੇ, ਉਸ ਤੋਂ ਥੋੜਾ ਟਾਈਮ ਬਾਅਦ ਅੱਧੀ ਰਾਤ ਨੂੰ ਜਿਹੜਾ ਉੱਤਰੀ ਛਤਰਸਾਲ ਸਟੇਡੀਅਮ ਦੇ ਵਿੱਚ ਪਹਿਲਵਾਨਾਂ ਦੀ ਆਪਸ ਵਿੱਚ ਲੜਾਈ ਹੋ ਗਈ। ਲੜਾਈ ਇੰਨੀ ਭਿਆਨਕ ਹੋਈ ਕਿ ਉੱਥੇ ਇੱਕ ਪਹਿਲਵਾਨ ਦੀ ਮੌਤ ਹੋ ਗਈ ਔਰ ਕਈ ਜ਼ਖਮੀ ਹੋ ਗਏ। ਉਸ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਕੀਤੀ ਔਰ ਮੁੱਢਲੇ ਤੌਰ ਦੇ ਉੱਤੇ ਜਿਹੜੀ ਘਟਨਾ ਦੀ ਜਾਂਚ ਕੀਤੀ, FIR ਕੱਟੀ, ਉਹਦੇ ਚ 올림픽 ਤਗਮਾ ਜੇਤੂ ਸੁਸ਼ੀਲ ਕੁਮਾਰ ਦਾ ਨਾਂ ਸ਼ਾਮਲ ਹੈ। ਸੁਸ਼ੀਲ ਕੁਮਾਰ ਲੰਡਨ 올림픽 ਜਿਹੜੀ 2012 ਦੇ ਵਿੱਚ ਹੋਈ ਸੀ, ਉਹ ਚ ਚਾਂਦੀ ਦਾ ਤਗਮਾ ਜਿੱਤਿਆ ਸੀ ਤੇ 4 ਸਾਲ ਪਹਿਲਾਂ ਬੀਜਿੰਗ 올림픽 ਦੇ ਵਿੱਚ ਉਹਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਹੁਣ ਵੀ ਉਹ ਤੋਂ ਬਹੁਤ ਸਾਰੀਆਂ ਆਸਾਂ ਉਮੀਦਾਂ ਨੇ ਜਿਹੜੀਆਂ ਲਾਈਆਂ ਜਾ ਰਹੀਆਂ, ਲੇਕਿਨ ਇਹ ਜਿਹੜਾ ਝਗੜਾ ਹੋਇਆ ਜਿਸ ਚ ਇੱਕ ਦੀ ਮੌਤ ਆ ਜਿਹੜੀ ਉਹ ਹੋਈ ਹੈ, ਉਹ ਕੇਸ ਦੇ ਵਿੱਚ ਇਹ ਫਰਾਰ ਦੱਸਿਆ। ਜੀ ਗੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਪਿਛਲੀ ਗੱਲ ਸਮਝ ਨਹੀਂ ਲੱਗੀ ਵੀ ਲੜਾਈ ਕਿਹੜੀ ਗੱਲੋਂ ਹੋਈ, ਕੱਟੀ ਗਈ ਸੀ ਤੁਹਾਡੀ ਗੱਲ। ਜੀ ਗੱਲ ਸਾਹਿਬ, ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਪਹਿਲਵਾਨਾਂ ਦੀ। ਲੜਾਈ ਦਾ ਕਾਰਨ ਅਜੇ ਤੱਕ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ, ਲੇਕਿਨ ਇਹ 'ਚ ਕਈ ਜਾਣੇ ਜ਼ਖਮੀ ਹੋਏ ਨੇ, ਇੱਕ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਗੱਲ ਸਾਹਿਬ, ਇੱਕ ਮੈਂ ਤੁਹਾਨੂੰ ਅੱਜ ਦੀ ਖਬਰ ਸੁਣਾਉਣਾਗਾ ਕਿ COVID-19 ਦੇ ਸੰਬੰਧੀ ਸਰਕਾਰ ਦਾਅਵੇ ਬਹੁਤ ਕਰ ਰਹੀ ਹੈ। ਪੰਜਾਬ ਦੀ ਸਰਕਾਰ ਬੜੀਆਂ ਗੱਲਾਂ ਕਰ ਰਹੀ ਹੈ। ਹੈਲਥ ਮੁਲਾਜ਼ਮ ਨੇ ਜਿਹੜੇ ਉਹ ਹੜਤਾਲ ਦੇ ਉੱਤੇ ਚੱਲ ਰਹੇ ਨੇ। ਲਗਭਗ 10,000 ਪਲੱਸ ਸਿਹਤ ਕਰਮਚਾਰੀ ਨੇ, ਜਿਨ੍ਹਾਂ 'ਚ ਸਟਾਫ ਨਰਸਾਂ ਵੀ ਨੇ, ਡਾਕਟਰ ਵੀ ਨੇ, ਇਨਮਾ ਵੀ ਨੇ, ਲੈਬ ਟੈਕਨੀਸ਼ੀਅਨ ਵੀ ਨੇ, ਉਹ ਹੜਤਾਲ ਦੇ ਉੱਤੇ ਨੇ। ਸਰਕਾਰ ਉਹਨਾਂ ਦੀਆਂ ਮੰਗਾਂ ਤਾਂ ਮੰਨ ਨਹੀਂ ਰਹੀ। ਔਰ ਮੈਂ ਅੱਜ ਖੁਦ ਗਿੱਲ ਸਾਹਿਬ ਇੱਕ ਦੇਖਿਆ ਕਿ ਡਰਾਈਵਰ, ਇੱਕ ਵੈਨ ਦਾ ਡਰਾਈਵਰ, ਹੈਲਥ ਵਿਭਾਗ ਦੇ ਵਿੱਚ ਵੈਨ ਦਾ ਡਰਾਈਵਰ, ਔਰ ਡਰਾਈਵਰ ਵੀ ਕੱਚਾ, ਉਹਨੂੰ COVID-19 ਦੇ ਜਿਹੜੇ ਕਰੋਨਾ ਵਾਇਰਸ ਦੇ ਸੈਂਪਲ ਲੈਣ ਦੇ ਲਈ ਲਾਇਆ ਹੋਇਆ, ਟੈਸਟ ਕਰਨ ਦੇ ਲਈ ਲਾਇਆ ਹੋਇਆ ਇੱਕ ਡਰਾਈਵਰ ਨੂੰ। ਔਰ ਇਹ ਸਰਕਾਰ ਦੀ ਜਿਹੜੀ ਕਿੰਨੀ ਕੁ ਤਿਆਰੀ ਹੈ, ਕਿੰਨਾ ਕੁ ਸੰਜੀਦਾ ਲੈ ਰਹੀ ਹੈ, ਕਿਹੋ ਜਿਹੇ ਟੈਸਟ ਆ ਰਹੇ ਨੇ, ਕਿਹੋ ਜਿਹੇ ਰਿਜ਼ਲਟ ਆ ਰਹੇ ਨੇ, ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਵੈਸੇ ਵੀ ਸਾਡੇ ਭਾਰਤ ਦੇ ਵਿਦੇਸ਼ ਮੰਤਰੀ S ਜੈਸ਼ੰਕਰ ਹੋਰੀ ਬਰਤਾਨੀਆ ਗਏ ਹੋਏ ਨੇ। ਉਹਨਾਂ ਦੇ ਨਾਲ ਜਿਹੜਾ ਵਫਦ ਗਿਆ ਉਹ 'ਚ 2 ਕਰੋਨਾ ਪੋਜ਼ਿਟਿਵ ਪਾਏ ਗਏ। ਉਸ ਤੋਂ ਬਾਅਦ ਇਸ ਗੱਲ ਦੇ ਉੱਤੇ ਸਵਾਲ ਉੱਠ ਖੜੇ ਕਿ ਭਾਰਤੀ ਵਫਦ ਦੀਆਂ ਜਿਹੜੀਆਂ ਰਿਪੋਰਟਾਂ ਨੇ ਕਰੋਨਾ ਨੈਗੇਟਿਵ ਨੇ, ਔਰ ਜਦੋਂ ਇੱਥੇ ਰਿਪੋਰਟਾਂ ਕਰਾਈਆਂ ਉਹ ਪੋਜ਼ਿਟਿਵ ਆ ਗਈਆਂ। ਤਾਂ ਭਾਰਤ ਜੀ ਗੱਲ ਸਾਹਿਬ, ਧੰਨਵਾਦ ਬਹੁਤ ਬਹੁਤ ਜੀ। ਤੇ ਕੱਲ ਨੂੰ ਸਵੇਰੇ ਫੇਰ 9:15 ਵਜੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਹੋਏਗਾ ਤੇ ਸੋਮਵਾਰ ਨੂੰ ਦੁਬਾਰਾ ਫੇਰ ਚੱਲਾਂਗੇ। ਆਪਣਾ ਖਿਆਲ ਰੱਖੋ, ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਮੌਸਮ ਵੀ ਥੋੜਾ ਖਰਾਬ ਹੈ, ਸ਼ਾਇਦ ਲਾਈਨ ਵੀ ਕੱਟ ਰਹੀ ਹੋਊਗੀ, ਪੈ ਰਿਹਾ ਪੰਜਾਬ ਦੇ ਵਿੱਚ ਜੀ। ਧੰਨਵਾਦ ਬਹੁਤ ਬਹੁਤ ਨਵਕਰਨ, ਧੰਨਵਾਦ। ਮਰਦਮਸ਼ੁਮਾਰੀ ਹੋ ਰਹੀ ਹੈ। ਮਰਦਮਸ਼ੁਮਾਰੀ ਦੇ ਵਿੱਚ ਜਦ ਧਰਮ ਵਾਲੇ ਖਾਨੇ 'ਚ ਜਾਂਦੇ ਆ, ਉੱਥੇ ਕੱਲ ਹੈਰਾਨ ਹੋ ਗਿਆ ਮੈਂ ਜਦ ਕੋਈ ਪਹੁੰਚਿਆ ਉੱਥੇ। ਧਰਮਾਂ ਵਾਲੇ ਖਾਨੇ 'ਚ ਜਿੱਥੇ ਸਿੱਖਿਜ਼ਮ ਲਿਖਿਆ, ਉੱਥੇ ਸਿੱਖਿਜ਼ਮ ਵੱਡਾ ਲਿਖਿਆ, ਉਹਦੇ ਥੱਲੇ ਸਿੱਖ, ਸਿੱਖ ਦੇ ਥੱਲੇ ਰਵਿਦਾਸੀਆ ਲਿਖਿਆ ਹੋਇਆ। ਹੋਰ ਵੀ ਧਰਮ ਨੇ, ਟ੍ਰੈਡੀਸ਼ਨਲ ਨਾਰਥ ਅਮਰੀਕਨ ਇੰਡੀਜਨਸ ਆ ਗਿਆ, ਅਦਰ ਰਿਲੀਜਨਸ ਐਂਡ ਸਪਿਰਿਚੁਅਲ ਟ੍ਰੈਡੀਸ਼ਨ। ਜਿਹੜਾ ਅਦਰ ਰਿਲੀਜਨ ਤੇ ਸਪਿਰਿਚੁਅਲ ਟ੍ਰੈਡੀਸ਼ਨ ਦੇ ਵਿੱਚ ਥੱਲੇ ਬਹਾਈ ਆ ਗਏ, ਕਾਡੋਇਸਟ ਆ ਗਏ, ਚਾਈਨੀਜ਼ ਰਿਲੀਜਨ ਆ ਗਿਆ, ਐਨਸੈਸਟਰ ਆ ਗਏ, ਕਨਫਿਊਸ਼ਨ ਆ ਗਿਆ, ਟਾਓਇਸਟ ਆ ਗਿਆ, ਡਰੂਜ਼ ਆ ਗਏ, ਤੇ ਉਸ ਤੋਂ ਅੱਗੇ ਜੈਪਨੀਜ਼ ਰਿਲੀਜਨ ਤੇ ਸਪਿਰਿਚੁਅਲ ਟ੍ਰੈਡੀਸ਼ਨ, ਉਹਦੇ ਨਾਲ ਜੈਨ ਲਿਖਿਆ ਹੋਇਆ। ਜੈਨ ਧਰਮ ਇੱਕ ਵੱਲੋਂ ਅੱਡ ਕਰਕੇ ਪਾਤਾ। ਇਹ ਜਿਹੜਾ ਅੰਕੜਾ ਵਿਭਾਗ ਹੈ, ਅੰਕੜੇ ਵਿਭਾਗ ਦੇ ਮੁਖੀ ਨੇ ਜਿਹੜੇ ਅਨਿਲ ਅਰੋੜਾ ਜੀ ਨੇ। ਅਨਿਲ ਅਰੋੜਾ ਜੀ ਭਾਰਤ ਤੋਂ ਨੇ, ਓਬਵੀਅਸਲੀ, ਹੋ ਸਕਦਾ ਪੰਜਾਬੀ ਹੋਣ, ਤੇ ਮੇਰੇ ਖਿਆਲ ਜੇ ਕਿਤੇ ਲਿਖਤੀ ਕੋਈ ਗੜਬੜ ਵੀ ਹੋ ਗਈ ਹੋਵੇ, ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖ ਧਰਮ ਦੇ ਵਿੱਚ ਸਿੱਖ ਤੇ ਉਹਦੇ ਬਾਅਦ ਰਵਿਦਾਸੀਏ ਕੀ ਸਿੱਖ ਧਰਮ ਤੋਂ ਬਾਹਰ ਨੇ, ਜਾਂ ਫਿਰ ਉਹਨਾਂ ਦੇ, ਕਿਉਂਕਿ ਫਿਰ ਤਾਂ ਤੁਸੀਂ ਜ਼ਾਤ 'ਤੇ ਲੈ ਕੇ ਆਏ। ਫਿਰ ਸਿੱਖ ਦੇ ਥੱਲੇ ਫਿਰ ਜੱਟ ਲਿਖਿਆ ਹੋਊ, ਰਵਿਦਾਸੀਏ ਲਿਖੇ ਹੋਣਗੇ, ਮਹਿਰੇ ਲਿਖੇ ਹੋਣਗੇ, ਰਾਜੇ ਲਿਖੇ ਹੋਣਗੇ, ਇਸ ਤਰ੍ਹਾਂ ਲਿਖਣਗੇ। ਫਿਰ ਇਹ ਗੱਲ ਮੇਰੇ ਸਮਝ ਤੋਂ ਬਾਹਰ ਹੈ। ਜੇ ਕਿਸੇ ਨੇ ਇਹ ਪੜ੍ਹਿਆ ਹੋਵੇ ਤੇ ਉਸ 'ਤੇ ਤੁਸੀਂ ਇਹਨੂੰ ਇਹਦੇ ਬਾਰੇ ਮਾੜਾ ਜਿਹਾ ਕੁਛ ਦੱਸੋ।
ਕਿ ਇਸ਼ੂ ਇਹਦੇ 'ਚ ਕੀ ਹੋ ਸਕਦਾ, ਕੀ ਸਾਡਾ ਜਿਹੜਾ ਰਵਿਦਾਸੀਆ ਭਾਈਚਾਰਾ, ਠੀਕ ਹੈ ਆਪਾਂ ਬਹੁਤ ਵਾਰ ਜ਼ਾਤ ਪਾਤ ਦੇ ਖਿਲਾਫ ਪ੍ਰੋਗਰਾਮਾਂ 'ਚ ਗੱਲ ਕੀਤਾ ਕਿ ਅਸੀਂ ਇਹਨਾਂ ਨੂੰ ਜ਼ਾਤ ਦੇ ਨਾਂ 'ਤੇ ਜਦ ਧੱਕ ਦਿੱਤਾ, ਸੋ ਕਾਲਡ ਜੱਟਇਜ਼ਮ ਨੇ ਧਰਮ ਦੀ ਗੱਲ ਕਰਤੀ ਕਿ ਅਸੀਂ ਉਹ ਸਿੱਖ ਹਾਂ, ਉਹਦੇ ਵਿੱਚੋਂ ਗੁਰਦੁਆਰੇ ਆ ਗਏ। ਗੁਰਦੁਆਰੇ ਉੱਥੇ ਤਾਂ ਜਿੱਥੇ ਤਾਂ ਭਾਂਡੇ ਪਰਾਂ ਸੜਦੇ ਸੀ ਉੱਥੇ ਤਾਂ ਰਹਿਣੇ ਸੀ, ਇੱਥੇ ਵੀ ਗੁਰਦੁਆਰੇ ਨੇ ਸਾਡੇ, ਕਿਉਂਕਿ ਉਹਦੇ ਪਿੱਛੇ ਕਾਰਨ ਹੈ। ਰਾਮਗੜੀਆਂ ਦੇ ਗੁਰਦੁਆਰੇ, ਆਹ ਗੁਰਦੁਆਰੇ, ਉਹ ਗੁਰਦੁਆਰੇ, ਅਲੱਗ-ਅਲੱਗ ਨਾਂ ਪਾਤੇ ਅਸੀਂ, ਉਹਦੇ ਪਿੱਛੇ ਕੋਈ ਕਾਰਨ ਨੇ, ਇਸ ਤਰ੍ਹਾਂ ਨਹੀਂ ਪਏ। ਐਵੇਂ ਨਹੀਂ ਹਾਰ ਕੇ ਜਿਹੜੀਆਂ ਜੇਠ ਨਾਲ ਲੱਗਦੀਆਂ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ। ਸੋ ਇਹ ਹੁਣ ਅੰਕੜਾ ਜਿਹੜਾ ਅੰਕੜਾ ਵਿਭਾਗ ਹੈ, ਕੀ ਉਹਨੇ ਟਪਲਾ ਖਾਧਾ ਜਾਂ ਇਸ ਨੂੰ ਮੰਨਿਆ ਹੀ ਇਸ ਤਰ੍ਹਾਂ ਜਾਏਗਾ? 604 204 0600 ਸਿੱਖਿਜ਼ਮ ਦਾ ਸ਼ਬਦ ਲਿਖ ਕੇ, ਸਿੱਖਿਜ਼ਮ ਦੇ ਸ਼ਬਦ ਥੱਲੇ ਸਿੱਖ ਹੈ ਤੇ ਫਿਰ ਰਵਿਦਾਸੀਏ ਲਿਖਿਆ ਹੋਇਆ। ਜ਼ਾਤ ਦੇ ਤੌਰ ਤੇ ਸਿੱਖ ਧਰਮ ਨੂੰ ਇਸ ਤਰ੍ਹਾਂ ਵੰਡਣਾ, ਜਾਂ ਸਿੱਖਾਂ ਦੇ ਵਿੱਚ ਤਾਂ ਜ਼ਾਤ ਵਾਲੀ ਕਹਾਣੀ, ਜੇ ਤੁਸੀਂ ਮੂਲ ਧਰਮ ਤੇ ਜਾਓਗੇ ਤਾਂ ਫਿਰ ਪਤਾ ਹੋਣਾ ਚਾਹੀਦਾ ਵੀ ਇਸ ਧਰਮ ਦੇ ਜਿਹੜੀ ਬੇਸਿਕ ਹੈ ਉਹਦੇ 'ਚ ਤਾਂ ਜ਼ਾਤ ਦੀ ਕੋਈ ਗੱਲੇ ਨਹੀਂ। ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਗੁਰੂ ਨੇ, ਬਰਾਬਰ ਕਰਤੇ ਸਿੰਘ ਤੇ ਕੌਰ, 2 ਨਾਂ ਨੇ ਲਾਸਟ। ਤੇ ਹਾਂ, ਪ੍ਰੈਕਟੀਕਲ ਉਹ ਆਪਾਂ ਨੂੰ ਪਤਾ ਹੈ ਬਈ ਪੰਜਾਬ ਦੇ ਵਿੱਚ ਪ੍ਰੈਕਟੀਕਲ ਕੀ ਹੈ, ਬਈ ਜੱਟ ਅਲੱਗ ਰਹਿੰਦੇ ਆ, ਰਵਿਦਾਸੀਆਂ ਨੂੰ ਅਲੱਗ ਏਰੀਆ ਦਿੱਤਾ ਹੋਇਆ, ਹੋਰ ਜ਼ਾਤਾਂ ਅਲੱਗ ਨੇ, ਪਰ ਉਹਨੂੰ ਧਰਮ ਦੇ ਥੱਲੇ ਪਾਇਆ ਜਾਏਗਾ, ਇਸ ਦੀ ਗੱਲ ਸਮਝ ਨਹੀਂ ਆਈ। ਜੇ ਤੁਹਾਡੀ ਪਕੜ 'ਚ ਹੋਵੇ ਤਾਂ ਦੱਸਿਓ। 604 204 0600 ਇਹਦੇ ਪਿੱਛੇ ਕੀ ਹੋ ਸਕਦਾ, ਇਹ ਕਿੱਥੋਂ ਗੱਲ ਨਿਕਲ ਕੇ ਆਈ? ਤੇ ਜੇ ਜ਼ਾਤ ਦੇ ਤੌਰ ਤੇ ਕਰਨਾ ਹੈ ਫਿਰ ਤਾਂ ਹੋਰ ਬਹੁਤ ਧਰਮ 'ਚ ਜ਼ਾਤਾਂ ਨੇ, ਸਿੱਖ ਧਰਮ 'ਚ ਜਿਹੜੇ ਸਿੱਖ ਫੇਥ ਨੂੰ ਸੋ ਇਹ ਜਿਹੜੀ ਥੋੜ੍ਹੀ ਜਿਹੀ ਸਮਝਣ ਦੀ ਮੈਂ ਕੋਸ਼ਿਸ਼ ਕਰਦਾ, ਤੁਸੀਂ ਵੀ ਦੱਸਿਓ। ਭਗਤ ਰਾਮ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੂੰ ਚਾਹੀਦਾ ਸੀ ਕਿ ਜਿੰਨੇ ਵੀ ਧਰਮ ਹੈ ਉਹਨਾਂ ਨੂੰ ਲੈਣਾ ਚਾਹੀਦਾ, ਜਿੱਦਾਂ ਸਿੱਖ ਹੈ, ਹਿੰਦੂ ਹੈਗਾ, ਜੈਨ ਵੀ ਅਲੱਗ ਹੈਗੇ ਆ, ਬਹੁਤ ਅਲੱਗ ਹੈਗੇ ਆ, ਮੁਸਲਮਾਨ ਅਲੱਗ ਹੈਗੇ ਆ। ਏਦਾਂ ਦੀਆਂ ਜਾਤਾਂ ਜਿਹੜੀਆਂ ਮੋਟਾ ਹੈਗਾ ਉਹ ਲੈਣਾ ਚਾਹੀਦਾ। ਇਹ ਤਾਂ ਇੰਟਰਨੈਸ਼ਨਲ 'ਚ ਕਿਸੇ ਦਾ ਜਾਂ ਨੈਸ਼ਨਲ 'ਚ ਵੀ ਨਾ ਹੈ ਨਹੀਂ। ਇੰਡੀਆ 'ਚ ਵੀ ਤੁਸੀਂ ਦੇਖ ਲਓ, ਓਬਵੀਅਸਲੀ ਕਦੀ ਵੀ ਤੁਹਾਨੂੰ ਇਹ ਰਾਜੇ ਕਹਿੰਦੇ ਹੈਗੇ ਆ, ਨਵੇਂ ਜਿਹੜੇ ਹੋ ਗਏ ਰਾਜੇ ਹੋਣਗੇ, ਫਿਰ ਮੇਰੇ ਜਿਹੜੇ ਪਾਣੀ ਭਰਦੇ ਝੀਰ ਜਿਹਨਾਂ ਨੂੰ ਕਹਿੰਦੇ ਆ ਜੀ, ਉਹਦੇ ਬਾਅਦ ਕਿੰਨੀਆਂ ਜਾਤਾਂ ਹੈਗੀਆਂ। ਫਿਰ ਇਹ ਬੰਦਾ ਬਦਮਾਸ਼ੀ ਕੀਤੀ ਹੈ ਇਹਨੇ, ਇਹਨੂੰ ਲੈਸਨ ਸਿਖਾਉਣਾ ਚਾਹੀਦਾ ਕਿ ਤੂੰ ਇੱਥੇ ਆ ਕੇ ਵੀ ਜਾਤਾਂ ਫਾਤਾਂ ਸ਼ੁਰੂ ਕਰ ਦਿੱਤੀਆਂ। ਜੇ ਦੇਖਿਆ ਜਾਵੇ, ਮੈਂ ਤਾਂ ਹੁਣ ਉਹ ਨਾਂ ਮੈਂ ਪੜ੍ਹਿਆ ਵੀ ਅੰਕੜਾ ਵਿਭਾਗ ਦੇ ਮੁਖੀ ਕੌਣ ਨੇ, ਅਨਿਲ ਅਰੋੜਾ ਜੀ ਨੇ। ਅਨਿਲ ਅਰੋੜਾ ਜੀ ਭਾਰਤ ਤੋਂ ਨੇ? ਨਹੀਂ, ਉਹਨਾਂ ਨੂੰ ਪੁੱਛੋ ਕਿ ਅਰੋੜਾ ਕਿਹੜੀ ਜਾਤ ਦਾ ਹੈਗਾ। ਜਰਾ ਪੁੱਛੋ ਕਿ ਅਰੋੜਾ ਤੁਸੀਂ ਕਿਹੜੀ ਜਾਤ ਦੇ ਆ। ਭਾਪਿਆਂ ਚ ਕੀ ਉਹਨੂੰ ਕਹਿੰਦੇ ਹੈਗੇ ਆ, ਇੱਕ ਹੋਰ ਜਾਤ ਹੈਗੀ ਨਾ ਇੱਧਰ ਤੁਹਾਡੇ ਗੁਜਰਾਤ ਵਾਲਾ, ਗੁਜਰਾਤੀ ਹੈ ਜੀ, ਫਲਾਨਾ ਜੀ, ਧਮਕੜਾ ਜੀ, ਹਜ਼ਾਰਾਂ ਹੈਗੀਆਂ। ਲੇਕਿਨ ਮੇਨ ਜਿਹੜੇ ਹੈ ਸਾਡੇ ਮੇਨ ਧਰਮ ਨੇ, ਜੇ ਧਰਮ ਲੈਣਾ ਤਾਂ ਸਿੱਖ ਆ, ਹਿੰਦੂ ਆ। ਅੱਛਾ ਭਗਤ ਰਾਮ ਜੀ, ਜੈਨ ਨੂੰ ਧਰਮ ਦੇ ਤੌਰ ਤੇ ਜੈਨੀਆਂ ਨੂੰ ਅਲੱਗ ਮੰਨਿਆ ਜਾਊਗਾ ਜਾਂ ਹਿੰਦੂਆਂ ਦੇ ਵਿੱਚੋਂ ਮੰਨਿਆ ਜਾਊ? ਬੋਧੀ ਔਰ ਜੈਨੀ ਅਲੱਗ ਨੇ। ਠੀਕ। ਅੱਛਾ, ਇਹ ਸ਼ਰਾਰਤ ਹੋਈ ਆ ਜੀ ਫਿਰ ਭਗਤ ਰਾਮ ਜੀ, ਤੁਸੀਂ ਸੋਚਦੇ ਹੋ? ਹਾਂਜੀ, ਇਹ ਸ਼ਰਾਰਤ ਹੋਈ ਆ ਫਿਰ? ਇੱਕਦਮ ਸ਼ਰਾਰਤ। ਅਸੀਂ ਰਾਜਪੂਤ ਹੈ ਲੇਕਿਨ ਅਸੀਂ ਲਿਖਦੇ ਸਿੱਖ ਹੈ ਜੀ। ਅਸੀਂ ਪ੍ਰਹਾਰ ਪਰਮਾਰ ਜਿੰਨੇ ਵੀ ਹੈ ਸਾਰੇ ਬਿਲਕੁਲ ਹੈ, ਸਿੰਘ ਲਾਉਨੇ ਹੋ, ਰਾਜਪੂਤਾਂ ਚ ਆਉਂਦੇ ਆ ਪਿਓਰ, ਲੇਕਿਨ ਅਸੀਂ ਲਿਖਦੇ ਸਿੱਖ। ਹਾਂਜੀ, ਸਾਡੇ ਉਰੇ ਜਿੰਨੇ ਵੀ ਆ, ਇੱਕ ਭਰਾ ਸਾਡਾ ਸਿੱਖ ਹੈ, ਦੂਸਰਾ ਮੁੰਡਾ। ਬਿਲਕੁਲ ਜੀ, ਜਸਵਾਲ ਪਰਮਾਰ ਨੇ, ਪ੍ਰਿਹਾਰ ਨੇ, ਗੋਤ ਲਿਖਦੇ ਨੇ, ਸਾਰਾ ਵਿੱਚ ਸਿੰਘ ਲਿਖਦੇ ਨੇ। ਪਰਮਜੀਤ ਸਿੰਘ, ਲਾਈਨ ਨੰਬਰ 2। ਹਾਂਜੀ ਗੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਾਈ ਚਾਂਸ ਮੈਂ ਸੈਰ ਕਰਦਾ, ਰੇਡੀਓ ਲਾ ਲਿਆ
ਤੇ ਆਹ ਤਾਂ ਗੱਲ ਬਹੁਤ ਮਾੜੀ ਹੈ ਜਿਹੜੀ ਮੈਂ ਹਜੇ ਪੜ੍ਹੀ ਵੀ ਨਹੀਂ ਖੈਰ ਉਹ, ਪਰ ਤੁਸੀਂ ਠੀਕ ਹੀ ਕਹਿੰਦੇ ਆ ਜੀ। ਮੇਰੇ ਕੋਲ ਪੇਪਰ ਹੈ, ਮੈਨੂੰ ਭੇਜਿਆ ਰਾਤ ਕਿਸੇ ਨੇ। ਹਾਂ ਨਹੀਂ ਬਿਲਕੁਲ ਬਹੁਤ ਗਲਤ ਗੱਲ ਹੈ ਇਹ ਸਾਨੂੰ ਬਦਲਾਉਣਾ। ਉਹ ਬੰਦਾ ਹੈਗਾ ਮਤਲਬ ਕੀ ਕਹਿ ਲਈਏ ਉਹਨੂੰ, ਹਨਾ। ਉਹ ਮਤਲਬ ਵੀ ਹੋ ਸਕਦਾ RSS ਦਾ ਬੰਦਾ ਕਿ ਚਲੋ ਨਾ ਵੀ ਨਾ ਲਈਏ, ਪਰ ਉਹ ਪਾੜਨ ਵਾਲਾ ਸਾਨੂੰ ਹੈਗਾ। ਸਿੱਖ ਤਾਂ ਸਿੱਖ ਹੈ, ਹਨਾ। ਅਸੀਂ ਤਾਂ ਮਟਾਉਣੇ ਆ, ਇੱਥੇ ਘਟਾਉਣੇ ਆ, ਤੇ ਉਹ ਬੰਦਾ ਸਾਨੂੰ ਇੱਥੇ ਵੀ ਆ ਕੇ ਪਾੜ ਰਿਹਾ ਹੈਗਾ। ਸਿੱਖ ਦੇ ਸਿੱਖ ਕੁਛ ਵੀ ਹੋਏ ਨਹੀਂ। ਇਹ ਬਿਲਕੁਲ ਤੁਸੀਂ ਸਹੀ ਮੁੱਦਾ ਉਠਾਇਆ। ਸਾਨੂੰ ਇਹ ਮੈਂਬਰਾਂ ਦੇ ਜਿਹੜੇ ਪਾਰਲੀਮੈਂਟ ਮੈਂਬਰ ਆ ਜਾਂ MLA ਉਹਨਾਂ ਇਹ ਸ਼ਰਾਰਤ ਹੈ ਜੀ ਬਹੁਤ ਵੱਡੀ। ਤੁਸੀਂ ਪੰਜਾਬੀ ਲਿਖਾ ਦੋਗੇ, ਪੰਜਾਬੀ ਲਿਖਾਉਣ ਤੋਂ ਬਾਅਦ ਹੁਣ ਰੇਸ਼ਮ ਸੰਧੂ ਉਹਨਾਂ ਨੇ ਮੈਨੂੰ ਹੁਣੇ ਮੈਸੇਜ ਭੇਜਿਆ। ਉਹ ਕਹਿੰਦਾ ਵੀ ਮੈਂ ਫਾਈਲ ਕਰ ਰਿਹਾ ਸੀ ਸੈਂਸਸ ਯੈਸਟਰਡੇ ਤੇ ਕਲੀਅਰਲੀ ਲਿਖਿਆ ਹੈ ਸਿੱਖ ਔਰ ਰਵਿਦਾਸੀਆ, ਓਨਲੀ 2 ਆਪਸ਼ਨ ਟੂ ਚੂਜ਼ ਫਰੋਮ। ਕਮਾਲ ਹੋ ਗਈ। ਗਲਤ ਹੈ ਜੀ, ਬਿਲਕੁਲ ਗਲਤ। ਧੰਨਵਾਦ ਜੀ। ਹੁਣ ਇਹਦੇ ਤੇ ਨਿਗਾਹ ਰੱਖਣ ਦੀ ਗੱਲ ਹੈ। ਜਿਹੜੀਆਂ ਸਭਾ ਸੁਸਾਇਟੀਆਂ ਸੁਣਦੀਆਂ, ਤੁਸੀਂ ਇਹਦੇ ਤੇ ਨਿਗਾਹ ਰੱਖੋ। ਇਹ ਕਹਾਣੀ ਹੈ, ਇਹ ਸਮਥਿੰਗ ਇਜ਼ ਗੋਇੰਗ ਔਨ। ਇਹ ਰੌਟਨ ਐਗ ਦੀ ਸਮੈਲ ਆ, ਸੜੇ ਹੋਏ ਆਂਡੇ ਨੇ ਇਹ। ਖੈਰ ਜੇ ਕੋਈ ਹੋਰ ਬੰਦਾ ਹੋਵੇ, ਕੋਈ ਬ੍ਰੈਂਟ ਹੋਵੇ, ਕੋਈ ਕਿਸੇ ਨੂੰ ਕੋਈ ਰੌਬਰਟਸ ਹੋਵੇ, ਨਹੀਂ ਪਤਾ ਹੋਵੇ। ਅਨਿਲ ਅਰੋੜਾ ਜੀ ਭਾਰਤ ਤੋਂ ਨੇ, ਉਹਨਾਂ ਨੂੰ ਪਤਾ ਨਹੀਂ ਕਿ ਸਿੱਖ ਧਰਮ ਦੇ ਥੱਲੇ ਇਹ ਜ਼ਾਤਾਂ ਨੇ ਜਿਹੜੀਆਂ ਸਿੱਖ ਧਰਮ ਤੇ ਜ਼ਾਤਾਂ, ਮੈਨੂੰ ਕਹਿਣਾ ਔਖਾ ਲੱਗਦਾ, ਅਨਫੋਰਚੂਨੇਟ ਪਾਰਟ ਹੈ। ਜਿਹੜੀਆਂ ਸਦੀਆਂ ਤੋਂ ਚੀਜ਼ਾਂ ਚੱਲੀਆਂ ਆਉਂਦੀਆਂ, ਸਾਹਿਬ ਨੇ ਇੱਕ ਜਗ੍ਹਾ ਇਕੱਠੇ ਕਰਕੇ ਇੱਕ ਬਾਟੇ ਤੋਂ ਅੰਮ੍ਰਿਤ ਛਕਾ ਕੇ ਸਿੰਘ ਤੇ ਕੌਰ ਦੇ ਕੇ ਖਤਮ ਕੀਤੀ। ਪਹਿਲੀ ਪਾਤਸ਼ਾਹੀ ਨੇ ਜਾ ਕੇ ਕਿਹਾ, ਖੰਡਨ ਕੀਤਾ, ਤੁਸੀਂ ਇਹ ਕੀ ਕਰਨ ਲੱਗੇ ਹੋ? ਜੇ ਸਿੱਖ ਹੋ, ਕੋਈ ਧਰਮ ਤੋਂ ਬਿਨਾਂ ਕੋਈ ਜ਼ਾਤ ਨਹੀਂ ਹੈ ਤੁਹਾਡੀ। ਹਰ ਇੱਕ ਧਰਮ ਦਾ ਸਤਿਕਾਰ ਕਰੋ, ਪਰ ਜ਼ਾਤ ਨਹੀਂ ਹੋ ਸਕਦੀ। ਇਹ ਕੀ ਮਤਲਬ ਸਿੱਖੀਜ਼ਮ ਦੇ ਥੱਲੇ ਸਿੱਖ ਔਰ ਰਵਿਦਾਸੀਆ? ਇਹ ਤਾਂ ਨਵਾਂ ਇੱਕ ਚੀਜ਼ ਹੋ ਗਈ। ਇਹ ਕਿਹੜੀ ਚੀਜ਼ ਆ ਇਹ ਜਿਹੜੀ ਇਹ ਮਰਦਮਸ਼ੁਮਾਰੀ ਹੋ ਰਹੀ ਹੈ? ਸਰ ਰਣਜੀਤ ਸਿੰਘ, ਲਾਈਨ ਨੰਬਰ 1। ਹਾਂ ਗਿੱਲ ਸਾਹਿਬ, ਮੈਂ ਪਰਸੋਂ ਭਰਿਆ ਫਾਰਮ ਜੀ, ਔਰ ਆਪਣੇ ਹੱਥੀਂ ਆਪ ਖੁਦ ਭਰਿਆ। ਲੇਕਿਨ ਮੈਨੂੰ ਤਾਂ ਕਿਤੇ ਨਹੀਂ ਸਿਰਫ ਸਿੱਖ ਹੀ ਦਿਸਿਆ, ਰਵਿਦਾਸੀਆ ਮੈਨੂੰ ਨਹੀਂ ਦਿਸਿਆ। ਐਵੇਂ ਤੁਹਾਨੂੰ ਕਹਾਂ ਇੰਟਰਨੈਟ ਤੇ ਕੰਪਿਊਟਰ ਤੇ ਭਰਿਆ ਨਹੀਂ ਜੀ। ਮੇਰੇ ਕੋਲ ਪੇਪਰ ਹੈ ਜੀ। ਹਾਂ ਮੇਰੇ ਕੋਲ ਹੈ ਜੀ, ਉਹਦਾ ਪੇਪਰ ਹੈ ਮੇਰੇ ਕੋਲ। ਅੱਛਾ ਜੀ, ਮੈਂ ਨਹੀਂ ਜੀ ਐਵੇਂ ਤੁਹਾਨੂੰ ਕਹਾ, ਮੈਂ ਖੁਦ ਭਰਿਆ ਔਰ ਪਰਸੋਂ ਭਰਿਆ, ਔਰ ਮੈਨੂੰ ਕਿਤੇ ਹਾਂ ਚੀਜ਼ ਨਹੀਂ ਆਈ। ਹਾਂ ਸਿੱਖ ਜਾਂ ਸਿੱਖੀਜ਼ਮ ਜ਼ਰੂਰ ਆਇਆ। ਹਾਂ ਸਿੱਖੀਜ਼ਮ ਦੇ ਥੱਲੇ 2 ਤਰੀਕਿਆਂ ਨਾਲ ਉਹ ਲਿਖਿਆ ਜੀ। ਸਿੱਖੀਜ਼ਮ ਲਿਖ ਕੇ ਸਿੱਖੀਜ਼ਮ ਦੇ ਥੱਲੇ ਜਿਹੜਾ ਹੈ ਉਸਦੇ 2 ਲਿਖੇ ਹੋਏ ਨੇ, ਸਿੱਖ ਔਰ ਰਵਿਦਾਸੀਆ। ਨਹੀਂ ਜੀ, ਮੈਂ ਹੁਣ ਬਚਾ ਹੋਊਗਾ। ਹਾਂ ਉਹਦੇ ਨਾਲ ਟ੍ਰੈਡੀਸ਼ਨਲ ਨਾਰਥ ਅਮਰੀਕਨ ਅਦਰ ਰੇਸ਼ਮ ਸੰਧੂ ਉਹਨਾਂ ਨੇ ਲਿਖ ਕੇ ਭੇਜਿਆ ਜੀ। ਉਸੇ ਤਰ੍ਹਾਂ ਹੀ ਉਹ ਕਹਿੰਦੇ ਬਿਲਕੁਲ, ਮੈਂ ਕੱਲ ਰਾਤ ਸੈਂਸਸ ਭਰ ਰਿਹਾ ਸੀ, ਉਹ ਤੇ I was filing census yesterday and clearly says Sikh or Ravidasiya. Only 2 options to choose from. ਇਹ ਹੋ ਸਕਦਾ ਜੀ ਨਵੀਂ ਅਮੈਂਡਮੈਂਟ ਹੋਵੇ, ਲੇਕਿਨ ਮੈਂ ਪਰਸੋਂ ਪਰ ਉਸੇ ਦਿਨ ਆਏ ਸੀ, ਲੇਕਿਨ ਮੈਨੂੰ ਨਹੀਂ ਆਇਆ ਹੈ। ਓਕੇ, ਥੈਂਕ ਯੂ। ਸੰਧੂ ਸਾਹਿਬ, ਲਾਈਨ ਨੰਬਰ 2। ਕਿਸੇ ਨੇ ਹੋਰ ਦੇਖੇ ਨੇ? ਹਾਂਜੀ, ਸਰਦਾਰ ਹਰਜੀਤ ਸਿੰਘ ਜੀ, ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਤੇ ਦੇਖੋ ਜੀ, ਸਿੱਖਾਂ ਦੇ ਵਿੱਚ ਪਾੜੇ ਵਾਲੀ ਗੱਲ ਹੈਗੀ ਆ, ਕਮਾਲ ਵਾਲੀ ਗੱਲ ਹੈਗੀ ਆ ਵੀ ਇਸ ਤਰ੍ਹਾਂ ਇਹ ਲਿਖ ਦੇਣਾ ਇਹਨਾਂ ਨੇ। ਸੋ ਸਾਡੇ ਭਰਾ ਨੇ, ਅਸੀਂ ਸਿੱਖ ਆ, ਸਿੱਖ ਤੇ ਸਿੱਖ ਹੀ ਆ। ਇਹ ਇਹੋ ਜਿਹੀ ਗੱਲ ਕਰ ਦੇਣੀ ਗਲਤ ਬੰਦੇ ਵੱਲੋਂ ਤੇ ਲੋਕਾਂ ਦੇ ਵਿੱਚ ਸਾਡੇ ਵਿੱਚ ਪਾੜਾ ਪਾਉਣਾ, ਇਹ ਬਿਲਕੁਲ ਇਹਦਾ ਆਪਣੇ ਐਕਸ਼ਨ ਲੈਣਾ ਚਾਹੀਦਾ। ਤੇ ਆਪਣੇ ਮੈਂ ਤਾਂ ਕਹਾਂਗਾ ਵੀ ਸਰਦਾਰ ਮੋਤਾ ਸਿੰਘ ਹੋਰਾਂ ਨੂੰ ਵੀ ਦੱਸਣਾ ਚਾਹੀਦਾ ਕਰਕੇ, ਤੇ ਵੀ ਉਹ ਕੋਈ ਨਾ ਹੋ, ਕਿਉਂਕਿ ਚੰਗੇ ਤੁਸੀਂ ਸਾਰੇ ਆਪਾਂ ਰਲ ਕੇ ਐਕਸ਼ਨ ਲਈਏ ਇਹ ਗੱਲ। ਥੈਂਕ ਯੂ, ਧੰਨਵਾਦ ਜੀ। ਨਹੀਂ ਖੈਰ, ਮੈਂ ਇਹ ਨਹੀਂ ਕਹਿੰਦਾ ਬਈ ਅਨਿਲ ਅਰੋੜਾ ਜੀ ਨੇ ਕੁਛ ਜਾਣ ਕੇ ਕੀਤਾ ਜਾਂ ਨਹੀਂ ਕੀਤਾ, ਪਰ ਸਟਿਲ ਉਹ ਇਹਦੇ ਜਿਹੜੇ ਚੀਫ ਜਿਹੜੇ ਨੇ ਉੱਪਰਲੇ ਅੰਕੜਾਕਾਰ ਨੇ, ਉਹਨਾਂ ਦੀ ਇਹ ਜੌਬ ਹੈ, ਉਹਨਾਂ ਦੇ ਕੋਲ ਪੇਪਰ ਆਏ ਹੋਣਗੇ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 3। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਜੀ, ਵੀ ਜਾ ਕੇ ਨਾ ਜੇ ਉਹ ਹੈਡ ਆਫ ਦਾ ਡਿਪਾਰਟਮੈਂਟ ਹੈਗੇ ਆ, ਤੇ ਜਦੋਂ ਇਹ ਸੈਂਸਸ ਜਾਣੇ ਕੋਈ 150 ਪੇਪਰ ਨਹੀਂ ਹੈਗੇ। ਸੈਂਸਸ 2 ਤਰ੍ਹਾਂ ਦੇ ਆ, ਲੌਂਗ ਤੇ ਸ਼ਾਰਟ। ਉਹ ਜਾ ਕੇ ਨਾ ਬਕਾਇਦਾ ਉਹ ਨਹੀਂ ਦੇਖੇ ਹੋਣਗੇ। ਤਾਂ ਜੇ ਹੈਡ ਆਫ ਦਾ ਡਿਪਾਰਟਮੈਂਟ ਨੂੰ ਇੰਨਾ ਵੀ ਨਹੀਂ ਪਤਾ ਵੀ ਇਹ ਕੀ ਤੇ ਇਹਦੇ ਵਿੱਚ ਕੀ ਲਿਖਿਆ ਜਾ ਰਿਹਾ, ਤਾਂ ਫਿਰ ਉਹ ਕਾਹਦੇ ਹੈਡ ਆਫ ਦਾ ਡਿਪਾਰਟਮੈਂਟ ਹੈਗੇ ਆ? ਬਹੁਤ ਵੱਡੀ ਇੱਕ ਸ਼ੈਤਾਨੀ ਹੋ ਰਹੀ ਆ ਸਾਡੇ ਨਾਲ।
ਉੱਥੇ ਤਾਂ ਧੱਕਾ ਹੁੰਦਾ ਇੱਥੇ ਆ ਕੇ ਵੀ ਸਾਡੇ ਨਾਲ ਇਹੋ ਜਿਹੜਾ ਆ ਪਾੜਾ ਪਾਇਆ ਜਾ ਰਿਹਾ। ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਵੀ ਜਿਹੜਾ ਉੱਥੇ ਜਾਤ ਪਾਤ ਚੱਲਦਾ ਹੈ, ਜਾਤ ਪਾਤ ਸਾਨੂੰ ਇਹਨਾਂ ਨੇ ਦਿੱਤਾ ਹੈਗਾ ਹੈ, ਮਨੂ ਸਿਮਰਤੀ ਚੋਂ ਆਇਆ। ਬਿਲਕੁਲ ਸਿੱਖ ਧਰਮ ਜਿਹੜਾ ਹੈ ਇੱਕ ਬਾਟੇ ਚ ਅੰਮ੍ਰਿਤ ਛਕਾਉਂਦੇ, ਉੱਥੇ ਜਾਤ ਪਾਤ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਆ। ਮੈਂ ਇੱਥੇ ਆ ਕੇ ਸਿੰਘ ਨਾਂ ਰੱਖਿਆ ਲਾਸਟ, ਦੂਜਾ ਬਾਕੀ ਨਹੀਂ ਰੱਖਿਆ। ਤੇ ਰੇਡੀਓ ਤੇ ਮੈਂ ਇੱਕ ਵਾਰੀ ਟਾਕ ਸ਼ੋ ਵੀ ਚੱਲਦਾ ਸੁਣਿਆ ਇਸੇ ਰੇਡੀਓ ਤੇ ਵੀ ਜੀ ਦੇਖੋ ਇਹ ਤਾਂ ਫਿਰ ਜੇ ਸਿੰਘ ਹੋ ਜਾਣਗੇ ਇਹ ਤਾਂ ਜੀ ਦੂਜਾ ਕਿੰਨਾ ਫਿਰ ਔਖਿਆਈ ਹੋ ਜੂਗੀ ਗੌਰਮੈਂਟ ਨੂੰ, ਇਹ ਫਿਰ ਰਲ ਜਾਣਗੇ ਜੀ। ਰਲ ਤਾਂ ਮੈਂ 95 ਦੇ ਵਿੱਚ ਆਇਆ, ਮੈਂ ਟਰੱਕ ਚਲਾਉਣ ਲੱਗਾ, ਮੈਨੂੰ ਸਕੇਲ ਦੇ ਉੱਤੇ ਰੋਕ ਲਿਆ। ਮੇਰਾ ਨਾਮ ਪ੍ਰਭਜੋਤਪਾਲ ਸਿੰਘ ਆ, ਬਹੁਤ ਰੇਅਰ ਨਾਂ ਹੈਗਾ ਆ। ਮੈਨੂੰ ਉੱਥੇ ਰੋਕ ਲਿਆ ਸੀ ਵੀ ਭਾਈ ਇੱਥੇ ਬੈਠ, ਤੇਰੇ ਨਾਂ ਦੇ ਬਰੰਟ ਨਿਕਲੇ ਆ। 2 ਘੰਟਿਆਂ ਬਾਅਦ ਛੱਡਿਆ ਸੀ ਵੀ ਦੂਜਾ ਕਿੰਨਾ ਸੌਰੀ ਮਿਸ ਅੰਡਰਸਟੈਂਡਿੰਗ ਹੋ ਗਈ। ਉਹ ਪ੍ਰਭਜੋਤ ਹੁਣ ਥੋੜਾ ਕਾਮਨ ਹੋਣ ਲੱਗਾ ਆ, ਪਹਿਲਾਂ ਪ੍ਰਭਜੋਤ ਵੀ ਨਾਂ ਬਹੁਤ ਦੂਜਾ ਰੇਅਰ ਸੀਗਾ। ਤੇ ਜੇ ਮੇਰਾ ਨਾਂ ਰਲ ਸਕਦਾ ਹੈ ਤੇ ਬਾਕੀ ਵੀ ਸਾਰੇ ਰਲ ਸਕਦੇ ਆ। ਇਹ ਕਹਿਣਾ ਵੀ ਜੇ ਨਾਂ ਰਲਦੇ ਆ ਜੀ ਇਹੋ ਸਿੰਘ ਕਰਕੇ ਦੂਜਾ ਮਿਕਸ ਅਪ ਹੋ ਜਾਊਗਾ, ਇਹ ਐਕਸਕਿਊਜ਼ ਵਰਤਿਆ ਜਾ ਰਿਹਾ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਸਾਨੂੰ ਪ੍ਰੋਐਕਟਿਵ ਹੋਣਾ ਚਾਹੀਦਾ ਆ, ਐਕਸ਼ਨ ਲੈਣਾ ਚਾਹੀਦਾ ਆ, ਸਿੰਘ ਵਰਤਣਾ ਚਾਹੀਦਾ, ਜਾਤ ਪਾਤ ਤੋਂ ਉੱਤੇ ਉੱਠਣਾ ਚਾਹੀਦਾ। ਜੇ ਕੱਲ ਨਹੀਂ ਹੋਇਆ, ਸਾਡੇ ਵੱਡੇ ਵਡੇਰੇ ਕਰਦੇ ਆ, ਇਹਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਵੀ ਉਹੀ ਕੁਛ ਕਰਾਂ। ਜਿਹੜੀ ਗਲਤੀ ਹੋ ਗਈ ਆ, ਜਿਹੜਾ ਕੈਨੇਡਾ ਦੀ ਪਾਰਲੀਮੈਂਟ ਵਿੱਚ 100 ਸਾਲ ਬਾਅਦ ਕਾਮਾਗਾਟਾ ਮਾਰੂ ਦੀ ਮਾਫੀ ਮੰਗੀ ਗਈ, ਚਾਈਨੀਜ਼ ਤੋਂ ਮਾਫੀ ਮੰਗੀ ਗਈ, ਜਿਹੜੇ ਇੱਥੇ ਦੇ ਲਾਲ ਭਾਰਤੀ ਹੈਗੇ ਉਹਨਾਂ ਤੋਂ ਮਾਫੀ ਮੰਗੀ ਗਈ। ਜਿਹੜੀਆਂ ਗਲਤੀਆਂ ਆ ਉਹਨਾਂ ਨੂੰ ਸੁਧਾਰਿਆ ਜਾਂਦਾ, ਨਾ ਕਿ ਜਿਹੜੀ ਗਲਤੀ ਹੋ ਗਈ ਉਹ ਅਸੀਂ ਜਾਰੀ ਰੱਖਣੀ ਆ। ਬਿਲਕੁਲ ਜੀ, ਥੈਂਕ ਯੂ। ਨੀਰਜ ਜੀ ਲਾਈਨ ਨੰਬਰ 1। ਨੀਰਜ ਜੀ। ਸੁਖੀ ਜੀ ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਕੱਲ ਵੀ ਸ਼ੇਅਰ ਕਰਦੇ ਸੀ ਨਾ, ਆਪਾਂ ਨੂੰ ਇਹ ਭਰਨਾ ਚਾਹੀਦਾ। ਪਰ ਮੈਂ ਜਦੋਂ ਭਰਿਆ ਸੀਗਾ, ਮੈਂ ਆਪਣੇ ਡਾਕਟਰ ਦੇ ਨਾਲ ਬੈਠਾ ਸੀਗਾ, ਮੈਂ ਇਹ ਪਾਰਟ ਦੇਖਿਆ ਨਹੀਂ। ਐਕਚੁਅਲੀ ਸਿਸਟਮ ਤਾਂ ਆਇਆ ਨਹੀਂ, ਜਾਂ ਮੈਂ ਡੀਟੇਲ ਦੇ ਵਿੱਚ ਗਿਆ ਨਹੀਂ। ਨੋ, ਇਹ ਫਰਦਰ ਜਾਂ ਤੁਸੀਂ ਡੀਟੇਲ ਜਿਹੜਾ ਸ਼ਾਰਟ ਨਹੀਂ ਲੌਂਗ ਜਿਹੜਾ ਭਰਨਾ ਉਹਦੇ ਚ ਹੋਣਾ ਹੈ ਮੈਨੂੰ ਲੱਗਦਾ। ਹਾਂਜੀ, ਮੈਂ ਆਨਲਾਈਨ ਭਰਿਆ ਸੀਗਾ। ਆਨਲਾਈਨ ਹੀ ਭਰ ਹੋਣਾ ਜੀ। ਅੱਛਾ ਜੀ, ਹਾਂਜੀ, ਨਹੀਂ ਉਹਦੇ ਵਿੱਚ ਨਹੀਂ ਸੀ ਆਇਆ। ਸੋ ਪਰ ਇਹ ਬਹੁਤ ਮਾੜੀ ਗੱਲ ਆ ਜੀ, ਆਪਾਂ ਨੂੰ ਇੱਕ ਵੰਡਣ ਦਾ ਇੱਕ ਹੋਰ ਜ਼ਰੀਆ ਖੇਡਿਆ ਜੀ ਇਹਨਾਂ ਨੇ। ਸੋ ਇਹਦੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਆਵਾਜ਼ ਚੱਕਣੀ ਚਾਹੀਦੀ ਜੀ। ਸਰ ਰਣਜੀਤ ਸਿੰਘ ਉਹਨਾਂ ਦੀ ਵੀ ਗੱਲ ਸਹੀ ਹੈ ਕਿ ਪਹਿਲੇ ਚ ਨਹੀਂ ਆਉਂਦਾ, ਉਹ ਜਿਹੜਾ ਲੌਂਗ ਫਾਰਮ ਹੈ ਉਹਦੇ ਚ ਨਾ ਹੋਵੇ। ਫਿਰ ਇਹਦਾ ਮਤਲਬ ਮੈਂ ਹੁਣੇ ਫੋਨ ਆਇਆ ਮੈਨੂੰ ਸਾਡੇ ਦੋਸਤ ਦਾ, ਉਹ ਕਹਿੰਦੇ ਲੌਂਗ ਦੇ ਵਿੱਚ ਆ ਅੱਗੇ ਜਾ ਕੇ। ਸਿਮਰਨ ਰੰਧਾਵਾ ਜੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਮੈਂ ਵੀ ਪਿਛਲੇ ਵੀਕ ਫਿਲ ਕੀਤਾ, ਪਰ ਮੈਨੂੰ ਵੀ ਨਹੀਂ ਇਹ ਦਿਖਿਆ ਇਹ ਆਪਸ਼ਨ ਜੀ। ਸੋ ਉਹ ਗੱਲ ਤੁਹਾਡੀ ਠੀਕ ਹੋ ਸਕਦੀ ਹੈ ਜੇ ਡਿਟੇਲ ਚ, ਬਟ ਮੈਂ ਬਹੁਤ ਧਿਆਨ ਨਾਲ ਉਹਨੂੰ ਪੜ੍ਹਿਆ, ਸਾਰਾ ਫਿਨਿਸ਼ ਕੀਤਾ। ਸੋ ਇਹ ਸ਼ਾਰਟ ਦੇ ਵਿੱਚ ਨਹੀਂ ਲੌਂਗ ਦੇ ਵਿੱਚ ਹੋਣਾ ਜੀ ਫਿਰ ਇਹ। ਹਾਂਜੀ, ਇੱਕ ਗਿੱਲ ਸਾਹਿਬ ਮੈਂ ਤੁਹਾਨੂੰ ਲਿੰਕ ਭੇਜਿਆ ਸੀ ਜਿਹੜਾ ਇੰਡੀਆ ਤੇ UK ਦਾ MOU ਸਾਈਨ ਹੋਇਆ, ਉਹ ਵੀ ਕਾਫੀ ਇੰਟਰਸਟਿੰਗ ਚੀਜ਼ ਹੈਗੀ ਹੈ। ਉਹਦੇ ਤੇ ਵੀ ਗੱਲ ਕਰਦੇ। ਹਾਂਜੀ, ਠੀਕ ਹੈ ਸਰ, ਥੈਂਕ ਯੂ। ਕੁਝ ਕਾਲਰ ਵੇਟ ਕਰ ਰਹੇ ਨੇ ਜੀ, ਉਹਨਾਂ ਨਾਲ ਮੈਂ ਗੱਲ ਕਰਦਾ ਕਿ ਤੁਸੀਂ ਇਸ ਨੂੰ ਚੈੱਕ ਕੀਤਾ ਹੈ ਕਿ ਵਾਕਿਆ ਹੀ ਇਹਦੇ 'ਚ ਇਸ਼ੂ ਹੈ। ਬਿਕਰਮਦੇਵ ਸਿੰਘ ਜੀ ਲਾਈਨ ਨੰਬਰ 5। ਤੁਸੀਂ ਇਸ ਨੂੰ ਚੈੱਕ ਕੀਤਾ ਹੈ। ਬਿਕਰਮਦੇਵ ਸਿੰਘ ਜੀ। ਲਾਈਨ ਨੰਬਰ 5। ਹੈਲੋ ਸਰ। ਸਰ ਜੁਗਰਾਜ ਸਿੰਘ ਜੀ ਲਾਈਨ ਨੰਬਰ 1। ਜੁਗਰਾਜ ਸਿੰਘ ਜੀ। ਸੋ ਐਨੀਵੇਜ਼ ਇਹ 'ਚ ਪੋਸੀਬਿਲਿਟੀ ਹੈ, ਕਿਉਂਕਿ ਜਦ ਤੱਕ ਤੁਹਾਡੇ ਕੋਲ ਫਾਰਮ ਤੁਸੀਂ ਭਰਦੇ ਨਹੀਂ, ਜਦ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ। ਪਰ ਜਿਨ੍ਹਾਂ ਨੇ ਫਾਰਮ ਭਰੇ ਆ ਉਹਨਾਂ ਨੇ ਇਹ ਦੱਸਿਆ ਕਿ ਸ਼ਾਰਟ ਇੱਕ ਫਾਰਮ ਹੈ, ਇੱਕ ਪਹਿਲਾਂ ਛੋਟਾ ਜਿਹੜਾ 5-7 ਮਿੰਟ ਲੱਗਦੇ ਆ, ਇੱਕ ਤੁਸੀਂ ਅੱਗੇ ਜਾ ਕੇ ਫਾਰਮ ਜਿਹੜਾ ਫਿਲ ਕਰਨਾ, ਜਿਹੜਾ ਡੀਟੇਲਡ ਫਾਰਮ ਹੈ, ਉਹਦੇ 'ਚ ਇਹ ਜ਼ਰੂਰ ਹੋਣਾ ਹੈ। ਕਿਉਂਕਿ ਮੈਨੂੰ 2 ਇਹਦੇ ਵਿੱਚ ਜਿਹੜੇ ਨੇ ਸਕਰੀਨਸ਼ਾਟ ਆਏ ਨੇ, ਕੱਲ੍ਹ ਵੀ ਪਰਸੋਂ ਵੀ। ਅਤੇ ਹੁਣ ਰੇਸ਼ਮ ਸੰਧੂ ਹੋਣੀ ਜਿਹੜਾ ਉਹ ਪੜ੍ਹ ਰਹੇ ਸੀ, ਉਹਨਾਂ ਨੇ ਵੀ ਭਰਿਆ। ਉਹ ਕਹਿੰਦੇ ਹਾਂ ਇਹ ਇਸ਼ੂ ਹੈ। ਅਤੇ ਮੈਂ ਕਾਲਰ ਨਾਲ ਗੱਲਬਾਤ ਕਰ ਲਾਂ ਜੀ, ਫਿਰ ਬ੍ਰਿਜ ਮੋਹਨ ਨਾਲ ਮੈਂ ਗੱਲਬਾਤ ਸ਼ੁਰੂ ਕਰਨੀ ਆ। ਬਿਕਰਮਦੇਵ ਸਿੰਘ ਜੀ ਤੁਸੀਂ ਹੋਲਡ ਕਰਦੇ ਸੀ, ਦੱਸੋ ਜੀ। ਹਾਂ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਜੀ ਵੀ ਇਹ ਨੰਬਰ ਕਿਹੜਾ ਨੰਬਰ ਅਨਾਊਂਸ ਕਰ ਦਿਓ ਜੀ। ਇੱਕ ਵੀ ਅਸੀਂ ਸਾਰੇ ਭਰ ਸਕਦੇ ਹਾਂ ਜਾਂ ਇਕੱਲੇ ਨੂੰ ਆਰਡਰ ਭਰਨਾ ਪਊ ਫੈਮਿਲੀ ਨੂੰ? ਜੀ ਇੱਕੋ ਹੀ ਭਰ ਸਕਦਾ ਸਾਰੇ ਪਰਿਵਾਰ ਦਾ।
ਤੇ ਇਹ ਘਰੇ ਹੀ ਆਉਣਾ ਤੁਹਾਡੇ ਕੋਲ, ਘਰੇ ਤੁਹਾਡਾ ਜਿਹੜਾ ਕੋਡ ਆਉਣਾ ਹੈ, ਉਹ ਕੋਡ ਜਿਹੜਾ ਹੋਏਗਾ ਉਸ ਕੋਡ ਦੇ ਰਾਹੀਂ ਇਸ ਨੂੰ ਭਰਨਾ ਜੀ। ਘਰੇ ਆਉਣਾ, ਫੋਨ ਤੇ ਨਹੀਂ ਪੁੱਛ ਸਕਦੇ ਸਰ? ਨਹੀਂ ਜੀ, ਜੇ ਤੁਹਾਨੂੰ ਨਾ ਆਇਆ ਫਾਰਮ ਤਾਂ ਤੁਸੀਂ ਇੱਕ ਨੰਬਰ ਲਿਖੋ ਜਿੱਥੇ ਤੁਸੀਂ ਫੋਨ ਕਰਕੇ ਮੰਗਾ ਸਕਦੇ ਹੋ। ਓਕੇ ਸਰ, ਦੱਸੋ ਜੀ। 1855 ਠੀਕ ਹੈ ਜੀ, 340 ਠੀਕ ਹੈ ਜੀ, 2021 2021। ਥੈਂਕ ਯੂ ਸਰ। ਹਾਂਜੀ, ਧੰਨਵਾਦ ਜੀ, ਬਹੁਤ ਬਹੁਤ। ਹੁਣੇ ਬ੍ਰਿਜ ਮੋਹਨ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਹਵਾਲੇ ਦਾ ਕੀ ਧੰਦਾ ਹੈ, ਗੱਲਬਾਤ ਹੁਣ ਹੋਗੇ ਵਕੀਲ ਬ੍ਰਿਜ ਮੋਹਨ ਉਹਨਾਂ ਨਾਲ ਚੱਲਣੀ ਹੈ। ਖਬਰਾਂ ਤਾਂ ਜੀ ਸੁਣਾਉਣੀਆਂ ਪੈਂਦੀਆਂ ਨੇ ਸਿੱਧੂ ਸਾਹਿਬ, ਇਹ ਕਾਨੂੰਨ ਦੇ ਹਿਸਾਬ ਨਾਲ ਮੇਰੇ ਵੱਸ ਦੀ ਗੱਲ ਨਹੀਂ। ਪਲੀਜ਼ ਸਾਰਿਆਂ ਸ਼ੋਆਂ 'ਚ ਹੀ ਸੁਣਾਉਂਦੇ ਆ, ਮੈਂ ਇਕੱਲੇ ਨਹੀਂ ਮੇਰੇ 'ਚ ਚੱਲਦੇ, ਤੇ ਪਲੀਜ਼ ਅੰਡਰਸਟੈਂਡ ਕਰਿਓ। ਅੱਗੇ ਵੀ ਮੈਂ ਬਹੁਤ ਵਾਰ ਕਿਹਾ ਗੁੱਡ ਨਿਊਜ਼ ਫॉर द ਲਿਸਨਰਸ ਆਫ ਸ਼ੇਰੇ ਪੰਜਾਬ। ਤੇ ਸੋ ਇਸ ਦੇ ਲਈ ਇਹ ਮਾਫੀ ਹੈ, ਜਿਹੜਾ ਕਰਨਾ ਪੈਣਾ ਉਹ ਕਰਨਾ ਪੈਣਾ। ਉੱਗੇ ਵਕੀਲ ਬ੍ਰਿਜ ਮੋਹਨ ਮੇਰੇ ਨਾਲ ਨੇ ਤੇ ਅੱਜ ਗੱਲਬਾਤ ਉਹਨਾਂ ਨਾਲ ਖਾਸ ਚੱਲਣੀ ਹੈ ਹਵਾਲੇ ਦੇ ਬਾਰੇ। ਬ੍ਰਿਜ ਮੋਹਨ ਜੀ, ਸਵਾਗਤ। ਹੈਲੋ ਜੀ। ਅੱਛਾ ਜੀ, ਘਰਾਂ ਦੀਆਂ ਜਿਉਂ ਹੀ ਕੀਮਤਾਂ ਵੱਧਦੀਆਂ ਨੇ ਤੇ ਕੁਝ ਕਤਲ ਹੁੰਦੇ ਨੇ ਤਾਂ ਉਸੇ ਸਮੇਂ ਹਵਾਲੇ ਵੱਲ ਲੋਕਾਂ ਦੀ ਨਿਗਾਹ ਜਾਂਦੀ ਹੈ। ਸਿਲਵਰ ਇੰਟਰਨੈਸ਼ਨਲ ਵਰਗੀ ਜਾਂ ਬੈਂਕਾਂ $2-2 ਮਿਲੀਅਨ ਇਕੱਠਾ ਕੇਸ ਨਾ ਚਲਾ ਸਕੀ RCMP, ਬੈਗ ਭਰ ਕੇ ਪੰਡਾਂ ਭਰ ਕੇ ਨੋਟਾਂ ਦੀਆਂ ਲਿਬਰਲ ਸਰਕਾਰ ਵੇਲੇ ਆਉਂਦੀਆਂ ਰਹੀਆਂ। ਖਿਊਲਨ ਜਿਹੜੀ ਇਨਕੁਆਇਰੀ ਚੱਲ ਰਹੀ ਹੈ, ਤੁਸੀਂ ਕਿਵੇਂ ਇਸ ਨੂੰ ਸਮਝਾਉਣਾ ਚਾਹੁੰਦੇ ਹੋ? ਹਵਾਲਾ ਜਿਹੜੀ ਤੇ ਮਨੀ ਲਾਂਡਰਿੰਗ, ਇਹ ਹੈ ਕੀ ਹੈ ਜੀ? ਹਰਜੀਤ ਜੀ, ਅਸੀਂ ਹਰ ਰੋਜ਼ ਹੀ ਸੁਣਦੇ ਹਾਂ ਕਿ ਹਵਾਲਾ ਕਿਸ ਤਰ੍ਹਾਂ ਨਾਲ ਕੈਨੇਡਾ 'ਚ ਇੱਕ ਬਹੁਤ ਵੱਡੀ ਮੁਸੀਬਤ ਬਣਦਾ ਜਾ ਰਿਹਾ ਜੀ। ਕੈਨੇਡਾ 'ਚ ਪਿਛਲੇ ਸਾਲ $40 ਬਿਲੀਅਨ 40 ਅਰਬ ਡਾਲਰ ਕਾਲੇ ਧਨ ਨੂੰ ਸਫੈਦ ਬਣਾਇਆ ਗਿਆ ਜੀ। BC ਵਿੱਚ $7 ਬਿਲੀਅਨ ਨਸ਼ਿਆਂ ਦਾ ਜਿਹੜਾ ਕਾਲਾ ਪੈਸਾ ਸੀ ਉਸ ਨੂੰ ਵਾਈਟ ਕੀਤਾ ਗਿਆ। ਕ੍ਰਿਮੀਨਲਸ ਨੇ ਆਪਣਾ ਜਿਹੜਾ ਕਾਲਾ ਪੈਸਾ ਸਫੈਦ ਕਰਨ ਲਈ BC ਦੀ ਜਿਹੜੀ ਰੀਅਲ ਐਸਟੇਟ ਮਾਰਕੀਟ ਹੈ, ਵਹੀਕਲ ਇੰਡਸਟਰੀ ਹੈ, ਕਾਰਾਂ ਵਗੈਰਾ 'ਚ, ਅਤੇ ਕਸੀਨੋ, ਇੱਥੋਂ ਤੱਕ ਕਿ ਜਿਹੜੇ ਕਾਲਜਾਂ ਵਰਗੇ ਵਿਦਿਅਕ ਅਦਾਰੇ ਹੈਗੇ ਆ, ਉਹਨਾਂ ਦੀ ਵੀ ਪੂਰੀ ਵਰਤੋਂ ਕੀਤੀ ਹੈ ਤਾਂ ਕਿ ਉਹ ਆਪਣਾ ਕਾਲੇ ਧਨ ਨੂੰ ਵਾਈਟ ਕਰ ਸਕਣ ਜੀ। ਅੱਛਾ, BC 'ਚ ਇਹਨੂੰ ਜੇ ਆਪਾਂ ਸਪੈਸੀਫਿਕਲੀ ਕਰਨਾ ਦੀ ਗੱਲ ਹੋਵੇ, BC 'ਚ ਕਿਵੇਂ ਹੁੰਦਾ ਜੀ? BC 'ਚ ਇਹ ਧੰਦਾ ਇਸ ਹੱਦ ਤੱਕ ਪਹੁੰਚ ਗਿਆ ਕਿ ਹੋਰ ਦੇਸ਼ਾਂ ਦੀ ਪੁਲਿਸ ਨੇ ਵੀ ਇਸ ਦਾ ਇੱਕ ਨਾਂ ਰੱਖ ਦਿੱਤਾ ਜੀ, ਜਿਹੜਾ ਵੈਂਕੂਵਰ ਮਾਡਲ ਦੇ ਨਾਂ ਨਾਲ ਮਸ਼ਹੂਰ ਹੈ ਜੀ। ਜੇ ਆਪਾਂ ਗੱਲਬਾਤ ਕਰੀਏ ਚਾਈਨਾ ਦੀ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਬਾਹਰ ਜਾਣ ਸਮੇਂ ਵੱਡੀ ਰਕਮ ਨਗਦ ਲਿਜਾਣ ਦੀ ਉਹਨਾਂ ਨੂੰ ਆਗਿਆ ਨਹੀਂ ਦਿੰਦੇ। ਇਸ ਲਈ ਜਿਹੜੇ ਆਪਣਾ ਪੈਸਾ ਬਾਹਰ ਲਿਆਉਣਾ ਚਾਹੁੰਦੇ ਹਨ, ਉਹ ਇਹ ਰਕਮਾਂ ਕ੍ਰਿਮੀਨਲਸ ਨੂੰ ਦੇ ਦਿੰਦੇ ਹਨ, ਜੋ ਇਸ ਧਨ ਨੂੰ ਦੇਸ਼ ਤੋਂ ਬਾਹਰ ਲਿਜਾਣ ਲਈ ਉਹਨਾਂ ਦੀ ਮਦਦ ਕਰਦੇ ਹਨ ਵਾਇਰ ਟ੍ਰਾਂਸਫਰ ਕਰਕੇ। ਇਸ ਤਰ੍ਹਾਂ ਨਾਲ ਇਹ ਕੰਮ ਕੁਝ ਬਿਜ਼ਨਸ ਲੀਡਰਸ ਦੀ ਮਿਲੀ ਭੁਗਤ ਨਾਲ ਹੀ ਕੀਤਾ ਜਾਂਦਾ ਜੀ। ਜਦੋਂ ਇਹ ਮਾਇਆ ਕੈਨੇਡਾ 'ਚ ਪਹੁੰਚ ਜਾਂਦੀ ਹੈ ਤਾਂ ਇਹ ਜਿਹੜੇ ਕ੍ਰਿਮੀਨਲਸ ਨੇ ਉਹ ਆਪਣਾ ਜਿਹੜਾ ਉਹਨਾਂ ਕੋਲ ਬਲੈਕ ਮਨੀ ਹੁੰਦੀ ਹੈ, ਡਰੱਗਸ ਵਗੈਰਾ ਵੇਚ ਕੇ ਪੈਸਾ ਇਕੱਠਾ ਕੀਤਾ, ਉਹ ਬਿਜ਼ਨਸਮੈਨਾਂ ਨੂੰ ਦੇ ਦਿੰਦੇ ਆ, ਤੇ ਜਿਹੜਾ ਬਿਜ਼ਨਸਮੈਨਾਂ ਦਾ ਜਿਹੜਾ ਵਾਇਰ ਟ੍ਰਾਂਸਫਰ ਕੀਤਾ ਮਨੀ ਉਹ ਆਪਣੇ ਕੋਲ ਰੱਖ ਲੈਂਦੇ ਆ। ਉਹ ਇਸ ਕਰਕੇ ਕਿ ਵੀ ਜਿਹੜੇ ਡਰੱਗ ਲੀਡਰਸ ਹੈਗੇ ਇੱਥੇ, ਉਹ ਇਹ ਸਰਕਾਰ ਨੂੰ ਦੱਸ ਸਕਣ ਕਿ ਵੀ ਇਹ ਜਿਹੜਾ ਉਹਨਾਂ ਕੋਲ ਪੈਸਾ ਹੈਗਾ ਉਹ ਕਿੱਥੋਂ ਆਇਆ। ਸੋ ਦੋਨੋਂ ਧਿਰਾਂ ਕੁਛ ਜਿਹੜੇ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੱਤਾ, ਚਾਈਨਾ ਦੇ ਬਿਜ਼ਨਸਿਸ ਤੇ ਪਲੱਸ ਇੱਥੇ ਜਿਹੜੇ ਡਰੱਗ ਲਾਰਡਸ ਬੈਠੇ ਆ ਜੀ। ਬ੍ਰਿਜ ਜੀ, ਇਹ ਦੱਸਿਓ ਕਿ ਅਪਰਾਧੀਆਂ ਨੂੰ ਇਹਦੀ ਲੋੜ ਕਿਉਂ ਪੈਂਦੀ ਹੈ ਜੀ ਫਿਰ ਮਨੀ ਲਾਂਡਰਿੰਗ ਦੀ? ਹਰਜੀਤ ਜੀ, ਜੇ ਤੁਸੀਂ ਪੈਸੇ ਦੀ ਵਰਤੋਂ ਹੀ ਨਹੀਂ ਕਰ ਸਕਦੇ ਤਾਂ ਇਸ ਦਾ ਫਾਇਦਾ ਕੀ ਹੈ? ਸਰਕਾਰਾਂ ਜਾਣਦੀਆਂ ਹਨ ਕਿ ਡਰੱਗਸ ਦਾ ਜਿਹੜਾ ਧੰਦਾ ਆਮ ਤੌਰ ਤੇ ਨਗਦ ਪੈਸਿਆਂ ਨਾਲ ਹੀ ਹੁੰਦਾ, ਕੋਈ ਕ੍ਰੈਡਿਟ ਕਾਰਡ ਤੇ ਨਹੀਂ ਖਰੀਦਦਾ। ਇਸ ਲਈ ਸਰਕਾਰਾਂ ਉਹਨਾਂ ਲੋਕਾਂ ਦੀ ਤਾੜ 'ਚ ਰਹਿੰਦੀਆਂ ਜਿਨ੍ਹਾਂ ਕੋਲ ਪੈਸਾ ਤਾਂ ਬਹੁਤ ਹੈ, ਪਰ ਉਹ ਇਸ ਦਾ ਸਾਧਨ ਨਹੀਂ ਦੱਸ ਸਕਦੇ ਕਿ ਵੀ ਇਹ ਆਪਣੀ ਮਾਇਆ ਆਈ ਕਿੱਥੋਂ ਹੈ ਜੀ। ਇਸ ਲਈ ਅਪਰਾਧੀਆਂ ਨੂੰ ਕੋਈ ਇਹੋ ਜਿਹੇ ਟਿਕਾਣੇ ਦੀ ਲੋੜ ਹੁੰਦੀ ਹੈ ਜਿੱਥੇ ਉਹ ਆਪਣੀ ਇਸ ਕਮਾਈ ਨੂੰ ਸਰਕਾਰ ਦੀਆਂ ਨਜ਼ਰਾਂ ਤੋਂ ਬਚਾ ਕੇ ਸੁਰੱਖਿਅਤ ਢੰਗ ਨਾਲ ਰੱਖ ਸਕਣ। ਕੈਨੇਡਾ 'ਚ ਇਸ ਸੰਬੰਧੀ ਜੋ ਟਿਕਾਣਾ ਉਹਨਾਂ ਲੱਭਿਆ ਉਹ ਹੈ ਕਿਸੇ ਦੇ ਨਾਂ ਤੇ ਘਰ ਖਰੀਦਣਾ, ਅਤੇ ਉਹ ਇਸ ਤਰ੍ਹਾਂ ਦੇ ਖਰੀਦੇ ਹੋਏ ਘਰ ਨੂੰ ਇੱਕ ਕਿਸਮ ਦਾ ਆਪਣੇ ਬੈਂਕ ਦੇ ਅਕਾਊਂਟ ਵਜੋਂ ਹੀ ਵਰਤਦੇ ਆ ਜੀ। ਵੱਡੀਆਂ ਖਬਰਾਂ ਜੀ ਪਿਛਲੇ 1 ਮਹੀਨੇ ਤੋਂ ਚੱਲ ਰਹੀਆਂ ਨੇ। ਬਰੈਂਪਟਨ ਤੇ ਸਰੀ ਦੇ ਵਿੱਚ DEA ਵੱਲੋਂ ਵਾਂਟਡਾਂ ਦੀ ਲਿਸਟ, ਤੇ ਵੱਡੀ ਗੱਲ ਕਿ ਅਮਰੀਕਨ ਤੇ ਮੈਕਸੀਕਨ ਗੈਂਗਸ ਵਿੱਚ ਸ਼ਾਮਲ ਨੇ। ਇਹਦੇ ਬਾਰੇ ਦੱਸੋ ਜੀ। ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਦੁਨੀਆ ਇੱਕ ਆਲਮੋਸਟ ਗਲੋਬਲ ਪਿੰਡ ਬਣ ਕੇ ਰਹਿ ਗਈ ਹੈ ਜੀ, ਅਤੇ ਵਿਸ਼ਵ ਦੇ ਅਲੱਗ-ਅਲੱਗ ਹਿੱਸਿਆਂ ਤੋਂ ਬਹੁਤ ਸਾਰੇ ਵੱਖ-ਵੱਖ ਸਮਗਲਰਸ
ਮਿਲ ਕੇ ਕੰਮ ਕਰ ਰਹੇ ਹਨ। ਅੰਟਾਰੀਓ ਦਾ ਰਹਿਣ ਵਾਲਾ ਗੁਰਕਰਨ ਸਿੰਘ ਇਸ਼ਪਨਾਨੀ ਆਪਰੇਸ਼ਨ ਦਾ ਮੋਹਰੀ ਸੀ, ਜਿੱਥੇ ਮੈਕਸੀਕਨ ਗਰੋਹਾਂ ਦੁਆਰਾ ਵੇਚੇ ਗਏ ਨਸ਼ੇ ਦੇ ਪੈਸੇ ਤੋਂ ਕਮਾਈ ਹੋਈ ਬਲੈਕ ਮਨੀ ਨੂੰ ਵਾਈਟ ਕੀਤਾ ਜਾਂਦਾ ਸੀਗਾ। ਇਹਦਾ ਨਾਂ ਆਪਾਂ ਨਹੀਂ ਲੈ ਰਹੇ, ਇਹ ਥਰੂ ਆਊਟ ਸਾਰੇ ਅਮਰੀਕਨ ਤੇ ਕੈਨੇਡੀਅਨ ਆਊਟਲੈਟ ਜਿਹੜੀਆਂ ਨਿਊਜ਼ ਏਜੰਸੀਆਂ ਉਹਨਾਂ ਦੀ ਸੁਰਖੀਆਂ 'ਚ ਆਇਆ ਜੀ। ਇਸ ਆਪਰੇਸ਼ਨ ਵਿੱਚ ਕੈਨੇਡੀਅਨ, ਅਮਰੀਕਨ ਅਤੇ ਮੈਕਸੀਕਨ ਡਰੱਗ ਲਾਰਡ ਸਾਰੇ ਇਕੱਠੇ ਕੰਮ ਕਰ ਰਹੇ ਸਨ। ਅਮਰੀਕਨ ਮੀਡੀਆ ਨੇ ਇਹ ਗੱਲ ਬਹੁਤ ਚੱਕੀ, ਬਹੁਤ ਬੜਾ ਮੁੱਦਾ ਬਣਾਇਆ, ਕਿਉਂਕਿ ਇਹ ਪਹਿਲਾ ਮੌਕਾ ਸੀ ਜਦੋਂ ਪੁਲਿਸ ਵਾਲੇ ਹਵਾਲਾ ਸਿਸਟਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਪਹਿਲੇ ਕੁਝ ਸਾਲ ਤਾਂ ਇਹਨਾਂ ਨੂੰ ਸਮਝ ਹੀ ਨਹੀਂ ਆਇਆ ਵੀ ਹੋ ਕੀ ਰਿਹਾ ਜੀ। ਹਵਾਲੇ ਵਾਲਿਆਂ ਕੋਲ ਫਿਰ ਜਿਹੜੇ ਸਮਗਲਰ ਨੇ ਇਹ ਕਿਵੇਂ ਆਪਰੇਟ ਕਰਦੇ ਆ? ਮਤਲਬ ਬਈ ਕੈਸ਼ ਲੈ ਕੇ ਉਹਦੇ ਪਹੁੰਚ ਜਾਂਦੇ ਆ ਬਈ ਤੂੰ ਇਹ ਸਾਡਾ ਅੱਗੇ ਭੇਜ ਦੇ, ਕਿਵੇਂ ਆਪਰੇਟ ਕਰਦੇ ਆ ਜੀ? ਇਹ ਹਵਾਲਾ ਆਪਰੇਸ਼ਨ ਉਹਨਾਂ ਲੋਕਾਂ ਦੀ ਵਰਤੋਂ ਕਰਦਾ ਜੀ ਜੋ ਵੱਖਰੇ ਵੱਖਰੇ ਦੇਸ਼ਾਂ ਵਿੱਚ ਸਥਿਤ ਹਨ ਅਤੇ ਜੋ ਸਿਰਫ ਵਿਸ਼ਵਾਸ ਦੇ ਆਧਾਰ ਤੇ ਇੱਕ ਦੂਜੇ ਦੇ ਵਿੱਚ ਪੈਸਾ ਟ੍ਰਾਂਸਫਰ ਕਰਦੇ ਹਨ। ਪੈਸਾ ਹਰ ਸਮੇਂ ਵੱਖ-ਵੱਖ ਦਿਸ਼ਾਵਾਂ ਵਿੱਚ ਭੇਜਿਆ ਜਾਂਦਾ ਜੀ। ਸਾਰਿਆਂ ਨਾਲੋਂ ਜਿਹੜੀ ਅਜੀਬੋ-ਗਰੀਬ ਚੀਜ਼ ਆ ਉਹ ਇਹ ਹੈ ਕਿ ਵੀ ਕਰੋੜਾਂ ਦੀ ਗਿਣਤੀ ਵਿੱਚ ਪੈਸਾ ਜਾਂਦਾ, ਨਾ ਤਾਂ ਕੋਈ ਇਕਰਾਰਨਾਮਾ ਹੁੰਦਾ, ਨਾ ਕੋਈ ਦਸਤਾਵੇਜ਼, ਸਿਰਫ ਤੇ ਸਿਰਫ ਭਰੋਸੇ ਦੇ ਸਿਰ ਤੇ ਇਹ ਸਾਰੀਆਂ ਕੈਸ਼ ਟ੍ਰਾਂਜੈਕਸ਼ਨਸ ਹੁੰਦੀਆਂ ਜੀ। ਇਸ ਕੇਸ ਵਿੱਚ ਕੈਨੇਡੀਅਨ ਤਸਕਰਾਂ ਨੇ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟਿਆ ਨੇ, ਮੈਕਸੀਕੋ ਦੇ ਡਰੱਗ ਲਾਰਡਸ ਨੂੰ ਪੈਸੇ ਭੇਜਣ ਲਈ ਗੁਰਕਰਨ ਸਿੰਘ ਅਤੇ ਹੋਰ ਹਵਾਲਾਦਾਰਾਂ ਨੂੰ ਵਾਰਨਿੰਗ ਆਪਣਾ ਨਿਰਦੇਸ਼ ਦਿੱਤਾ ਕਿ ਉਹ ਸਾਰੀ ਦੀ ਸਾਰੀ ਜਿਹੜੀ ਰਾਸ਼ੀ ਹੈ ਕੈਨੇਡਾ ਤੋਂ ਅਮਰੀਕੀ ਪਹੁੰਚਦੀ ਕਰਨ, ਤਾਂ ਕਿ ਅਲਟੀਮੇਟਲੀ ਸਾਰਾ ਧਨ ਮੈਕਸੀਕੋ ਉੱਪਰਦਾ ਹੋਵੇ। ਇਹੀ ਇੱਕ ਤਰੀਕਾ ਸੀਗਾ ਕਿ ਮੈਕਸੀਕਨ ਅਪਰਾਧੀਆਂ ਦੇ ਡਰੱਗਸ ਜੋ ਕਿ ਕੈਨੇਡਾ ਵਿੱਚ ਵਿਕਦੇ ਸਨ, ਉਹਨਾਂ ਤੋਂ ਹੋਈ ਕਮਾਈ ਨੂੰ ਉਹਨਾਂ ਕੋਲ ਵਾਪਸ ਭੇਜਿਆ ਜਾਵੇ ਜੀ। ਇੱਕ ਫਾਈਨੈਂਸਿੰਗ ਦੇ ਵਿੱਚ ਮੌਰਗੇਜ ਜਿਹੜੇ ਬ੍ਰੋਕਰ ਨੇ ਸਰੀ ਦੇ, ਉਹਦਾ ਦਾ ਵੀ ਨਾਂ ਆਇਆ ਸੀ ਭੁਪਿੰਦਰ ਧਾਲੀਵਾਲ ਦਾ, ਜਿਹਨੂੰ ਮਨੀ ਲਾਂਡਰਿੰਗ ਦੇ ਤੌਰ ਤੇ ਇੱਕ ਡਰੱਗ ਡੀਲਰ ਨੇ ਵਰਤਿਆ। ਅਖਬਾਰ 'ਚ ਇਹ ਖਬਰ ਸੀ, ਤੇ ਇਹਦੇ ਬਾਰੇ ਕੀ ਚਾਨਣਾ ਪਾਉਂਗੇ? ਹਰਜੀਤ ਜੀ, ਭੁਪਿੰਦਰ ਸਿੰਘ ਧਾਲੀਵਾਲ ਜੋ ਕਿ ਇੱਕ ਬਹੁਤ ਹੀ ਸ਼ਰੀਫ ਅਤੇ ਇਮਾਨਦਾਰ ਇਨਸਾਨ ਹਨ, ਉਹਨਾਂ ਦੀ ਕਹਾਣੀ ਹੋਰਾਂ ਲਈ ਵੀ ਬਹੁਤ ਬੜੀ ਚੇਤਾਵਨੀ ਹੈ ਜੀ। ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਪਰਾਧਿਕ ਮਾਮਲਿਆਂ ਨਾਲ ਕਮਾਇਆ ਹੋਇਆ ਜਿਹੜਾ ਪੈਸਾ ਉਹ ਸਾਡੇ ਵਿੱਤੀ ਸਿਸਟਮ 'ਚ ਸ਼ਾਮਲ ਨਹੀਂ ਹੋ ਸਕਦਾ। ਉਹ ਹੁਣ ਇਸ ਗੱਲ ਤੋਂ ਬਹੁਤ ਹੀ ਪਛਤਾਉਂਦੇ ਹਨ ਕਿ ਕਿੰਨਾ ਚੰਗਾ ਹੁੰਦਾ ਵੀ ਜੇ ਉਹ ਇਸ ਕੰਮਕਾਜ ਸ਼ਾਮਲ ਹੀ ਨਾ ਹੁੰਦੇ। ਭੁਪਿੰਦਰ ਧਾਲੀਵਾਲ ਉਸ ਸਮੇਂ ਨੂੰ ਯਾਦ ਕਰਕੇ ਮੇਰਾ ਖਿਆਲ ਉਹਨਾਂ ਨੂੰ ਹਜੇ ਵੀ ਬਹੁਤ ਪਛਤਾਵਾ ਹੈ, ਜਦੋਂ ਇੱਕ ਬਹੁਤ ਹੀ ਤੇਜ਼ ਤਰਾਰ ਵਿਅਕਤੀ ਉਸ ਕੋਲ ਆਇਆ ਜਿਸ ਕੋਲ ਵੱਡੀ ਮਾਤਰਾ 'ਚ ਨਕਦ ਪੈਸਾ ਸੀਗਾ, ਪਰ ਉਹ ਕਿਸੇ ਵੀ ਕਾਗਜ਼ ਪੱਤਰ ਤੇ ਆਪਣਾ ਨਾਂ ਨਹੀਂ ਸੀ ਲਿਖਵਾਉਣਾ ਚਾਹੁੰਦਾ। ਬਾਅਦ 'ਚ ਪਤਾ ਲੱਗਾ ਕਿ ਉਹ ਫਰੈਡਰਿਕ ਵਿਲਸਨ ਨਾਂ ਦਾ ਡਰੱਗ ਡੀਲਰ ਸੀ ਅਤੇ ਉਹ ਸਰੀ 'ਚ 134 ਸਟਰੀਟ ਤੇ ਘਰ ਖਰੀਦਣਾ ਚਾਹੁੰਦਾ ਸੀ, ਪਰ ਇਹ ਘਰ ਲਗਵਾਉਣਾ ਚਾਹੁੰਦਾ ਸੀ ਉਹ ਆਪਣੇ ਸਾਲੇ ਦੇ ਨਾਂ ਤੇ ਜੀ। ਇਸ ਘਰ ਦਾ ਸੌਦਾ ਹੋਣ ਤੋਂ ਬਾਅਦ ਬਹੁਤ ਸਾਰਾ ਪੈਸਾ ਨਕਦ ਦਿੱਤਾ ਗਿਆ। ਇਸ ਦੇ ਨਾਲ ਹੀ ਉਸਨੇ ਧਾਲੀਵਾਲ ਤੇ ਇਹ ਵੀ ਦਬਾਅ ਪਾਇਆ ਕਿ ਉਹ ਉਸਦੀ ਕੁਝ ਕਾਲੇ ਧਨ ਵਾਲੀ ਰਕਮ ਨੂੰ ਸਾਫ਼ ਕਰਨ ਦੇ ਇਰਾਦੇ ਨਾਲ ਉਹ ਨਕਦ ਉਧਾਰ ਲੈ ਲਵੇ ਅਤੇ ਬਾਅਦ ਵਿੱਚ ਧਾਲੀਵਾਲ ਸਾਹਿਬ ਉਸ ਨੂੰ ਪੈਸੇ ਵਾਪਸ ਕਰ ਦੇਣ, ਤਾਂ ਕਿ ਫਰੈਡਰਿਕ ਵਿਲਸਨ ਦੀ ਇਹ ਜਿਹੜੀ ਕਮਾਈ ਹੈ ਉਹ ਐਂ ਲੱਗੇ ਕਿ ਵੀ ਇਹ ਵਾਈਟ ਮਨੀ ਹੈ ਜੀ। ਅੱਛਾ, ਇੱਕ ਹੋਰ ਦੱਸਿਓ ਜੀ ਕਿ ਉਹ ਘਰ ਦਾ ਕੀ ਬਣਿਆ ਭੁਪਿੰਦਰ ਧਾਲੀਵਾਲ ਦਾ? ਹਾਂਜੀ, ਤੁਸੀਂ ਮੰਨੋ ਜਾਂ ਨਾ, BC ਦੀ ਮਨੀ ਲਾਂਡਰਿੰਗ ਸੰਬੰਧੀ ਰਿਪੋਰਟ 'ਚ ਵੀ ਇਸ ਕੇਸ ਦਾ ਖਾਸ ਵਰਣਨ ਹੈ। ਰਿਪੋਰਟ 'ਚ ਹੋਰ ਲੋਕਾਂ ਨੂੰ ਚੇਤਾਵਨੀ ਦੇਣ ਲਈ ਧਾਲੀਵਾਲ ਦੇ ਕੇਸ ਦਾ ਪੂਰਾ ਉਹਨਾਂ ਨੇ ਡੀਟੇਲ 'ਚ ਵਰਣਨ ਕੀਤਾ ਜੀ। ਸਰਕਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਇਹ ਘਰ ਡਰੱਗ ਦੇ ਪੈਸੇ ਦੀ ਕਮਾਈ ਨਾਲ ਖਰੀਦਿਆ ਗਿਆ, ਤਾਂ ਸਰਕਾਰ ਨੇ ਵਿਲਸਨ ਤੇ ਕੇਸ ਕਰਕੇ ਇਹ ਘਰ ਜ਼ਬਤ ਕਰ ਲਿਆ। ਇਹੀ ਕਾਰਨ ਹੈ ਕਿ ਮਨੀ ਲਾਂਡਰਿੰਗ ਦਾ ਧੰਦਾ ਚੱਲ ਰਿਹਾ, ਕਿਉਂਕਿ ਅਪਰਾਧੀਆਂ ਨੂੰ ਪਤਾ ਹੈ ਕਿ ਸਰਕਾਰ ਉਹਨਾਂ ਕੋਲ ਗੈਰ ਕਾਨੂੰਨੀ ਢੰਗ ਨਾਲ ਕਮਾਇਆ ਜਿਹੜਾ ਪੈਸਾ ਜਾਂ ਉਹਦੇ ਨਾਲ ਕੋਈ ਵੀ ਜਾਇਦਾਦ ਲਈ ਗਈ ਹੈ ਉਹ ਉਹਨਾਂ ਕੋਲ ਨਹੀਂ ਰਹਿਣ ਦਊਗੀ। ਆਪਣਾ ਜੀ ਕਾਨੂੰਨ ਹੈ, ਉਹਦਾ ਨਾਂ ਹੈਗਾ ਫੋਰਫੀਚਰ ਐਕਟ। ਜੇ ਤੁਹਾਡੇ ਸਰਕਾਰ ਨੂੰ ਭਣਕ ਪੈ ਜੇ ਕਿ ਵੀ ਤੁਹਾਡੇ ਕੋਲ ਕਾਲਾ ਧਨ ਹੈਗਾ ਤੇ ਤੁਸੀਂ ਕਾਲੇ ਧਨ ਦੀ ਵਰਤੋਂ ਨਾਲ ਕੋਈ ਪ੍ਰਾਪਰਟੀ ਖਰੀਦੀ ਹੈ, ਤਾਂ ਉਹ ਤੁਹਾਡੇ ਤੇ ਕ੍ਰਿਮੀਨਲ ਚਾਰਜ ਲਗਾਉਣ ਤੋਂ ਬਗੈਰ ਵੀ ਇਸ ਕਾਨੂੰਨ ਦੇ ਅਧੀਨ ਤੁਹਾਡੇ ਤੇ ਮੁਕੱਦਮਾ ਕਰਕੇ ਤੁਹਾਡੀ ਸਾਰੀ ਜਾਇਦਾਦ ਜ਼ਬਤ ਕਰ ਸਕਦੇ ਹਨ। ਸੋ ਪੀਪਲ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ, ਕਿਉਂਕਿ ਇਸ ਵੇਲੇ ਸਰੀ ਔਰ ਵੈਂਕੂਵਰ ਵਿੱਚ ਬਲੈਕ ਮਨੀ ਬਹੁਤ ਵੱਡੇ ਤਾਦਾਦ ਤੇ ਆਦਾਨ ਪ੍ਰਦਾਨ ਹੋ ਰਿਹਾ ਜੀ। ਅੱਛਾ, ਇਹ ਦੱਸਿਓ ਜੀ, ਨਗਦ ਪੈਸੇ ਦੀ ਕੋਈ ਹੱਦ ਵੀ ਹੈ ਜਾਂ ਨਗਦ ਪੈਸਾ ਜਿੰਨਾ ਮਰਜ਼ੀ ਆਪਾਂ ਕਿਤੇ ਜਮ੍ਹਾਂ ਕਰਾ ਸਕਦੇ ਹਾਂ, ਕੋਈ ਚੀਜ਼ ਖਰੀਦ ਸਕਦੇ ਹਾਂ?
ਅਸਲ 'ਚ ਹਰੀਸ਼ ਜੀ ਨਗਦ ਰਕਮ ਦੀ ਕੋਈ ਵੀ ਹੱਦ ਨਹੀਂ। ਤੁਸੀਂ ਜੇ ਚਾਹੋ ਤਾਂ $10 ਲੱਖ ਦੀ ਨਗਦ ਰਕਮ ਨਾਲ ਵੀ ਕੋਈ ਤੁਸੀਂ ਆਪਣਾ ਘਰ ਖਰੀਦ ਸਕਦੇ ਹੋ। ਪਰ ਨਾਲ ਹੀ ਇਹ ਗੱਲ ਦਾ ਵੀ ਧਿਆਨ 'ਚ ਰੱਖਣ ਵਾਲੀ ਹੈ ਕਿ ਜਦੋਂ ਵੀ ਤੁਸੀਂ ਕੈਨੇਡਾ 'ਚੋਂ ਆ ਰਹੇ ਹੋ, ਕੈਨੇਡਾ 'ਚੋਂ ਬਾਹਰ ਜਾ ਰਹੇ ਹੋ, ਜੇ ਤੁਹਾਡੇ ਕੋਲ $10,000 ਤੋਂ ਵੱਧ ਹੈ ਤਾਂ ਉਸ ਦੀ ਬਾਬਤ ਤੁਹਾਨੂੰ ਬਾਰਡਰ ਪੁਲਿਸ ਨੂੰ ਜ਼ਰੂਰ ਦੱਸਣਾ ਪਵੇਗਾ। ਜਦੋਂ ਵੀ ਤੁਸੀਂ ਨਗਦੀ ਦੇ ਰੂਪ 'ਚ ਵੱਡੀਆਂ ਰਕਮਾਂ ਵਰਤੇ ਹੋ ਤਾਂ ਤੁਹਾਨੂੰ ਇਹ ਦੱਸਣਾ ਪਵੇਗਾ ਵੀ ਇਹ ਰਕਮ ਤੁਹਾਡੇ ਕੋਲ ਆਈ ਕਿੱਥੋਂ, ਸੋਰਸ ਆਫ ਇਨਕਮ ਕੀ ਹੈ। ਨਾਲ ਹੀ ਜਦੋਂ ਇਸ ਤਰ੍ਹਾਂ ਦੀਆਂ ਰਕਮਾਂ ਤੁਸੀਂ ਬੈਂਕ 'ਚ ਜਮ੍ਹਾਂ ਕਰਵਾਉਣ ਜਾਂਦੇ ਹੋ ਤਾਂ ਬੈਂਕ ਵਾਲਿਆਂ ਨੂੰ ਖਾਸ ਹਦਾਇਤ ਹੈ ਵੀ ਉਹਨਾਂ ਨੇ ਕੜੀ ਨਜ਼ਰ ਰੱਖਣੀ ਹੈ। ਜਦੋਂ ਵੀ ਕੋਈ $10,000 ਤੋਂ ਵੱਧ ਬੈਂਕ 'ਚ ਜਮ੍ਹਾਂ ਕਰਵਾਉਂਦਾ ਤਾਂ ਸੰਬੰਧਿਤ ਬੈਂਕ ਨੂੰ ਇਸ ਦੀ ਜਾਣਕਾਰੀ ਫਿਨਟਰੈਕ ਨੂੰ ਦੇਣੀ ਪੈਂਦੀ ਹੈ। ਜੇ 24 ਘੰਟਿਆਂ ਦੇ ਦੌਰਾਨ 2 ਵਾਰ ਜਮ੍ਹਾਂ ਕਰਵਾਈ ਰਕਮ ਦਾ ਜੋੜ $10,000 ਤੋਂ ਵੱਧ ਜਾਵੇ ਤਾਂ ਇਸ ਰਾਸ਼ੀ ਦੀ ਜਾਣਕਾਰੀ ਵੀ ਫਿਨਟਰੈਕ ਨੂੰ ਜ਼ਰੂਰ ਦੇਣੀ ਪੈਂਦੀ ਹੈ। ਜ਼ਰੂਰੀ ਨਹੀਂ ਜੀ, ਲਾਜ਼ਮੀ ਹੈ ਜੀ। ਅੱਛਾ ਜੀ, ਫਿਨਟਰੈਕ ਕੀ ਹੈ ਜੀ? ਫਿਨਟਰੈਕ ਦੀ ਜਿਹੜਾ ਫੁੱਲ ਫਾਰਮ ਹੈ ਜੀ ਉਹ ਹੈਗਾ ਦਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਆਫ ਕੈਨੇਡਾ। ਇਹ ਫਿਨਟਰੈਕ ਇੱਕ ਫੈਡਰਲ ਸਰਕਾਰ ਦੀ ਏਜੰਸੀ ਹੈ ਜੋ ਕਿ ਹੈ ਤਾਂ ਖੁਦ ਮੁਖਤਿਆਰ, ਆਪਣੇ ਆਪ ਨੂੰ ਇੰਡੀਪੈਂਡੈਂਟ ਆਖਦੇ ਆ, ਪਰ ਇਸ ਨੂੰ ਕੈਨੇਡਾ ਦੀ ਪੁਲਿਸ ਨਾਲ ਪੂਰਾ ਤਾਲਮੇਲ ਰੱਖਣਾ ਪੈਂਦਾ ਜੀ। ਇਸ ਏਜੰਸੀ ਦਾ ਕੰਮ ਹੈ ਅਪਰਾਧ ਨਾਲ ਅਤੇ ਅੱਤਵਾਦ ਨਾਲ ਨਜਿੱਠਣਾ ਅਤੇ ਕੈਨੇਡਾ ਭਰ 'ਚ ਹੋ ਰਹੇ ਸਾਰੇ ਪੈਸੇ ਦੇ ਲੈਣ ਦੇਣ ਸੰਬੰਧੀ ਕਰੜੀ ਨਜ਼ਰ ਰੱਖਣੀ ਜੀ। ਕਾਨੂੰਨ ਅਨੁਸਾਰ ਸਾਰੇ ਵਪਾਰਕ ਅਦਾਰੇ ਜਿਨ੍ਹਾਂ 'ਚ ਬੈਂਕ, ਰੀਅਲ ਅਸਟੇਟ, ਅਕਾਊਂਟੈਂਟ, ਇੰਸ਼ੋਰੈਂਸ ਅਤੇ ਇਸ ਤਰ੍ਹਾਂ ਦੇ ਹੋਰ ਸਭ ਨੂੰ ਕਿਸੇ ਵੀ $10,000 ਤੋਂ ਵੱਧ ਨਗਦ ਰਕਮ ਜਾਂ ਇਸ ਤੋਂ ਵੀ ਘੱਟ ਪਰ ਸ਼ੱਕ ਵਾਲੀ ਅਗਰ ਕੋਈ ਰਕਮ ਸੰਬੰਧੀ ਦੱਸਣਾ ਲਾਜ਼ਮੀ ਹੈ। ਪਰ ਪੈਸੇ ਨਾਲ ਸੰਬੰਧਿਤ ਕਾਰੋਬਾਰ ਸਮੇਤ ਜਿਊਲਰੀ ਸਟੋਰ ਵਾਲਿਆਂ ਨੂੰ ਇਹਨਾਂ ਰਕਮਾਂ ਦੀ ਹੁਕਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਪਰ ਇਸ ਵਿੱਚ ਜਿਹੜਾ ਵਕੀਲਾਂ ਦਾ ਪ੍ਰੋਫੈਸ਼ਨ ਹੈ ਜੀ ਉਹ ਸ਼ਾਮਲ ਨਹੀਂ ਹੈਗਾ ਜੀ। ਅੱਛਾ, ਇੱਕ ਹੋਰ ਦੱਸਿਓ ਜੀ ਕਿ ਹਾਊਸਿੰਗ ਮਾਰਕੀਟ 'ਚ ਕੀ ਫਰਕ ਪਾਇਆ ਇਸ ਨੇ? ਜੇ ਆਪਾਂ ਗੱਲ ਬ੍ਰਿਟਿਸ਼ ਕੋਲੰਬੀਆ ਤਾਈਂ ਸੀਮਤ ਰੱਖੀਏ, ਸਰਕਾਰ ਦੀ ਇੱਕ ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੀ ਰੀਅਲ ਸਟੇਟ 'ਚੋਂ $5 ਅਰਬ ਕਾਲੇ ਧਨ ਨੂੰ ਸਫੈਦ ਕੀਤਾ ਗਿਆ ਜੀ। ਇਸ ਦਾ ਬਹੁਤਾ ਹਿੱਸਾ ਸਰੀ ਔਰ ਵੈਂਕੂਵਰ ਇਲਾਕੇ 'ਚ ਹੀ ਸੀ। ਇਸ ਨਾਲ ਸਾਰੇ ਹੀ ਆਮ ਲੋਕਾਂ ਲਈ ਘਰਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ। ਦੁਨੀਆ ਭਰ ਦੇ ਅਪਰਾਧੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਮਕਾਨਾਂ ਨੂੰ ਵਰਤਿਆ ਆਪਣੇ ਬੈਂਕ ਖਾਤਿਆਂ ਵਾਂਗ ਜੀ। BC ਦੀ ਸਰਕਾਰ ਇਹ ਸਪਸ਼ਟ ਕਹਿ ਰਹੀ ਹੈ ਕਿ ਘਰਾਂ ਦੀ ਵਰਤੋਂ ਲੋਕਾਂ ਦੇ ਰਹਿਣ ਲਈ ਹੋਣੀ ਚਾਹੀਦੀ ਹੈ, ਨਾ ਕਿ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਜ਼ਰੀਏ ਵਜੋਂ ਜੀ। ਅੱਛਾ, BC ਸਰਕਾਰ ਇਸ ਨੂੰ ਰੋਕ ਸਕਦੀ ਹੈ ਜੀ ਕਿਸੇ ਤਰੀਕੇ ਨਾਲ? ਕਿਉਂਕਿ ਇਸ ਤਰ੍ਹਾਂ ਦਾ ਪੈਸਾ ਬਹੁਤ ਕਰਕੇ ਹੁਣ ਰੀਅਲ ਸਟੇਟ 'ਚ ਲਾਇਆ ਜਾ ਰਿਹਾ, ਇਸ ਲਈ ਸਰਕਾਰ ਨੇ ਸਾਰੇ ਜਾਇਦਾਦ ਮਾਲਕਾਂ ਦੀ ਜਿਹੜੀ ਪਬਲਿਕ ਰਜਿਸਟਰੀ ਸ਼ੁਰੂ ਕਰ ਦਿੱਤੀ ਹੈ ਜੀ। ਇਸ ਅਨੁਸਾਰ ਸਾਰੇ ਮਕਾਨ ਮਾਲਕਾਂ ਦੇ ਨਾਂ, ਡੇਟ ਆਫ ਬਰਥ, ਸੋਸ਼ਲ ਇੰਸ਼ੋਰੈਂਸ ਨੰਬਰ ਅਤੇ ਸੰਬੰਧਿਤ ਵਿਅਕਤੀ ਕਿੰਨੀ ਜਾਇਦਾਦ ਦਾ ਮਾਲਕ ਹੈ ਇਸ ਸੰਬੰਧੀ ਸੂਚਨਾ ਇਕੱਠੀ ਕੀਤੀ ਜਾਵੇਗੀ। ਇਸ ਤਰ੍ਹਾਂ ਦਾ ਕਦਮ ਪਹਿਲੀ ਵਾਰ ਚੁੱਕਿਆ ਗਿਆ। ਸਰਕਾਰ ਚਾਹੁੰਦੀ ਹੈ ਕਿ ਇਸ ਗੱਲ ਦਾ ਪਤਾ ਲਾਇਆ ਜਾਵੇ ਕਿ ਜਾਇਦਾਦ ਦੇ ਅਸਲੀ ਵਾਲੀ ਵਾਰਸ ਕੌਣ ਹੈ ਜੀ। ਸਾਨੂੰ ਪਤਾ ਹੈ ਵੀ ਕਈ ਵਿਦਿਆਰਥੀ ਜਿਨ੍ਹਾਂ ਦੀ ਸਾਲਾਨਾ ਆਮਦਨ $10,000 ਵੀ ਨਹੀਂ ਹੈਗੀ ਪਰ ਉਹ $10 ਲੱਖ ਦੇ ਵਾਲੇ ਮੁੱਲ ਦੇ ਘਰਾਂ ਦੇ ਮਾਲਕ ਹੈ ਜੀ। ਜਾਂ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਦੇ ਘਰ ਕੰਪਨੀਆਂ ਦੇ ਨਾਂ ਹੇਠ ਹਨ। ਬਹੁਤ ਸਾਰੇ ਲੋਕ ਇਸ ਫੈਸਲੇ ਤੋਂ ਜਿਹੜੇ ਸਹਿਮਤ ਨਹੀਂ ਹੈ, ਉਹ ਇਸ ਗੱਲ ਨੂੰ ਉਹਨਾਂ ਦਾ ਤਰਕ ਇਹ ਹੈ ਕਿ ਵੀ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੀ ਜਿਹੜੀ ਪ੍ਰਾਈਵੇਸੀ ਹੈ, ਨਿੱਜੀ ਗੁਪਤਤਾ ਹੈ, ਉਹ ਜਾਂਦੀ ਲੱਗੇਗੀ ਜੀ। ਇਹ ਤੁਹਾਡਾ ਸਵਾਲ ਬਹੁਤ ਹੀ ਇਸ ਵੇਲੇ ਟਾਈਮਲੀ ਹੈ ਕਿਉਂਕਿ ਜਿਹੜੀ ਗਵਰਨਮੈਂਟ ਨੇ ਰਜਿਸਟਰੀ ਬਣਾਈ ਹੈ ਨਾ, ਜਿਹਨੂੰ ਕਹਿੰਦੇ ਆ ਲੈਂਡ ਓਨਰ ਟ੍ਰਾਂਸਪੇਰੈਂਸੀ ਰਜਿਸਟਰੀ, ਇਹ ਇਸੇ ਵੀਕ ਹੋਂਦ 'ਚ ਆਈ ਹੈ ਹਰਜੀਤ ਜੀ। ਕਿਸੇ ਕੰਪਨੀ ਦੇ ਮਾਲਕ ਜਾਂ ਡਾਇਰੈਕਟਰ ਜਿਹੜੇ ਉਸ ਜਾਇਦਾਦ ਦੇ ਮਾਲਕ ਹਨ, ਉਹਨਾਂ ਦਾ ਨਾਂ ਵੀ ਇਸ 'ਚ ਸ਼ਾਮਲ ਹੋਵੇਗਾ, ਜਿਹੜਾ ਹੁਣ ਪਬਲਿਕ ਪ੍ਰਾਪਰਟੀ ਰੈਕਡ 'ਚ ਨਹੀਂ ਹੁੰਦਾ। ਆਮ ਲੋਕਾਂ ਨੂੰ ਇਸ 'ਤੇ ਝਾਤ ਮਾਰਨ ਲਈ, ਇਸ ਦੀ ਘੋਖ ਕਰਨ ਲਈ ਫੀਸ ਅਦਾ ਕਰਨੀ ਪਏਗੀ। ਪਰ ਮੇਰੇ ਖਿਆਲ 'ਚ ਲੋਕਾਂ ਦੀ ਚਿੰਤਾ ਇਸ ਗੱਲ ਦੀ ਬਹੁਤ ਹੋਣੀ ਚਾਹੀਦੀ ਹੈ ਕਿ ਵੀ ਇਸ ਜਾਣਕਾਰੀ ਦਾ ਪੁਲਿਸ ਅਤੇ ਹੋਰ ਸਰਕਾਰੀ ਏਜੰਸੀਆਂ ਕਿਸ ਤਰ੍ਹਾਂ ਵਰਤੋਂ ਕਰਨਗੀਆਂ। ਸਾਨੂੰ ਚਿੰਤਾ ਮਨੀ ਲਾਂਡਰਿੰਗ ਦੀ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਸ 'ਤੇ ਨੱਥ ਪਾਉਣ ਦੀ 100% ਲੋੜ ਹੈ। ਪਰ ਜਦੋਂ ਗੱਲ ਲੋਕਾਂ ਦੇ ਨਿੱਜੀ ਗੁਪਤਤਾ ਦੇ ਕੰਪਰੋਮਾਈਜ਼ ਦੀ ਹੁੰਦੀ ਹੈ, ਉਸ ਵੇਲੇ ਸਾਨੂੰ ਜ਼ਰੂਰ ਉਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੀ। ਅੱਛਾ ਜੀ, ਇਹ ਵੀ ਦੱਸਿਓ ਕਿ ਬਹੁਤ ਪੁਲਿਸ ਵਾਲੇ ਨੇ ਜਿਹੜੇ ਉਹ ਵਕੀਲਾਂ ਨੂੰ ਇਸ ਦੇ ਵਿੱਚ ਹਿੱਸੇਦਾਰ ਮੰਨਦੇ ਆ।
ਵਕੀਲ ਕੁਝ ਕਰ ਸਕਦਾ ਕਾਲਾ ਧਨ ਸਫੈਦ ਕਰਨ ਲਈ? ਕਿਸੇ ਖਾਸ ਰਕਮ ਤੋਂ ਵੱਧ ਹਰ ਵਿੱਤੀ ਲੈਣ ਦੇਣ ਦੀ ਸੂਚਨਾ ਫਿਨਟਰੈਕ ਨੂੰ ਜ਼ਰੂਰ ਦੇਣੀ ਪੈਂਦੀ ਹੈ, ਪਰ ਵਕੀਲ ਇਸ ਜ਼ਿੰਮੇਵਾਰੀ ਤੋਂ ਬਿਲਕੁਲ ਮੁਕਤ ਹਨ ਜੀ। ਇਸ ਦੇਸ਼ 'ਚ ਵਕੀਲਾਂ ਦੇ ਖਾਸ ਅਧਿਕਾਰ ਹਨ, ਪਰ ਕਈ ਵਾਰ ਪੁਲਿਸ ਵਾਲੇ ਇਸ ਨੂੰ ਚੋਰ ਮਗੋਰਾ ਵੀ ਆਖਦੇ ਹਨ। ਸਰੀ 'ਚ ਕੋਈ ਰੀਅਲ ਸਟੇਟ ਵਾਲਾ ਜੇ ਕਿਸੇ ਸ਼ੱਕੀ ਸੌਦੇ ਸੰਬੰਧੀ ਸ਼ਿਕਾਇਤ ਨਹੀਂ ਕਰਦਾ ਤਾਂ ਉਸ ਨੂੰ ਹਜ਼ਾਰਾਂ ਹੀ ਡਾਲਰ ਤੇ ਕੈਦ ਵੀ ਹੋ ਸਕਦੀ ਹੈ ਜੀ, ਪਰ ਵਕੀਲਾਂ ਨੂੰ ਕੁਝ ਵੀ ਰਿਪੋਰਟ ਕਰਨ ਦੀ ਜ਼ਰੂਰਤ ਨਹੀਂ। ਇਸ ਦਾ ਖਾਸ ਤੇ ਸਪਸ਼ਟ ਕਾਰਨ ਇਹ ਹੈ ਕਿ ਵਕੀਲ ਦਾ ਮੁੱਖ ਕੰਮ ਪੁਲਿਸ ਵਾਲਾ ਜਾਂ ਸਰਕਾਰ ਦਾ ਕੰਮ ਕਰਨ ਦਾ ਨਹੀਂ, ਸਗੋਂ ਉਸ ਦਾ ਕੰਮ ਹੁੰਦਾ ਆਪਣੇ ਮੁਵੱਕਲ ਦੀ ਉਹਦੇ ਹੱਕਾਂ ਦੀ ਪੂਰੀ ਰਾਖੀ ਕਰਨਾ। ਪਰ ਬਾਟਮ ਲਾਈਨ ਇਹ ਹੈ ਕਿ ਵੀ ਚਾਹੇ ਵਕੀਲਾਂ ਨੂੰ ਫਿਨਟਰੈਕ ਨਾਲ ਕੰਪਲਾਇੰਸ ਦੀ ਲੋੜ ਹੈਗੀ ਕਿ ਨਹੀਂ ਹੈਗੀ, ਪਰ ਵਕੀਲਾਂ ਦੀ ਜਿਹੜੀ ਆਪਣੀ ਸੈਲਫ ਗਵਰਨਿੰਗ ਬੋਡੀ ਹੈ ਜਿਹਦੇ ਅਧੀਨ ਅਸੀਂ ਆਉਂਦੇ ਹਾਂ, ਲਾਅ ਸੋਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਜਾਂ ਲਾਅ ਸੋਸਾਇਟੀ ਆਫ ਅਲਬਰਟਾ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਇੰਨੇ ਤਕੜੇ ਆ ਵੀ ਵਕੀਲ ਕੋਈ ਗਲਤ ਕੰਮ ਕਰ ਹੀ ਨਹੀਂ ਸਕਦੇ। ਉਦਾਹਰਨ ਦੇ ਤੌਰ ਤੇ ਜੇ ਕੋਈ ਸਾਡੇ ਕੋਲ ਕੈਸ਼ ਲਿਆਉਣਾ ਚਾਹਵੇ, ਅਸੀਂ ਪਹਿਲਾਂ ਹੀ ਫੋਨ ਤੇ ਉਹਨੂੰ ਜਵਾਬ ਦੇ ਦਿੰਦੇ ਕਿ ਵੀ ਜਾਂ ਤਾਂ ਤੁਸੀਂ ਆਪਣਾ ਬੈਂਕ ਡਰਾਫਟ ਲੈ ਕੇ ਆਓ ਜਾਂ ਤੁਸੀਂ ਆਪਣਾ ਸਰਟੀਫਾਈਡ ਚੈੱਕ ਲੈ ਕੇ ਆਓ। ਜੇ ਫੇਰ ਕੋਈ ਬੰਦਾ ਕੈਸ਼ ਲਿਆਉਣਾ ਚਾਹਵੇ ਤਾਂ $7500 ਤੋਂ ਵੱਧ ਅਸੀਂ ਬਿਲਕੁਲ ਐਕਸੈਪਟ ਨਹੀਂ ਕਰੀਦਾ। ਜਦ ਕੋਈ $7500 ਜਾਂ ਲੈਟਸ ਸੇ ਕੋਈ $1000 ਵੀ ਲੈ ਕੇ ਆਵੇ, ਸਾਰੇ ਨਾਲੋਂ ਪਹਿਲਾਂ ਅਸੀਂ ਉਹਦੀ ਫੋਟੋ ਕਾਪੀ ਕਰੀ ਦੀ ਉਹਦੀ ID ਦੀ ਫॉर ਡਰਾਈਵਰ ਲਾਇਸੈਂਸ ਵਗੈਰਾ, ਫਿਰ ਉਸ ਤੋਂ ਅਸੀਂ ਉਹਨੂੰ ਕੈਸ਼ ਰਸੀਦ ਦੇਈ ਦੀ ਵੀ ਆਹ ਤੇਰੇ ਪੈਸੇ ਸਾਡੇ ਕੋਲ ਆ ਗਏ ਆ। ਉਸ ਕੈਸ਼ ਰਸੀਦ ਦੇ ਉੱਪਰ ਸਾਡੇ ਦਸਤਖਤ ਹੋਣਗੇ ਤੇ ਉਸ ਬੰਦੇ ਦੇ ਵੀ ਦਸਤਖਤ ਹੋਣਗੇ, ਤਾਂ ਕਿ ਅੱਜ ਤੋਂ 50 ਸਾਲ ਬਾਅਦ ਵੀ ਜੇ ਕੋਈ ਪੁੱਛਣਾ ਚਾਹਵੇ ਕਿ ਵੀ ਇਹ $1000 ਵਕੀਲ ਦੇ ਦਫ਼ਤਰ 'ਚ ਕਿੱਥੋਂ ਆਇਆ, ਤਾਂ ਵਕੀਲ ਕੋਲ ਪੂਰਾ ਉਹਦਾ ਹਿਸਾਬ ਕਿਤਾਬ ਹੋਊਗਾ ਜੀ। ਫਿਰ ਵੀ ਕੈਨੇਡਾ ਨੂੰ ਬੜਾ ਕਮਜ਼ੋਰ ਦੇਸ਼ ਮੰਨਿਆ ਜਾਂਦਾ ਜੀ ਮਨੀ ਲਾਂਡਰਿੰਗ ਕੀ ਜੇ ਵੀ ਪੈਸਾ ਸਿੱਧਾ ਵੀ ਲਿਆਉਣਾ ਹੋਵੇ ਵਕੀਲ ਸਾਹਿਬ, ਕੋਈ PR ਹੋ ਗਿਆ, ਪੈਸਾ ਕਿੱਥੋਂ ਆਇਆ, ਇਹਦੇ ਓਰੀਜਨ ਤੇ ਇਹ ਦੇਸ਼ ਨਹੀਂ ਜਾਂਦਾ। ਸੋ ਇਹ ਤੁਸੀਂ ਸਹਿਮਤ ਹੋ ਕਿ ਕਮਜ਼ੋਰ ਦੇਸ਼ ਹੈ ਮਨੀ ਲਾਂਡਰਿੰਗ ਲਈ? ਇਹ ਹਰੀ ਜੀ ਗੱਲ ਅੱਜ ਦੀ ਨਹੀਂ, 30 ਸਾਲ ਪਹਿਲਾਂ ਅਮਰੀਕਨ ਪੁਲਿਸ ਨੇ ਇਹ ਜ਼ੋਰ ਪਾ ਕੇ ਕਿਹਾ ਵੀ ਕੈਨੇਡਾ 'ਚ ਮਨੀ ਲਾਂਡਰਿੰਗ ਇੱਕ ਬਹੁਤ ਵੱਡੀ ਸਮੱਸਿਆ ਹੈ। ਇਹ ਹਰ ਕਿਸੇ ਦੀ ਜ਼ੁਬਾਨ ਤੇ ਹੈ ਵੀ ਕੈਨੇਡਾ ਇਸ ਤਰ੍ਹਾਂ ਦਾ ਕੰਮ ਹੋਣ ਤੋਂ ਰੋਕਦਾ ਕਿਉਂ ਨਹੀਂ। ਅਸਲ 'ਚ ਮੁੱਖ ਕਾਰਨ ਹੋ ਸਕਦਾ ਕਿ ਪੈਸਾ ਭਾਵੇਂ ਕਿਸੇ ਕਿਸਮ ਦਾ ਵੀ ਹੋਵੇ, ਇਹ ਆਰਥਿਕਤਾ ਦੀ ਪੂਰੀ ਮਦਦ ਕਰਦਾ ਜੀ। ਲੋਕ ਪੈਸਾ ਖਰਚ ਕਰਦੇ ਹਨ ਤੇ ਸਰਕਾਰ ਟੈਕਸ ਇਕੱਠਾ ਕਰਦੀ ਹੈ ਜੀ, ਪਰ ਮੁਸ਼ਕਿਲ ਉਦੋਂ ਮਹਿਸੂਸ ਹੋਈ ਜਦੋਂ ਕਿ ਇਹ ਪੈਸਾ ਰੀਅਲ ਸਟੇਟ 'ਚ ਲੱਗ ਕੇ ਘਰ ਮਹਿੰਗੇ ਹੋਣੇ ਸ਼ੁਰੂ ਹੋ ਗਏ। ਆਮ ਲੋਕਾਂ ਦੀ ਪਹੁੰਚ ਤੋਂ ਉਹਨਾਂ ਦੀ ਜਿਹੜੀ ਸਿਰ ਦੀ ਛੱਤ ਸੀ ਉਹ ਬਾਹਰ ਹੋ ਗਈ ਜੀ। ਅੱਛਾ, BC ਦੇ ਕਾਲਜਾਂ ਦੇ ਵਿੱਚ ਵੀ ਮਨੀ ਲਾਂਡਰਿੰਗ ਹੋ ਰਹੀ ਹੈ ਜੀ? ਮੰਨੋ ਚਾਹੇ ਨਾ, ਆਪਣੇ ਬੱਚਿਆਂ ਨੂੰ ਜਿਹੜੇ ਸਕੂਲ ਕਾਲਜ ਯੂਨੀਵਰਸਿਟੀ 'ਚ ਅਸੀਂ ਭੇਜੀਦਾ, ਉਹਨਾਂ ਨੂੰ ਵੀ ਜਿਹੜੇ ਮਨੀ ਲਾਂਡਰਿੰਗ ਦੇ ਐਕਟ ਹੈ ਉਹਨਾਂ ਨੇ ਨਹੀਂ ਬਖਸ਼ਿਆ ਜੀ। ਉਦਾਹਰਨ ਦੇ ਤੌਰ ਤੇ ਜੇ ਕਿਸੇ ਸਟੂਡੈਂਟ ਦੀ ਫੀਸ ਹੈਗੀ ਹੈ $2000 ਤੇ ਉਹ ਆਪਣੇ ਨਾ ਅਕਾਊਂਟ ਵਿੱਚ ਆਪਣਾ ਜਿਹੜਾ ਦਾ ਯੂਨੀਵਰਸਿਟੀ ਦਾ ਅਕਾਊਂਟ ਹੈ, ਕਾਲਜ ਦਾ ਅਕਾਊਂਟ ਹੈ, ਉਹਦੇ ਵਿੱਚੋਂ ਜਾ ਕੇ $10000 ਜਮ੍ਹਾਂ ਕਰਵਾ ਦਿੰਦਾ ਹੈ। ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀ ਵਾਲੇ ਕੀ ਕਰਦੇ ਸੀ, ਉਹਨੂੰ $8000 ਦਾ ਚੈੱਕ ਦੇ ਦਿੰਦੇ ਸੀ ਵੀ ਆਹ ਤੇਰਾ 2000 ਫੀਸ ਕੱਟ ਲਈ, ਬਾਕੀ 8000 ਤੇਰਾ ਪਿਆ। ਜਦ ਉਹਨੂੰ $8000 ਮਿਲ ਜਾਂਦਾ ਸੀ, ਉਹ $8000 ਉਹਦਾ ਵਾਈਟ ਹੋ ਜਾਂਦਾ ਸੀ, ਉਹ ਦੱਸਣ ਜੋਗਾ ਹੋ ਜਾਂਦਾ ਸੀ ਵੀ ਇਹ ਪੈਸਾ ਕਿੱਥੋਂ ਆਇਆ। ਪਰ ਜਿਉਂ-ਜਿਉਂ ਹੁਣ ਸਰਕਾਰਾਂ ਨੂੰ ਗੱਲਾਂ ਬਾਤਾਂ ਪਤਾ ਲੱਗਦੀਆਂ ਜਾ ਰਹੀਆਂ, ਚੋਰ ਮਗੋਰੇ ਪਤਾ ਲੱਗਦੇ ਜਾ ਰਹੇ ਆ, ਹੁਣ ਕੈਨੇਡਾ ਵਿੱਚ ਜਿਹੜੇ ਵਿਦਿਅਕ ਅਦਾਰੇ ਆ ਉਹਨਾਂ ਨੇ ਪੈਸੇ ਕੈਸ਼ ਲੈਣ ਤੋਂ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ। ਅੱਛਾ, ਜਿਹੜੀ ਇਹ ਸਮੱਸਿਆ ਜੀ ਇਹਦੇ 'ਚ ਹੁਣ ਪਬਲਿਕ ਇਨਕੁਆਇਰੀ ਹੋ ਰਹੀ ਹੈ, ਇਹਦਾ ਕੀ ਸੱਚ ਹੈ ਜੀ? ਪਬਲਿਕ ਇਨਕੁਆਇਰੀ ਇੱਕ ਜਾਂਚ ਹੁੰਦੀ ਹੈ, ਇੱਕ ਪ੍ਰਕਾਰ ਦੀ ਸਰਕਾਰੀ ਪੜਤਾਲ, ਜਿਸ ਦਾ ਹੁਕਮ ਸਰਕਾਰ ਵੱਲੋਂ ਜਨਤਕ ਮਸਲਿਆਂ ਜਾਂ ਘਟਨਾਵਾਂ ਸੰਬੰਧੀ ਦਿੱਤਾ ਜਾਂਦਾ ਜੀ। ਆਮ ਤੌਰ ਤੇ ਇਹ ਇੱਕ ਜਿਹੜੀ ਜਾਂਚ ਹੈ ਇਹ ਸੇਵਾ ਮੁਕਤ ਕਿਸੇ ਰਿਟਾਇਰਡ ਜੱਜ ਵੱਲੋਂ ਕੀਤੀ ਜਾਂਦੀ ਹੈ। ਇਸ ਦਾ ਮੁੱਖ ਮਤਲਬ ਹੁੰਦਾ ਵੀ ਕਿਸੇ ਮਸਲੇ ਜਾਂ ਘਟਨਾ ਸੰਬੰਧੀ ਤੱਥਾਂ ਅਤੇ ਕਾਰਨਾਂ ਦਾ ਪਤਾ ਲਾਉਣਾ ਅਤੇ ਇਸ ਸੰਬੰਧੇ ਲੋੜੀਂਦੇ ਅਮਲ ਲਈ ਸਰਕਾਰ ਨੂੰ ਸਿਫਾਰਿਸ਼ ਕਰਨੀ। ਪਰ ਜਿਹੜੇ ਜੱਜਿਸ ਦੇ ਇਨਕੁਆਇਰੀ ਕਰਦੇ ਉਹਨਾਂ ਕੋਲ ਬਹੁਤ ਵੱਡੀਆਂ ਪਾਵਰਸ ਹੁੰਦੀਆਂ ਹਰਜੀਤ ਜੀ, ਉਹ ਕਿਸੇ ਵੀ ਬੰਦੇ ਨੂੰ ਇਨਕੁਆਇਰੀ ਵਿੱਚ ਗਵਾਹੀ ਦੇਣ ਲਈ ਮਜਬੂਰ ਕਰ ਸਕਦੇ ਹੈ। ਕੀ ਇਹਨਾਂ ਇਨਕੁਆਇਰੀ ਤੋਂ ਬਾਅਦ ਅਪਰਾਧਿਕ ਮਾਮਲੇ ਬਣ ਸਕਦੇ ਹੈ? ਉਸ ਸੱਚਾਈ ਦਾ ਪਤਾ ਕਰਨ ਲਈ ਜਿਹੜੀ ਪਬਲਿਕ ਇਨਕੁਆਇਰੀ ਕੀਤੀ ਜਾਵੇ, ਇਸ ਲਈ ਬਹੁਤ ਜ਼ਰੂਰੀ ਹੈ ਵੀ ਦੇਖਿਆ ਜਾਵੇ ਵੀ ਕੀ ਵਾਪਰਿਆ, ਕਿਵੇਂ ਵਾਪਰਿਆ, ਜਿਵੇਂ ਮਨੀ ਲਾਂਡਰਿੰਗ ਦੀ ਹੋ ਰਹੀ ਹੈ। ਇਸ ਇਨਕੁਆਇਰੀ ਵਿੱਚ ਅਗਰ ਕੋਈ ਬੰਦਾ ਸਹੁੰ ਚੱਕ ਕੇ ਝੂਠ ਬੋਲਦਾ ਤਾਂ ਉਹਦੇ ਉੱਪਰ ਕ੍ਰਿਮੀਨਲ ਚਾਰਜਿਸ ਲਾਏ ਜਾ ਸਕਦੇ ਜੀ। ਅੱਛਾ ਜੀ, ਇਹਦੇ 'ਚ ਜਿਹੜਾ ਹੁਣ ਤਾਂ ਖੈਰ ਪਤਾ ਲੱਗੂ ਵੱਡੇ 'ਚ ਗਵਾਹੀ ਦੇ ਰਹੇ ਨੇ ਬਈ ਅੱਗੇ ਇਹ ਮਾਮਲਾ ਹੁੰਦਾ ਕਿਵੇਂ। ਅਖੀਰ 'ਚ ਇੱਕ ਖਾਸ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ? ਅਨਾਊਂਸਮੈਂਟ ਹੈ ਇੱਕ। ਹਾਂਜੀ, ਪੰਜਾਬੀ ਭਾਈਚਾਰੇ ਦੀ
ਪੁਰਜ਼ੋਰ ਮੰਗ ਤੇ ਜੀ ਕ੍ਰਿਮੀਨਲ ਲਾ ਦੇ ਨਾਲ ਕਾਰ ਐਕਸੀਡੈਂਟ ਕੇਸਿਸ ਅਸੀਂ ਕਰਦੇ ਹਾਂ ਜੀ, ਪਰ ਹੁਣ ਇਮੀਗ੍ਰੇਸ਼ਨ ਦੇ ਸਾਰੇ ਕੇਸਿਸ ਅਸੀਂ ਲੈਣੇ ਸ਼ੁਰੂ ਕਰ ਦਿੱਤੇ ਆ ਜੀ। ਅੱਛਾ ਜੀ। ਤੁਸੀਂ ਆਪਣੇ ਕਿਸੇ ਵੀ ਇਮੀਗ੍ਰੇਸ਼ਨ ਮਾਮਲੇ ਲਈ ਸਾਨੂੰ ਜਦ ਮਰਜ਼ੀ ਕਾਲ ਕਰ ਸਕਦੇ ਹੋ। ਜਿਹੜੀ ਅਨਾਉਂਸਮੈਂਟ ਮੈਂ ਤੁਹਾਡੇ ਰੇਡੀਓ ਤੇ ਕਰਨੀ ਚਾਹੁੰਦਾ ਸੀ, ਮੇਰੀ ਬੜੀ ਦਿਲੋਂ ਖੁਆਇਸ਼ ਸੀ ਵੀ ਮੈਂ ਤੁਹਾਡੇ ਪ੍ਰੋਗਰਾਮ ਤੇ ਕਰਾਂ, ਉਹ ਇਹ ਹੈ ਕਿ ਵੀ ਆਪਣੇ ਸਰੀ ਦੇ ਬਹੁਤ ਹੀ ਤਜਰਬੇਕਾਰ 26 ਵਰ੍ਹਿਆਂ ਦਾ ਤਜਰਬਾ ਰੱਖਣ ਵਾਲੇ ਵਕੀਲ ਮਸੂਦ ਜਮਰੈਟੀ, ਜਿਨ੍ਹਾਂ ਨੇ ਸਾਰੀ ਉਮਰ ਹੋਰ ਕੁਝ ਨਹੀਂ ਕੀਤਾ ਸਿਵਾਏ ਇਮੀਗ੍ਰੇਸ਼ਨ ਲਾਅ ਤੋਂ, ਉਹਨਾਂ ਨੇ ਸਾਡੀ ਫਰਮ ਨੂੰ ਇਸ ਹਫ਼ਤੇ ਜੁਆਇਨ ਕੀਤਾ। ਉਹ ਅਸੀਂ ਇਹ ਸਟੈਪ ਤਾਂ ਲੈਣ ਲੱਗੇ ਹਾਂ ਕਿਉਂਕਿ ਲੋਕਾਂ ਦੀ ਬਾਹਰ ਬਹੁਤ ਵੱਡੀ ਤਰਾਹੀ ਸੀ, ਲੋਕੀ ਤੜਫੇ ਪਏ ਸੀਗੇ ਕਿ ਵੀ ਉਹਨਾਂ ਨਾਲ ਕਾਫੀ ਧੱਕੇਸ਼ਾਹੀ ਹੋ ਰਹੀ ਹੈ ਇਸ ਮਾਮਲੇ 'ਚ। ਸੋ ਹੁਣ ਜੇ ਤੁਸੀਂ ਚਾਹੋ ਸਾਡੇ ਦਫ਼ਤਰ 'ਚ ਜਦ ਮਰਜ਼ੀ ਕਾਲ ਕਰ ਸਕਦੇ ਹੋ। ਜਦ ਵੀ ਤੁਸੀਂ ਸਾਡੇ ਕੋਲ, ਪਹਿਲੀ ਤਾਂ ਗੱਲ ਹੈ ਸਾਡੇ ਦਫ਼ਤਰ 'ਚ ਕੋਈ ਕੈਸ਼ ਲੈ ਕੇ ਨਾ ਆਈਓ, ਬੈਂਕ ਡਰਾਫਟ ਜਾਂ ਆਪਣਾ ਸਰਟੀਫਾਈਡ ਚੈੱਕ ਲੈ ਕੇ ਆਈਓ। ਪਰ ਜੇ ਕਦੇ ਤੁਹਾਨੂੰ ਕੈਸ਼ ਲਿਆਉਣਾ ਪਵੇ ਤਾਂ ਤੁਹਾਨੂੰ ਉਸੇ ਵੇਲੇ ਮੋਮੈਂਟੈਰੀਲੀ ਰਸੀਦ ਦਿੱਤੀ ਜਾਊਗੀ ਤੇ ਤੁਹਾਡਾ ਕੰਮ ਪੂਰਾ ਦਿਲ ਲਾ ਕੇ ਕੀਤਾ ਜਾਊਗਾ ਜੀ। ਇਸ ਗੱਲ ਦੀ ਸਾਡੀ ਗਾਰੰਟੀ ਜੀ। ਧੰਨਵਾਦ ਜੀ ਬ੍ਰਿਜਮੋਹਨ ਜੀ, ਬਹੁਤ ਬਹੁਤ ਤੇ ਸ਼ੁਭ ਸ਼ਾਮਾਂ। ਥੈਂਕ ਯੂ ਜੀ। ਥੈਂਕ ਯੂ। ਬ੍ਰਿਜਮੋਹਨ ਐਂਡ ਐਸੋਸੀਏਟਸ ਉੱਗੇ ਵਕੀਲ ਗੱਲਬਾਤ ਕਰ ਰਹੇ ਸੀ ਹਵਾਲੇ ਦੇ ਬਾਰੇ। ਅੱਛਾ, ਮਨੀ ਲਾਂਡਰਿੰਗ ਦੀ ਤੁਸੀਂ ਗੱਲਬਾਤ ਸੁਣ ਕੇ ਹਟੇ ਹੋ। ਭਾਈਚਾਰੇ ਦੇ ਵਿੱਚ ਅਕਸਰ ਇਹ ਗੱਲਾਂ ਚੱਲ ਰਹੀਆਂ ਨੇ ਕਿ ਘਰ ਬਹੁਤ ਨੇ ਜਿਹੜੇ ਪੰਜਾਬ ਬੈਠੇ ਨੇ ਜਿਨ੍ਹਾਂ ਦੇ ਧੀ ਪੁੱਤ ਹਲੇ ਪੜ੍ਹਨ ਆਇਆ, ਉਹ ਘਰ ਬਾਰ ਲੈ ਰਹੇ ਨੇ ਤੇ ਇਹਦੇ ਤੇ ਫਿਰ ਜਾਂ ਮਾਰਕੀਟ ਦੀ ਗੱਲ ਚੱਲਦੀ ਆ, ਉਹ ਕਹਿੰਦੇ ਯਾਰ ਕੀ ਇਹਦੇ 'ਚ ਕੀ ਮਾੜਾ ਹੈ, ਮਾਰਕੀਟ ਵਧੀਆ ਚੱਲਦੀ ਹੈ, ਮਨੀ ਕਿੱਥੋਂ ਆਉਂਦੀ ਹੈ ਸਾਨੂੰ ਇਸ ਦਾ ਮਤਲਬ ਨਹੀਂ। ਕਈ ਵਾਰ ਆਪਾਂ ਇਸ 'ਤੇ ਗੱਲ ਕੀਤੀ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪੈਸਾ ਕਿੱਥੋਂ ਆਉਂਦਾ, ਸਾਡੀ ਤਾਂ ਰੋਟੀ ਚੱਲਦੀ ਹੈ ਇੱਥੇ, ਇਹ ਵਧੀਆ ਕੰਮ ਚੱਲ ਰਿਹਾ। ਅੱਛਾ, ਨਾਲ ਹੀ ਇੱਕ ਵੱਡਾ ਦੇਸ਼ ਹੈ ਜਿਹੜਾ ਦੁਨੀਆ ਤੇ ਨਿਗਾਹ ਰੱਖਦਾ, ਦੁਨੀਆ ਦੇ ਦੁੱਖ ਜਿੱਥੇ ਨੇ ਉੱਥੇ ਉਹ ਆਪ ਪਹੁੰਚਦਾ। ਸਤੰਬਰ 11 ਤੋਂ ਬਾਅਦ ਇੰਨਾ ਕੰਟਰੋਲ ਅਮਰੀਕਾ ਨੇ ਕੀਤਾ, ਉਹ ਕਹਿੰਦੇ ਨਾ ਮਨੀ ਨਹੀਂ ਆ ਸਕਦੀ ਇੱਥੇ, ਜੇ 5000 ਤੋਂ ਵੱਧ ਜਮ੍ਹਾਂ ਕਰਾਉਣਾ ਹੈ ਓਰੀਜਨ ਦੱਸ। ਇੱਥੇ ਹਲੇ ਵੀ ਓਰੀਜਨ ਹੈ ਨਹੀਂ। ਤੇ ਜਿਸ ਤਰ੍ਹਾਂ ਬ੍ਰਿਜਮੋਹਨ ਹੁਣੀ ਕਹਿ ਕੇ ਗਏ ਨੇ ਕਿ ਵਕੀਲ ਨੂੰ ਫਿਨ ਟਰੈਕ ਨੂੰ ਦੱਸਣ ਦੀ ਲੋੜ ਨਹੀਂ, ਪੈਸਾ ਵਕੀਲ ਦੇ ਇੰਟਰਸਟ 'ਚ ਆਉਣਾ। ਰੀਅਲਟਰ ਤਾਂ ਕੈਸ਼ ਨੂੰ $1 ਨੂੰ ਹੱਥ ਨਹੀਂ ਲਾ ਸਕਦਾ। ਹਲੇ ਵੀ ਬਹੁਤ ਵੱਡਾ ਲੂਪ ਹੋਲ ਹੈ। ਚਾਹੇ ਦੱਸਣ ਦੀ ਜ਼ਰੂਰਤ ਨਹੀਂ, ਪਰ ਮਨੀ ਜਿਹੜੀ ਟ੍ਰਾਂਜੈਕਸ਼ਨ ਹੋਣੀ ਆ, ਜਾਇਦਾਦ ਜਿਹੜੀ ਖਰੀਦਣੀ ਆ, ਉਹ ਤਾਂ ਖਰੀਦ ਹੀ ਵਕੀਲ ਦੇ ਰਾਹੀਂ ਹੋਣੀ ਹੈ। ਹੋਰ ਵੀ ਬਹੁਤ ਕੁਝ ਚੱਲ ਰਿਹਾ ਪੰਜਾਬ 'ਚ, ਪੈਸੇ ਫੜਾ ਕੇ ਇੱਥੇ ਜਾਇਦਾਦ ਖਰੀਦਣ ਦੀ ਗੱਲ, ਉਹ ਬਹੁਤ ਸਿੱਧਾ, ਹਵਾਲੇ ਵਾਲੇ ਨੂੰ ਵੀ ਨਹੀਂ ਕਿਸੇ ਨੂੰ ਲਿਆਉਣ ਦੀ ਲੋੜ। ਉਹ ਕਹਿੰਦਾ ਨਾ ਸਾਨੂੰ ਇੱਥੇ ਚਾਹੀਦੇ ਨੇ 5 ਕਰੋੜ, ਆਪਾਂ ਇੱਥੇ ਲੈਣੀਆਂ ਨੇ ਦੁਕਾਨਾਂ, ਤੇ ਜਿਹੜਾ ਰੇਟ ਹੈ ਉਹਦੇ ਹਿਸਾਬ ਨਾਲ ਜਿਹੜਾ ਵੀ ਚੱਲਦਾ ਹੈ, ਇੱਧਰੋਂ 67-60 ਨੂੰ ਜਾਂਦਾ ਹੈ, 52 ਦੇ ਹਿਸਾਬ ਨਾਲ ਇੱਥੇ ਜ਼ਿਆਦਾ ਥੋੜੀ ਖਰੀਦ ਦਿੰਦੇ। ਜਿਹੜੇ ਜਵਾਕ ਪੜ੍ਹਦੇ ਆ ਉਹਨਾਂ ਦਾ ਨਾਂ ਪਾ ਦਿੰਦੇ ਨਾਲ, ਚਾਹੇ PR ਦਾ ਨਾਂ ਤੋਂ ਪਹਿਲਾਂ ਉਹਦੇ 'ਤੇ ਟੈਕਸ ਜਿਹੜਾ ਬਹੁਤ ਲੱਗਦਾ। ਪਰ ਹੁਣ ਤਾਂ ਬਹੁਤ ਸਿੱਧਾ ਹੋ ਗਿਆ। ਕਈਆਂ ਨੂੰ ਪੰਜਾਬ 'ਚ ਲੋੜੀ ਨੇ ਪੈਸੇ ਉੱਥੇ ਚਾਹੀਦੇ ਨੇ, ਉੱਥੇ ਵਾਲੇ ਕਹਿੰਦੇ ਚੱਲ ਇੱਥੇ ਹੀ ਫੜਾ ਦਿੰਦੇ, ਆਪਾਂ ਕਾਹਨੂੰ ਹਵਾਲੇ ਦੇ ਰਾਹੀਂ ਫਿਰਨਾ, ਤੇ ਤੁਸੀਂ ਇੱਥੇ ਸਾਡਾ ਕੰਮ ਕਰ ਦਿਓ। ਤੇ ਹਾਲਾਂਕਿ ਬਹੁਤ ਘੱਟ ਜਿਹੜੀ ਲੋਕ ਸੋਚਦੇ ਆ ਵੀ ਰਕਮ ਪੰਜਾਬ ਜਾਂਦੀ ਆ, ਨਹੀਂ ਬਹੁਤ ਘੱਟ ਨਹੀਂ ਜਾਂਦੀ। ਹਲੇ ਵੀ ਪੰਜਾਬ ਚੱਲਦਾ ਹੀ ਸਾਡੇ ਪੈਸਿਆਂ ਨਾਲ ਹੀ ਰਾਹੀਂ ਹੈ। ਦੁਨੀਆ 'ਚ ਵੱਸਦਾ ਪਰਦੇਸੀ ਖਾਲਸਾ ਜਿਹੜਾ, ਚਾਹੇ ਉਹ ਲੇਬਰ ਦੇ ਤੌਰ 'ਤੇ ਕਿਸੇ ਮਿਡਲ ਈਸਟ 'ਚ ਬੈਠਾ, ਚਾਹੇ ਪੱਕੇ ਇੱਥੇ ਪ੍ਰਵਾਸੀ ਹੋ ਗਏ, ਇੱਥੋਂ ਹੀ ਚੱਲ ਰਿਹਾ ਪੰਜਾਬ ਸਾਰਾ। ਹੋਰ ਪੰਜਾਬ 'ਚ ਕੀ ਚੱਲਦਾ ਹੁਣ? ਕਿਹੜੀ ਫੈਕਟਰੀ ਚੱਲਦੀ ਹੈ? ਕਿਹੜੀ ਸਨਅਤ? ਸ਼ਹਿਰ ਦੇ ਸ਼ਹਿਰ ਬੰਦ ਹੋ ਗਏ। ਲੁਧਿਆਣੇ ਤੋਂ ਕਰੋਮ ਦੀ ਇੰਡਸਟਰੀ, ਉਹਦੇ ਬਾਅਦ ਸਾਈਕਲ ਇੰਡਸਟਰੀ ਲੈ ਗਏ ਅਗਲੇ, ਬੱਦੀ ਪੱਟ ਕੇ ਨਾਲਾਗੜ੍ਹ ਦੇ ਕੇ ਸਕੀਮਾਂ ਖਾਸ, ਤੇ ਇਸਪਾਤ ਦਾ ਕੰਮ ਟੋਟਲੀ ਬੰਦ। ਸਾਰਾ ਜਿਹੜਾ ਹੈ ਗੋਬਿੰਦਗੜ੍ਹ ਬੰਦ ਹੈ। ਜਾਇਦਾਦ ਕੋਈ ਖਰੀਦ ਨਹੀਂ ਹੁੰਦੀ, ਵੇਚ ਨਹੀਂ ਹੁੰਦੀ। ਲੋਕਾਂ ਦੀਆਂ ਕਲੋਨੀਆਂ ਖੜੀਆਂ ਨੇ, ਡਿੱਗ ਪਈਆਂ ਕੰਧਾਂ ਜਿਹੜੀਆਂ ਬਣਾਈਆਂ ਹੋਈਆਂ ਸੀ। ਪਰ ਹਲੇ ਵੀ ਕੁਝ ਨਾ ਕੁਝ ਉੱਥੇ ਦੀ ਜ਼ਿੰਦਗੀ ਨੂੰ ਸੰਵਾਰਨ ਲਈ, ਵੱਡੇ ਟ੍ਰਾਂਜੈਕਸ਼ਨ ਲਈ
ਹਲੇ ਵੀ ਪੈਸਾ ਬਹੁਤ ਜਾ ਰਿਹਾ, ਹਰ ਰੋਜ਼ ਜਾ ਰਿਹਾ। ਤੇ ਅੱਗੇ ਉਧਰੋਂ ਨਹੀਂ ਸੀ ਆਉਂਦਾ, ਅੱਗੇ ਬਹੁਤ ਮਨੀ ਲਾਂਡਰਿੰਗ ਵਾਲਿਆਂ ਨੂੰ, ਹਵਾਲੇ ਵਾਲਿਆਂ ਨੂੰ ਬੜਾ ਔਖਾ ਸੀ ਉੱਥੋਂ ਪੈਸਾ ਧੇਲਾ ਲੱਭਣਾ, ਤੇ ਇੱਥੋਂ ਫਿਰ ਸੈੱਟ ਕਰ ਦਿੰਦੇ। ਦੁਬਈ ਤੋਂ ਟ੍ਰਾਂਜੈਕਸ਼ਨ ਹੁੰਦੀ। ਦੁਬਈ ਇੱਕ ਬਹੁਤ ਵੱਡੀ ਹੱਬ ਹੈ, ਦੁਬਈ ਦੇ ਰਾਹੀਂ ਬਹੁਤ ਕੁਝ ਹੁੰਦਾ, ਕਿਉਂਕਿ ਉਹਨਾਂ ਨੇ ਡਿਊਟੀ ਫ੍ਰੀ ਕੰਟਰੀ ਬਣਾਈ ਹੈ, ਉਹਨੇ ਸੱਦਿਆ ਹੋਇਆ ਲੋਕਾਂ ਨੂੰ ਵੀ ਆ ਜਾਓ। ਤੇ ਹੁਣ ਜਦ ਉਧਰੋਂ ਇੱਧਰ ਨੂੰ ਆ ਰਿਹਾ, ਉਧਰੋਂ ਇੱਧਰ ਨੂੰ ਵੱਧ ਆ ਰਿਹਾ, ਘੱਟ ਜਾ ਰਿਹਾ। ਉਹ ਸੌਖ ਬਹੁਤ ਹੈ। ਬੋਰੀਆਂ 'ਚ ਪਿਆ ਕਿਸੇ ਵੱਡੇ ਅਫਸਰ ਦੇ, ਕਿਸੇ ਮਿਨਿਸਟਰ ਦੇ ਘਰੇ, ਉਹ ਚੱਕ ਲੈਂਦੇ ਨੇ, ਕਹਿੰਦੇ ਚੱਲ ਇੱਥੇ ਜਵਾਕਾਂ ਦੀ ਫੀਸ ਦਿੰਦੇ ਆ ਤੇ ਜਵਾਕਾਂ ਨੂੰ ਲੈ ਦਿੰਦੇ ਆ ਕੋਈ ਟਾਊਨ ਹਾਊਸ ਕਾਂਡੋ। ਟ੍ਰਾਂਜੈਕਸ਼ਨ ਹਲੇ ਵੀ ਓਰੀਜਨ ਕਿੱਥੋਂ ਹੈ? ਓਰੀਜਨ ਤਾਂ ਕੋਈ ਨਹੀਂ ਪੁੱਛਦਾ। ਵਕੀਲ ਦੇ ਇੰਟਰਸਟ $2 ਮਿਲੀਅਨ ਆਇਆ। ਮੰਨ ਲਓ ਹੁਣ ਤੁਸੀਂ, ਆਪਾਂ ਕਰਦੇ ਨਹੀਂ ਆਪਣੇ, ਕਿਸੇ ਦੇ ਪੈਸੇ ਘੱਟ ਗਏ ਡਾਊਨ ਦੇਣ ਲਈ, 4 ਲੱਖ ਡਾਊਨ ਦੇਣਾ, ਲੱਖ ਹੈ, 3 ਲੱਖ ਕਿੱਥੋਂ ਆਇਆ ਚੈੱਕ, ਕੌਣ ਲੈ ਕੇ ਆਇਆ? ਵਕੀਲ ਪੁੱਛਦਾ? ਨਹੀਂ ਪੁੱਛਦਾ। ਉਹ ਕਹਿੰਦਾ ਡਰਾਫਟ ਲਿਆ ਕੇ ਦੇ ਫਲਾਣੇ ਦਾ, ਤੇ ਥੱਲੇ ਰੈਫਰੈਂਸ ਪਾ ਦੇ ਲੋਨ ਟੂ। ਕੋਈ ਤਾਂ ਸਿਆਣੇ ਨੇ ਜਿਹੜੇ ਅਖੀਰ ਵਧੀਆ ਫੀਸ ਵਗੈਰਾ ਬੰਨ੍ਹ ਕੇ ਹੱਥ ਦਿੰਦੇ ਆ, ਉਹ ਤਾਂ ਇਹ ਵੀ ਕੰਮ ਨਹੀਂ ਕਰਨ ਦੀ ਲੋੜ। ਪਲੀਜ਼ ਇਹ ਜ਼ਰੂਰ ਰੱਖੋ, 2 ਕਿਸਮ ਦੀ ਚੀਜ਼ ਹੈ। ਜੇ ਤਾਂ ਮਦਦ ਕਰਦੇ ਹੋ, ਮਦਦ ਦੇ ਵਿੱਚ ਉਹਨੂੰ ਕਹਿੰਦੇ ਵੀ ਜੇ ਮਦਦ ਮੰਨ ਲਓ ਵੀ 2 ਮਿਲੀਅਨ ਦੀ ਪ੍ਰਾਪਰਟੀ ਆ ਤੇ ਉਹਦੇ 'ਚ 5-7 ਲੱਖ ਤੁਸੀਂ ਦੇ ਰਹੇ ਹੋ, ਫਿਰ ਚੱਕਰ 'ਚ ਨਾ ਪਾਓ ਮਦਦ ਵਾਲੀ 'ਚ। ਜਾਂ ਤਾਂ ਪ੍ਰਾਪਰਟੀ 'ਚ ਸ਼ੇਅਰ ਪਾ ਲਓ, ਸੌਖ 'ਚ ਰਹਿਣਾ। ਜੇ ਪ੍ਰਾਪਰਟੀ ਸ਼ੇਅਰ ਨਹੀਂ ਪਾਉਣਾ, ਪੇਪਰ ਬਣਵਾ ਕੇ ਲਿਖ ਕੇ ਪ੍ਰਾਪਰਟੀ ਤੇ ਉਹਦੀ ਮੌਰਗੇਜ ਪਾ ਦਿਓ, ਲੀਨ ਪਾ ਦਿਓ, ਕੁਛ ਪਾ ਦਿਓ, ਜੇ ਬੱਚਤ ਰੱਖਣੀ ਹੈ। ਤੇ ਉੱਥੇ ਜਿਹੜਾ 5-4 ਲੱਖ ਆਇਆ ਵਕੀਲ ਦੇ, ਉਹ ਤਾਂ ਕੋਈ ਨਹੀਂ ਚੈੱਕ ਕਰਦਾ। ਉਹਦਾ ਓਰੀਜਨ ਕਿੱਥੋਂ ਹੈ? ਉਹ ਡਰਾਫਟ ਕਿਵੇਂ ਬਣਾ ਕੇ ਲੈ ਕੇ ਆਇਆ? ਡਰਾਫਟ ਇੱਕ ਬੈਂਕ 'ਚੋਂ ਆ ਗਿਆ, ਬੈਂਕ 'ਚ 4 ਲੱਖ ਕਿਵੇਂ ਗਿਆ? ਨਹੀਂ, ਇਹ ਚੀਜ਼ ਦਾ ਨਹੀਂ ਪਤਾ ਕਰਦੇ। ਬੈਂਕਾਂ ਦੀਆਂ ਹੈਗੀਆਂ ਵੀ ਉਹਨਾਂ ਨੂੰ ਫਿਨਟਰੈਕ ਨੂੰ ਦੱਸਣਾ ਪੈਣਾ। ਈਵਨ ਤੁਸੀਂ ਬਾਰਡਰ ਤੇ ਏਅਰਪੋਰਟ ਤੇ ਉਤਰੋ, ਕਿੱਡਾ ਸਾਊ ਦੇਸ਼ ਆ, ਏਅਰਪੋਰਟ ਤੇ 10,000 ਦਾ ਜਿਹੜਾ ਇੱਕ ਪੇਪਰ ਹੈ ਬਈ 10,000 ਤੋਂ ਵੱਧ ਤਾਂ ਨਹੀਂ ਕੈਸ਼, ਉਹ ਤੇ ਪਾ ਦਿਓ ਵੀ ਯੈਸ। ਉਹਨੂੰ ਤੁਹਾਨੂੰ ਅਲੱਗ ਇੱਕ ਲਾਈਨ 'ਚ ਜਾਣਾ ਪੈਣਾ, ਮੂਹਰੇ CBS ਦਾ ਅਫੀਸਰ ਕਿਹੜਾ, ਹਾਂਜੀ ਦੱਸੋ। ਉਹ ਕਹਿੰਦਾ ਵੀ $2.5 ਲੱਖ ਹੈ। ਉਹ ਕਹਿੰਦਾ $2.5 ਲੱਖ ਹੈ, ਠੀਕ ਹੈ, ਪੇਪਰ ਹੈਗਾ ਇਹਦੇ ਨਾਲ? ਕੋਈ ਪੇਪਰ ਦਿਖਾ ਦਿਓ, ਜੀ ਫਲਾਣੀ ਬੈਂਕ 'ਚੋਂ ਲਿਆਇਆ। ਉਹ ਕਹਿੰਦਾ ਬਸ ਠੀਕ ਹੈ। ਹੋਰ ਜੀ? ਕਹਿੰਦਾ ਹੋਰ ਕੁਛ ਨਹੀਂ, ਬਸ ਅਸੀਂ ਫਿਨਟਰੈਕ ਨੂੰ ਦੱਸ ਦੇਣਾ ਫਲਾਣਾ ਸਿੰਘ 2.5 ਲੱਖ ਲੈ ਕੇ ਆਇਆ। ਹੁਣ ਫਲਾਣਾ ਸਿੰਘ ਤਾਂ ਵਿਜ਼ਿਟ ਵੀਜ਼ੇ ਤੇ ਹੈ, ਉਹਦੇ ਕੋਲ ਕਾਗਜ਼ ਨਾ ਕੋਈ ਪੱਤਰ, ਕੋਈ ਨਾ ਕੋਈ ਕੁੰਡਾ ਹੈ ਇਹਦੇ ਤੇ। ਇਸ ਤਰ੍ਹਾਂ ਨਹੀਂ ਕੰਟਰੋਲ ਹੋ ਸਕਦਾ। ਇੱਕ ਇਸ ਦੇ ਤੇ ਬੈਠੇ ਬੰਦੇ ਬਹੁਤ ਖੁਸ਼ ਨੇ ਕਿ ਛੱਡੋ, ਮਾਰਕੀਟ ਬਹੁਤ ਵਧੀਆ ਚੱਲਦੀ ਆ, ਅਸੀਂ ਕੀ ਲੈਣਾ ਹੈ। ਪੈਸਾ ਕਿੱਥੋਂ ਆ ਰਿਹਾ? ਹੌਲੀ ਹੌਲੀ ਪਹਿਲਾਂ ਉੱਥੇ ਦੇ ਰਾਜਨੀਤਿਕ ਬੰਦਿਆਂ ਦੀ ਮਨੀ ਟ੍ਰਾਂਸਫਰ ਹੁੰਦੀ ਸੀ, ਇੱਥੇ ਪ੍ਰਾਪਰਟੀਆਂ ਲਈਆਂ ਜਾਂਦੀਆਂ ਸੀ। ਹੁਣ ਅਗਲੇ ਹੌਲੀ ਹੌਲੀ ਇਮੀਗ੍ਰੇਸ਼ਨ ਲਾ ਕੇ ਪੱਕੇ ਆ ਗਏ। ਤਾਂ ਹੀ ਤਾਂ ਦੇਖਦੇ ਦੇਖਦੇ ਜਿਹੜੇ ਰੈਂਟ ਤੇ ਰਹਿੰਦੇ ਸੀ 200-200 400-400 ਯੂਨਿਟ ਜਦ ਬਣਨ ਲੱਗ ਗਿਆ, ਕਿੱਥੋਂ ਆਏ ਪੈਸੇ? ਸਾਰੇ ਭਾਈਚਾਰੇ 'ਚ ਪਤਾ ਹੀ ਹੈ। ਸੋ ਇਹ ਕੰਟਰੋਲ 'ਚ ਨਹੀਂ ਹੋ ਸਕਦੀ ਕਹਾਣੀ, ਜਿਸ ਤਰ੍ਹਾਂ ਦਾ ਹੁਣ ਕੰਮ ਚੱਲਦਾ ਇਸ ਦੇ ਹਿਸਾਬ ਨਾਲ ਨਹੀਂ। ਹਾਂ, ਜਦ ਕੋਈ ਵੱਡਾ ਹੱਲਾ ਕਿਤੇ ਨੈਸ਼ਨਲ ਸਿਕਿਉਰਿਟੀ ਨੂੰ ਹੋਇਆ, ਫਿਰ ਚੀਥਾਂ ਬੰਦ ਹੋਣਗੀਆਂ। ਸਤੰਬਰ 11 ਤੋਂ ਬਾਅਦ ਸਭ ਤੋਂ ਵੱਧ ਕੰਮ ਜਿਹੜਾ ਕੀਤਾ ਅਮਰੀਕਾ ਨੇ, ਉਹ ਕਹਿੰਦੇ ਮਨੀ ਰੋਕੀ ਹੈ, ਪੈਸਾ। ਫਲਾਈਟ ਟ੍ਰੇਨਿੰਗ ਫਲੋਰੀਡਾ 'ਚੋਂ ਲੈ ਰਹੇ ਨੇ, ਪੈਸਾ ਕਿੱਥੋਂ ਆ ਰਿਹਾ? ਉਹ ਬੰਦੇ ਜਿਹੜੇ ਵਿਜ਼ਿਟ ਤੇ ਨੇ, $40-50,000 ਏਸ਼ੀਆ ਦੇ ਵਿੱਚ ਉਹਦਾ ਟ੍ਰਾਂਸਫਰ ਕਰਨਾ, 50,000 ਦੇ ਕਿੰਨੇ ਪੈਸੇ ਬਣ ਗਏ ਉੱਥੇ? ਇਹ ਇੱਕ ਵੱਡਾ ਇੱਕ ਇਸ਼ੂ ਹੈ ਜਿਸ ਤੇ ਨਿਗਾਹ ਜਿਹੜੀ ਵੱਜਣੀ ਚਾਹੀਦੀ ਹੈ। ਕਾਲਰ ਉਡੀਕ ਰਹੇ ਨੇ ਜੀ, ਗੱਲਬਾਤ ਕਰਕੇ ਰੈਪ ਅਪ ਕਰਾਂਗੇ। ਰੀਹਲ ਸਾਹਿਬ, ਲਾਈਨ ਨੰਬਰ 1। ਹਾਂਜੀ, ਸਰਦਾਰ ਹਰਜੀਤ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਾਹਿਬ, ਮੈਂ ਤੁਹਾਨੂੰ ਇਨਕੁਆਇਰੀ ਕਰਦੀ ਸੀ ਉਹਦੇ ਬਾਬਤ, ਆਪਣੀ ਜਿਹੜਾ ਤੁਸੀਂ ਸੈਂਸਰਸ਼ਿਪ ਦੀ ਆਪਣੀ ਗੱਲ ਕਰ ਰਹੇ ਸੀ ਪਹਿਲਾਂ। ਮੈਨੂੰ ਲੈਟਰ ਤਾਂ ਆਇਆ, ਪਰ ਉਹ 'ਚ ਆਪਣੀ ਫਾਰਮ ਨਹੀਂ ਆਇਆ ਕੋਈ। ਹਾਂਜੀ, ਇਹ ਤੁਸੀਂ ਆਨਲਾਈਨ ਹੀ ਕਰ ਸਕਦੇ ਹੋ? ਹਾਂਜੀ, ਆਨਲਾਈਨ ਹੀ ਕਰ ਸਕਦੇ ਹੋ। ਜਿਹੜਾ ਉਹ 'ਚ ਕੋਡ ਹੈ, ਉਹ ਕੋਡ ਪਾ ਕੇ ਆਨਲਾਈਨ ਜਾਣਾ ਜੀ। ਅੱਛਾ ਜੀ। ਮੈਂ ਜੇ ਹੁਣ ਨਹੀਂ ਤੁਹਾਨੂੰ, ਮੈਂ ਜਿੱਦਾਂ ਹੁਣ ਮੈਨੂੰ ਕੋਈ ਕੰਪਿਊਟਰ ਦਾ ਨੌਲੇਜ ਨਹੀਂ ਹੈ। ਹਾਂਜੀ ਹਾਂ, ਮੈਂ ਫਿਰ ਤੁਸੀਂ, ਮੈਂ ਨੰਬਰ ਲਿਖਾਉਣਾ ਜੀ, ਅਖੀਰ 'ਚ ਲਿਖ ਲਿਓ, ਉਹਨਾਂ ਨਾਲ ਕੰਟੈਕਟ ਕਰ ਲਿਓ। ਆਪਣੇ ਵਿਰਕ ਸਾਹਿਬ ਨੇ, ਉਹ ਮਦਦ ਕਰ ਦੇਣਗੇ ਤੁਹਾਡੀ। ਓਕੇ ਸਰ, ਥੈਂਕ ਯੂ ਜੀ। ਥੈਂਕ ਯੂ। ਬਸਰਾਨ ਸਾਹਿਬ। ਗਿੱਲ ਸਾਹਿਬ ਥੈਂਕ ਯੂ। ਇੱਕ ਤਾਂ ਆਪਣੇ ਪਿਛਲੇ ਕਾਲਰ ਸਾਹਿਬ ਸੀਗੇ, ਪੈਕਸ ਵਾਲੇ ਇੰਨੇ ਫੰਡ ਲੈਂਦੇ ਆ, ਉੱਥੇ ਜਾ ਕੇ ਵੀ ਆਪਣਾ ਸੈਂਸੈਕਸ ਤੁਸੀਂ ਭਰ ਸਕਦੇ ਆ। ਉਹ ਇਸੇ ਕੰਮ ਲਈ ਲੋਕਾਂ ਦੀ ਸੇਵਾ ਕਰਦੇ ਆ। ਸੋ ਇਹ ਨਹੀਂ ਵੇ
ਬਾਕੀ ਮੈਂ ਤਾਂ ਹੈਰਾਨ ਹੋ ਗਿਆ ਗਿੱਲ ਸਾਹਿਬ, ਹੈਰਾਨਗੀ ਸਾਨੂੰ ਤਾਂ ਕੋਈ ਐਡੀ ਖਾਸ ਨਹੀਂ ਹੋਈ, ਪਰ ਜੋ ਬ੍ਰਿਜਮੋਹਨ ਸਾਹਿਬ ਨੇ ਅੰਕੜੇ ਦੱਸੇ ਆ ਔਰ ਆਪਾਂ ਵੀ ਰੌਲਾ ਪਾਉਂਦੇ ਆ ਇੱਥੇ। ਮੈਂ ਦੇਖੋ, ਮੈਂ ਸੇਖੋਂ ਸਾਹਿਬ ਸਾਡੇ ਪ੍ਰਿਤਪਾਲ ਸੇਖੋਂ ਹੋਣੀ ਕਿੰਨੇ ਚਿਰ ਤੋਂ ਰੌਲਾ ਪਾ ਰਹੇ ਆ, ਔਰ ਬਾਅਦ ਵਿੱਚ ਮੈਂ ਗਲੀ ਮਹੱਲੇ ਸੁਣਦਾ ਹੁੰਦਾ ਸੀਗਾ ਲੋਕਾਂ ਨੇ ਕਹਿਣਾ ਇਹ ਤਾਂ ਪਾਗਲ ਤੁਹਾਨੂੰ ਪਤਾ ਹੀ ਜਿੱਦਾਂ ਬੋਲਦੇ ਹੈਗੇ ਲੋਕੀ ਨਾ। ਬਟ ਗਿੱਲ ਸਾਹਿਬ, ਇਹ ਜਿਹੜਾ 2 ਨੰਬਰ ਦਾ ਪੈਸਾ ਹੁੰਦਾ ਕਦੇ ਵੀ ਕਿਸੇ ਵੀ ਸਮਾਜ ਨੂੰ, ਮੈਨੂੰ ਸਮਝ ਨਹੀਂ ਆਉਂਦੀ ਗੱਲ ਹੈ ਕਿ ਉੱਚਾ ਚੱਕ ਸਕਦਾ ਆ। ਕੰਸਟਰਕਸ਼ਨ ਭਾਈਚਾਰੇ ਵਾਲੇ ਸਾਡੇ ਭਰਾ ਜਿੰਨੇ ਵੀ ਹੈਗੇ ਆ, ਇਹ 4 ਘਰਾਂ ਦੇ ਮਾਲਕ ਆ, ਬਟ ਜਦੋਂ ਇਹਨੇ 5ਵੇਂ ਘਰ ਦੀ ਮੌਰਗੇਜ ਲੈਣੀ ਹੋਵੇ ਇਹਨਾਂ ਦੀ ਮੌਰਗੇਜ ਅਪਰੂਵ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਆਪਣੀ ਪਰਸਨਲ ਜਿਹੜੀ ਇਨਕਮ ਹੈਗੀ ਆ ਉਹ ਬਹੁਤ ਥੱਲੇ ਆ, ਸਾਰੀ ਕੈਸ਼ ਟ੍ਰਾਂਜੈਕਸ਼ਨ ਹੋ ਰਹੀ ਆ, ਔਰ ਇਸੇ ਕਰਕੇ ਫਿਰ ਬਾਅਦ ਵਿੱਚ ਰੇਟ ਟੁੱਟਦੇ ਆ। ਜੇ ਤੁਸੀਂ ਕਾਗਜ਼ ਪੱਤਰ ਹੀ ਨਹੀਂ ਕਰਨਾ ਹੈਗਾ ਜੀ, ਤੁਸੀਂ ਕੋਈ ਐਗਰੀਮੈਂਟ ਹੀ ਨਹੀਂ ਦੇਣਾ ਕਿਸੇ ਨਾਲ, ਫਿਰ ਤੁਹਾਡੇ ਪੈਸੇ ਵੀ ਨਹੀਂ ਮਾਰਨੇ ਹੀ ਹਨ। ਅੱਧੇ ਕੁ ਦੇ ਦਿੰਦੇ ਕੈਸ਼, ਉਹ ਅੱਧੇ ਕੁ ਨੂੰ ਫਿਰ ਲਟਕਾਈ ਜਾਂਦੇ ਇਹਨਾਂ ਨੂੰ, ਕੋਈ ਕਾਗਜ਼ ਪੱਤਰੀ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ। ਕਿੱਡਾ ਵੱਡਾ ਵਿਗਾੜ ਆ ਰਿਹਾ ਹੈਗਾ, ਜਿਹੜੇ ਲੋਕੀ ਸਾਡੇ ਭਰਾ ਖੁਸ਼ ਹੋ ਰਹੇ ਆ, ਇਹਨਾਂ ਦੇ ਬੱਚਿਆਂ ਦਾ ਗਾਹਾਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹ ਕਿੱਥੋਂ ਅਫੋਰਡ ਕਰ ਲਊਗੀ। ਗਿੱਲ ਸਾਹਿਬ, ਪੁਲਿਸ ਆਫੀਸਰ ਇੱਕ ਘਰ ਨਹੀਂ ਲੈ ਸਕਦਾ, ਇੱਕ ਟੀਚਰ ਘਰ ਨਹੀਂ ਲੈ ਸਕਦਾ, ਇੱਕ ਬਾਈ ਲਾਅ ਆਫੀਸਰ ਨਹੀਂ ਘਰ ਲੈ ਸਕਦਾ। ਇਹ ਫਿਰ ਆਕਲੈਂਡ ਹੀ ਬਣਨਾ ਨਾ, ਜਿਹੜਾ ਸੈਨ ਫਰਾਂਸਿਸਕੋ ਤੋਂ ਇੱਧਰਲੇ ਪਾਸੇ ਨੂੰ ਆ, ਬ੍ਰਿਜ ਤੋਂ ਥੱਲੇ ਉਤਰ ਕੇ ਉਹ ਬਿਲਡਿੰਗਾਂ ਖੜੀਆਂ ਉੱਤੇ ਤੁਸੀਂ ਕਈ ਵਾਰੀ ਦੱਸ ਹਟੇ ਆ, ਔਰ ਡਰੱਗ ਇੱਥੇ ਵਿਕ ਰਹੀ ਹੈਗੀ ਸ਼ਰੇਆਮ, ਔਰ ਪੁਲਿਸ ਅਫਸਰ ਵੀ ਫਿਰ ਕਰਪਸ਼ਨ ਕਰਨਗੇ ਜੀ ਆਪਣਾ ਗੁਜ਼ਾਰਾ ਕਰਨੇ ਨੂੰ, ਸਾਰੇ ਫਿਰ ਕਰਪਟ ਹੋ ਜਾਣਗੇ। ਦਿੱਲੀ ਬੰਬੇ ਦੇ ਵਿੱਚ ਫਿਰ ਕੀ ਫਰਕ ਰਹਿ ਜਾਊਗਾ? ਜੋ ਕੁਛ ਇੱਥੇ ਹੋ ਰਿਹਾ ਹੈਗਾ ਇਹ ਬਹੁਤ ਗਲਤ ਹੋ ਰਿਹਾ ਹੈਗਾ। ਗੌਰਮੈਂਟ ਦੇਖੋ, ਅਸੀਂ ਫਿਰ ਵੀ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜੇ ਲਾਅ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਗਵਰਨਮੈਂਟ ਨੂੰ ਦੱਸਣ ਕਿ ਆਹ ਵਿਗਾੜ ਸਾਡੇ ਇੱਥੇ ਹੋ ਰਹੇ ਆ, ਸਾਨੂੰ ਲਾਅ ਚੇਂਜ ਕਰਨੇ ਪੈਣੇ ਆ। ਹੁਣ ਤਾਂ ਪੁਲਿਸ ਵੀ ਕਹਿਣ ਲੱਗ ਪਈ ਕਿ ਸਾਡੇ ਹੱਥ 'ਚ ਕੁਛ ਨਹੀਂ ਹੈਗਾ। ਆਪਾਂ ਜਿਹੜੀ ਗੱਲ ਗਿੱਲ ਸਾਹਿਬ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਲਾਅ ਆ ਜਿਹੜੇ ਉਹ ਹੈ ਨਹੀਂ ਸਟ੍ਰਿਕਟ ਮੂਹਰੇ, ਇੱਥੇ ਪ੍ਰਾਈਵੇਸੀ ਆਉਂਦੀ ਆ। ਆ ਜਿਹੜੇ ਟਰਸਟ ਬਣੇ ਹੋਏ ਆ ਵਕੀਲਾਂ ਦੇ, ਬ੍ਰਿਜਮੋਹਨ ਸਾਹਿਬ ਨੇ ਦੱਸਿਆ, ਉਹਨਾਂ ਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ ਹੈਗਾ। ਬਿਲਕੁਲ ਬਾਈ ਜੀ, ਸਮਾਂ ਮੇਰੇ ਕੋਲ ਘੱਟ ਹੈ। ਬਲਜਿੰਦਰ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਬੜੀ ਇਨਫੋਰਮੇਸ਼ਨ ਦੇਣੀ ਸੀ ਆਪਣੇ ਸੈਂਸਸ ਬਾਰੇ। ਇਹਨਾਂ ਆਪਾਂ ਨੂੰ ਹਰੇਕ ਘਰ ਵਿੱਚੋਂ 2 ਕੋਡ ਭੇਜ ਰਹੇ ਨੇ, ਇੱਕ ਫॉर ਅਪਸਟੇਅਰਸ ਮੇਨ ਫਲੋਰ ਦਾ, ਇੱਕ ਬੇਸਮੈਂਟ ਦਾ ਜੀ। ਉਹਨਾਂ ਦਾ ਮਤਲਬ ਉਹਨਾਂ ਵਿੱਚ ਇੱਕੋ ਘਰ ਦੇ ਵਿੱਚ ਇੱਕੋ ਹੀ ਸੂਈਟ ਹੈਗਾ। ਆਪਣੇ ਏਰੀਆ 'ਚ ਕਾਫੀ ਜ਼ਿਆਦਾ ਮਲਟੀਪਲ ਸੂਈਟਸ ਹੈਗੇ ਨੇ, ਤੇ ਉਹ ਰਿਪੋਰਟ ਨਹੀਂ ਹੋਣੇ ਜਿੰਨਾ ਚਿਰ ਉਹ ਉਹਨਾਂ ਤੋਂ ਕੋਡ ਨਹੀਂ ਦੁਬਾਰਾ ਲੈਂਦੇ ਹੋਰ। ਤੇ ਜਿਹੜਾ ਤੁਸੀਂ ਅੱਗੇ ਸਵੇਰੇ ਫੋਨ ਦਿੱਤਾ ਸੀ, ਉਸੇ ਫੋਨ ਨੰਬਰ ਕਰਕੇ ਉਹਨਾਂ ਨੂੰ ਦੱਸ ਦਿਓ ਵੀ ਸਾਡੇ ਕੋਲੇ ਜਾਂ 2 ਸਵੀਟਾਂ ਨੇ, ਜਾਂ 3 ਜਾਂ 4 ਆ, ਤੇ ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਕੋਡ ਵੀ ਦੇ ਦੇਣਗੇ, ਤੁਸੀਂ ਫਿਰ ਰਿਪੋਰਟ ਕਰ ਸਕਦੇ। ਅਦਰਵਾਈਜ਼ ਇਹ ਰਿਪੋਰਟਿੰਗ ਨਹੀਂ ਹੋਣੀ ਕੋਈ। ਬਿਲਕੁਲ, ਇਹਦੇ ਕੱਲ ਨੂੰ ਜੀ ਇਸ ਤੇ ਮੈਂ ਹੋਰ ਗੱਲ ਕਰਾਂਗਾ। ਇੱਕ ਆਖਰੀ ਕਾਲਰ ਲਾਈਨ ਨੰਬਰ 4, ਗੁਪਤ ਕਾਲਰ ਨੇ ਜੀ, ਲਾਈਨ ਨੰਬਰ 4। ਤੁਸੀਂ ਗੱਲ ਕਰਦੇ ਸੀਗੇ ਜਿੱਦਾਂ ਕੈਸ਼ ਮਨੀ ਦੀ ਜੀ, ਜੇ ਬੈਂਕ ਚ ਕਰਦੇ ਆ ਤੇ $10,000 ਤੋਂ ਉੱਪਰ ਹੋਵੇ ਕੈਸ਼, ਰਿਪੋਰਟ ਕਰਦੇ ਆ। ਪਰ ਜਿਹੜੇ ਕਾਰ ਡੀਲਰਸ ਵਾ, ਉੱਥੇ ਭਾਵੇਂ ਕੋਈ $100,000 ਕਾਰ ਲੈ ਲਵੇ, ਉਹਨਾਂ ਨੂੰ ਤਾਂ ਕੋਈ ਕੁਐਸਚਨ ਨਹੀਂ ਕਰਦਾ। ਇਹ ਮੈਂ CBC ਰੇਡੀਓ ਤੋਂ ਸੁਣਿਆ ਸੀਗਾ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਬਿਲਕੁਲ ਠੀਕ ਹੈ। ਵਕੀਲਾਂ ਨੂੰ ਵੀ ਨਹੀਂ ਦੱਸਣਾ ਪੈਂਦਾ ਜੀ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਤੇ ਕੱਲ ਨੂੰ ਫੇਰ ਮੁੜਦਾ 9:05 ਤੇ। ਰੱਬ ਰੱਖਾ।